ਅਸੀਂ ਉਸ ਮਹਾਨ ਖੁਦਾਵੰਦ खुदा दा जिस परमेश्वर ने एक बार फिर साडे सबना दी जिंदगियां नूं अज दे दिन तक संभालिया आ, मदद की है, सहायता की है। और 2022 दा ये दूजा दिन ते पहला एतवार 2022 दा साडे सबना दी जिंदगियां दे विच बख्शिया। इस करके असीं उस महान खुदावंद खुदा दा धन्नवाद करदे आ, उहदे नाम दी तारीफ ते महिमा करदे आ कि जिस खुदा ने सानू पिछले बीतिया सालों के बीतिया दिनों के सानू संभालिया, बीते साल भी सानू संभालिया आ, साडी पूरी मदद की है, सहायता की है। तो इस करके जिस दिन नवा साल चढ़ना ही उस दिन का असीं रात का विषा एक लिया सी, आपां उहनूं इस जगह तो शुरू करांगे, सिखांगे इत्थे भी। तो पढ़ांगे असीं खुदा दी बाणी दे विचों दूसरा इतिहास 29 बाब उहदी 1 तो लैके 5 तक पढ़ांगे। दूसरा इतिहास 29 बाब उहदी 1 तो 5 तक पढ़ांगे। हाँ जी, दूसरा इतिहास उहदा 29 बाब उहदी 1 तो 5 तक। हिजकिया 5 वरियां दा सी। हाँ, तद ओ राज करन लगा। हाँ, ਅਤੇ ਉਸ 29 ਵਰੇ ਯਰੂਸ਼ਲਮ ਵਿੱਚ ਰਾਜ ਕੀਤਾ। हाँ, ਉਹਨੇ 29 ਵਰੇ ਯਰੂਸ਼ਲਮ ਵਿੱਚ ਰਾਜ ਕੀਤਾ। हाँ जी, ਉਹਦੀ ਮਾਤਾ ਦਾ ਨਾਮ ਅਬੀਜਾ ਸੀ। ਉਹਦੀ ਮਾਤਾ ਦਾ ਨਾਮ ਅਬੀਜਾ ਸੀ, ਜੋ ਜਗੜੀਆ ਦੀ ਧੀ ਸੀ। ਹਾਂ, ਅਤੇ ਸਭ ਕੁਝ ਜੋ ਉਸਦੇ ਪਿਓ ਦਾਊਦ ਨੇ ਕੀਤਾ ਸੀ, हाँ जी, ਉਸਨੇ ਉਸੇ ਤਰ੍ਹਾਂ ਹੀ ਉਹ ਕੰਮ ਕੀਤਾ जी, ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ। हाँ जी, ਉਸਨੇ ਆਪਣੇ ਰਾਜ ਦੇ ਪਹਿਲੇ ਵਰੇ ਦੇ ਪਹਿਲੇ ਮਹੀਨੇ हाँ जी, ਯਹੋਵਾ ਦੇ ਭਵਨ ਦੇ ਦਰਵਾਜ਼ਿਆਂ ਨੂੰ ਖੋਲਿਆ। ਉਹਨੇ ਆਪਣੇ ਰਾਜ ਦੇ ਪਹਿਲੇ ਵਰੇ ਦੇ ਪਹਿਲੇ ਮਹੀਨੇ ਕੀ ਕੀਤਾ? ਦਰਵਾਜ਼ੇ ਕਿਹੜੇ ਦਰਵਾਜ਼ਿਆਂ ਨੂੰ? ਯਹੋਵਾ ਦੇ ਦਰਵਾਜ਼ਿਆਂ ਨੂੰ, ਯਹੋਵਾ ਦੇ ਦਰਵਾਜ਼ੇ, ਯਹੋਵਾ ਦੇ ਭਵਨ ਦੇ ਦਰਵਾਜ਼ਿਆਂ ਨੂੰ। ਹਾਲੇਲੂਇਆ। तो आगे बढ़ो। हाँ जी, ਯਹੋਵਾ ਦੇ ਭਵਨ ਦੇ ਦਰਵਾਜ਼ੇ ਨੂੰ ਖੋਲਿਆ। हाँ जी, ਅਤੇ ਉਹਨਾਂ ਦੀ ਮੁਰੰਮਤ ਕੀਤੀ। हाँ जी, ਉਹ ਜਾਜਕਾਂ ਆ ਲੇਵੀਆਂ ਨੂੰ ਲੈ ਆਇਆ। हाँ, ध्यान नाल सुनी जा, आपां इहदी बाद विच व्याख्या करदे हां। ठीक है, पढ़ लो तुम। हाँ, ਉਹ ਉਹਨੇ ਜਾਜਕਾਂ ਲੇਵੀਆਂ ਨੂੰ ਲੈ ਆਇਆ ਉਹਨੇ ਜਾਜਕਾਂ ਤੇ ਲੇਵੀਆਂ ਨੂੰ ਲੈ ਲਿਆ। हाँ जी, ਅਤੇ ਉਹਨਾਂ ਨੂੰ ਪੂਰਬ ਵੱਲ ਮੈਦਾਨ ਵਿੱਚ ਇਕੱਠਿਆ ਕੀਤਾ। हाँ जी, ਅਤੇ ਉਹਨਾਂ ਨੂੰ ਆਖਿਆ, ਇਹ ਲੇਵੀਓ ਮੇਰੀ ਸੁਣੋ। ਹੁਣ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ। ਹੁਣ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਰ ਯਹੋਵਾ ਦੇ ਇਸ ਭਵਨ ਨੂੰ ਵੀ ਪਵਿੱਤਰ ਕਰੋ। ਅਤੇ ਇਸ ਪਵਿੱਤਰ ਸਥਾਨ ਵਿੱਚੋਂ ਮੈਲ ਨੂੰ ਕੱਢ ਕੇ ਬਾਹਰ ਲੈ ਜਾਓ। ਬਸ ਇੱਥੋਂ ਤੱਕ ਪੜਾਂਗੇ। ਹਾਲੇਲੂਇਆ। ਤੇ ਉਹਨੇ ਕੀ ਕਿਹਾ? ਕਹਿੰਦਾ ਕਿ ਪਹਿਲੇ ਵਰੇ ਦੇ ਜਦੋਂ ਉਹਦਾ ਰਾਜ ਲੱਗਾ ਕਰਨਾ, ਆਪਣੇ ਰਾਜ ਦੇ ਪਹਿਲੇ ਸਾਲ ਦੇ ਪਹਿਲੇ ਹੀ ਦਿਨ ਜਾਂ ਪਹਿਲੇ ਹੀ ਮਹੀਨੇ ਉਹਨੇ ਪਰਮੇਸ਼ਰ ਦੇ ਭਵਨ ਦੇ, ਪਰਮੇਸ਼ਰ ਦੇ ਹੈਕਲ ਦੇ ਉਹਨਾਂ ਦਰਵਾਜ਼ਿਆਂ ਨੂੰ ਕੀ ਕੀਤਾ? ਖੋਲਿਆ। ਤੇ ਉਹਦੀ ਕੀ ਕੀਤੀ? ਮੁਰੰਮਤ ਕੀਤੀ। ਹਾਲੇਲੂਇਆ। ਹੁਣ ਇੱਥੇ ਲਿਖਿਆ ਕਿ ਯਹੋਵਾ ਦੇ ਭਵਨ ਦੇ ਦਰਵਾਜ਼ਿਆਂ ਨੂੰ ਖੋਲਿਆ ਤੇ ਉਹ ਦਰਵਾਜ਼ਿਆਂ ਦੀ ਕੀ ਕੀਤੀ? ਮੁਰੰਮਤ ਕੀਤੀ। तो एक व्यक्ति मैनू मिलिया सी, मैं जो उस दिन वचन सुना रहे सी, तो खुदा दा बंदा मैनू मिलिया, उन्हें मैनू दस्या कि असी भी ये वचन सीखिया, लेकिन साडे पास्टर ने सिखाया कि पहले साल दे, नवे साल दे पहले दिन पहले महीने हैकल दे दरवाजियां नूं जदों खोलिया, भवन दे दरवाजियां नूं खोलिया ते ओहदी की कीती सी? मुरम्मत कीती सी। लेकिन उन्हें भी सानूं कहा कि वेखो चर्च दी की होण वाली आ, मुरम्मत होने वाली है, कली होने वाली आ, ये टुटिया, तो ओहदे लई तुसीं गराही दो ताकि परमेश्वर दे भवन नूं की कीता जावे? बनाया जावे। उन्हें मैनूं इदां दस्सिया, जो उन्हें वचन सुने तो बाद वचन दस्सिया। लेकिन इत्थे किहड़े भवन की गल हो रही आ? जिहड़ा चर्च आ जिहदे विच जाके कलीसिया इकट्ठी हुंदी आ, वो चर्च नहीं आ, उहनूं आपां चर्च नहीं कहंदे, वो चर्च दी बिल्डिंग आ। किहने जो समझ आ रही आ? वो चर्च नहीं आ, वो चर्च दी की आ? बिल्डिंग आ। वो बिल्डिंग आ ते चर्च वो आ जिहड़ी कलीसिया उहदे विच आण के की करदी आ, बहिंदी आ। समझ लग रही ना? कलीसिया नूं चर्च कहा जांदा ते इह कलीसिया परमेश्वर दा की आ? इह कलीसिया परमेश्वर दा भवन आ। हालेलुया। ਉਹਦੇ ਗਾੜੀ ਜਾ ਕੇ ਅਸੀਂ ਲੱਗੇ ਆ ਪੜਨ। ਇਸ ਕਰਕੇ ਲਿਖਿਆ ਕਿ ਉਹਨੇ ਪਰਮੇਸ਼ਰ ਦੇ ਭਵਨ ਦੇ ਦਰਵਾਜ਼ਿਆਂ ਨੂੰ ਕੀ ਕੀਤਾ? ਖੋਲਿਆ। ਇਸ ਕਰਕੇ ਅੱਜ ਬਹੁਤ ਸਾਰੇ ਲੋਕਾਂ ਦੇ ਇਹ ਦਰਵਾਜ਼ੇ
इस हैकल ਜਿਹੜੀਆਂ ਪਰਮੇਸ਼ਰ ਦੀਆਂ ਹੈਕਲਾਂ ਵਾ ਉਹਨੇ ਕਹਿਣਾ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਮੇਰੀ ਕੀ ਜੇ ਹੈਕਲ ਜੇ ਹਾਲੇਲੂਇਆ ਤੇ ਅੱਜ ਬਹੁਤ ਸਾਰੇ ਲੋਕਾਂ ਨੇ ਇਹ ਇਨਸਾਨ ਜੋ ਇਹ ਸਰੀਰ ਜੋ ਪਰਮੇਸ਼ਰ ਦੀਆਂ ਹੈਕਲਾਂ ਨੇ ਇਹ ਹੈਕਲਾਂ ਦੇ ਦਰਵਾਜ਼ੇ ਕੀ ਕੀਤੇ ਨੇ ਬੰਦ ਕੀਤੇ ਨੇ ਆਪਣੇ ਦਿਲ ਦੇ ਦਰਵਾਜ਼ੇ ਬੰਦ ਕੀਤੇ ਆ ਇਸ ਕਰਕੇ ਪ੍ਰਕਾਸ਼ ਦੀ ਪੋਥੀ 3 ਦੀ 20 ਦੇ ਵਿੱਚ ਲਿਖਿਆ ਖੁਦਾਵੰਦ ਖੁਦਾ ਕਹਿੰਦਾ ਮੈਂ ਤੇਰੇ ਦੀਵਾਰ ਤੇ ਬੂਹੇ ਨੂੰ ਕੀ ਕਰਦਾ ਖੜਕਾਉਣਾ ਆ ਜੇ ਕੋਈ ਮੇਰੀ ਆਵਾਜ਼ ਨੂੰ ਸੁਣੇ ਤੇ ਬੂਹਾ ਕੀ ਕਰ ਦੇਵੇ ਕਹਿੰਦਾ ਮੈਂ ਅੰਦਰ ਆਵਾਂਗਾ ਤੇ ਉਹਦੇ ਨਾਲ ਕੀ ਛਕਾਂਗਾ ਭੋਜਨ ਛਕਾਂਗਾ ਹਾਲੇਲੂਇਆ ਲਿਖਿਆ ਕਿ ਫਿਰ ਉਹਨੇ ਕੀ ਕੀਤਾ ਕਿ ਪੂਰਬ ਵੱਲ ਲੇਵੀਆਂ ਤੇ ਜਾਜਕਾਂ ਨੂੰ ਲਿਆ ਲੇਵੀਆਂ ਨੂੰ ਜਾਜਕਾਂ ਨੂੰ ਲੈ ਕੇ ਤੇ ਕਿੱਧਰ ਇਕੱਠਿਆ ਕੀਤਾ ਪੂਰਬ ਵੱਲ ਇਕੱਠਿਆ ਕੀਤਾ ਤੇ ਉਹਨਾਂ ਨੂੰ ਕਹਿੰਦਾ ਕਿ ਆਪਣੇ ਆਪ ਨੂੰ ਕੀ ਕਰੋ ਪਵਿੱਤਰ ਕਰੋ ਆਪਣੇ ਆਪ ਨੂੰ ਪਵਿੱਤਰ ਕਰਕੇ ਫਿਰ ਪਰਮੇਸ਼ਰ ਦੇ ਭਵਨ ਨੂੰ ਵੀ ਪਵਿੱਤਰ ਕਰੋ ਤੇ ਸਾਰੀ ਮੈਲ ਕਚਾਲ ਨੂੰ ਕੀ ਕਰ ਦਿਓ ਬਾਹਰ ਕੱਢੋ ਤਾਂ ਜਿਹੜਾ ਹੀ ਵਿਸ਼ਾ ਸਿੱਖਣਾ ਉਹ ਆ ਕਿ ਇਹ ਨਵੇਂ ਸਾਲ ਦੇ ਜੋ ਨਵਾਂ ਸਾਲ ਪਰਮੇਸ਼ਰ ਨੇ 2022 ਦਾ ਸਾਡੀ ਜ਼ਿੰਦਗੀਆਂ ਦੇ ਵਿੱਚ 2022 ਬਖਸ਼ਿਆ ਵਾ ਸਾਨੂੰ ਦਾਖਲ ਹੋਣ ਦੇ ਲਈ ਕਿਰਪਾ ਕੀਤੀ 2022 ਦੇ ਵਿੱਚ 2019 ਤੇ 20 ਤੇ 21 ਦੇ ਵਿੱਚ 2020 ਤੇ 21 ਦੇ ਵਿੱਚ ਕਰੋਨਾ ਦੀ ਬਿਮਾਰੀ ਦੇ ਪ੍ਰਭਾਵ ਦੇ ਕਾਰਨ ਅੱਜ ਵੀ ਬੜੀਆਂ ਜਗ੍ਹਾ ਤੇ ਕਰੋਨਾ ਦਾ ਪੂਰਾ ਪ੍ਰਭਾਵ ਚੱਲਣ ਡਿਆ ਅੱਜ ਵੀ ਕਈਆਂ ਜਗ੍ਹਾ ਤੇ ਖਬਰ ਆ ਰਹੀ ਕਿ ਲੋਕਡਾਊਨ ਹੋ ਰਿਹਾ ਵਾ ਸਾਡੇ ਇੱਧਰ ਵੀ ਵਾਈ ਉੱਡ ਰਹੀ ਕਿ ਕੀ ਹੋ ਜਾਣਾ ਫੇਰ ਲੋਕਡਾਊਨ ਹੋ ਜਾਣਾ ਹਾਲੇਲੂਇਆ ਲੇਕਿਨ ਉਸ ਐਡੇ ਮੁਸ਼ਕਲ ਦੌਰ ਦੇ ਵਿੱਚ ਵੀ ਜਦੋਂ ਸਾਰੀ ਦੁਨੀਆ ਬੰਦ ਹੋ ਗਈ ਸੀ ਸਾਰੇ ਕਾਰੋਬਾਰ ਬੰਦ ਹੋ ਗਏ ਸੀ ਸਾਰੀਆਂ ਦੁਕਾਨਾਂ ਹਰ ਇੱਕ ਚੀਜ਼ ਬੰਦ ਹੋ ਗਈ ਸੀ ਕਿੰਨਾ ਕਰੋਨਾ ਦਾ ਪ੍ਰਕੋਪ ਰਿਹਾ तो उस समय ਦੇ ਵਿੱਚ ਕਿੰਨੇ ਲੋਕ ਇਸ ਬਿਮਾਰੀ ਦੇ ਕਾਰਨ ਜਾਂ ਵੱਖ-ਵੱਖ ਤਰੀਕਿਆਂ ਦੇ ਕਾਰਨ ਲੋਕ ਇਸ ਧਰਤੀ ਤੋਂ ਉਠਾਏ ਗਏ ਚਲੇ ਗਏ ਅਸੀਂ ਵੀ ਜਾ ਸਕਦੇ ਸੀ ਲੇਕਿਨ ਪਰਮੇਸ਼ਰ ਨੇ ਸਾਡੇ ਤੇ ਆਪਣੀ ਮਹਾਨਗੀ ਕੀਤੀ ਆ ਕਿਰਪਾ ਕੀਤੀ ਅਨੁਗ੍ਰਹਿ ਕੀਤਾ ਦਇਆ ਕੀਤੀ ਆ ਤੇ ਉਹਨੇ ਸਾਨੂੰ ਜਿਉਂਦੇ ਰੱਖਿਆ ਵਾ ਹਾਲੇਲੂਇਆ ਤੇ ਹੁਣ ਜਦੋਂ ਅਸੀਂ ਨਵੇਂ ਸਾਲ ਦੇ ਵਿੱਚ ਆ ਗਏ ਆ ਤੇ ਅਸੀਂ ਵੀ ਵੇਖਣਾ ਵਾ ਕਿ ਕਿਤੇ ਸਾਡੀਆਂ ਹੈਕਾਂ ਦੇ ਬੂਹੇ ਕੀ ਨਹੀਂ ਆ ਕਿਤੇ ਬੰਦ ਤਾਂ ਨਹੀਂ ਆ ਅਸੀਂ ਇਹ ਵੀ ਵੇਖਣਾ ਕਿ ਜੇ ਪਿਛਲੇ ਸਾਲਾਂ ਦੇ ਵਿੱਚ ਮਹੀਨਿਆਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ 2021 ਦੇ ਵਿੱਚ ਜੇ ਕੋਈ ਮੈਲ ਕਚੈਲ ਗੰਦਗੀ ਪਾਪ ਦੀ ਬਦੀਆਂ ਦੀ ਸਾਡੇ ਅੰਦਰ ਹੈਗੀ ਆ ਤੇ ਉਹ ਵੀ ਗੰਦਗੀ ਨੂੰ ਮੈਲ ਕਚੈਲ ਨੂੰ ਕੀ ਕਰ ਦੇਣਾ ਵਾ ਬਾਹਰ ਕੱਢ ਕੇ ਸੁੱਟ ਦੇਣਾ ਹਾਲੇਲੂਇਆ ਪਰ ਇੱਥੇ ਗੱਲ ਆਉਂਦੀ ਆ ਸਭ ਤੋਂ ਪਹਿਲੀ ਗੱਲ ਕਿ ਪਰਮੇਸ਼ਰ ਦੇ ਭਵਨ ਦੀ ਉਹਨੂੰ ਆਪਾਂ ਪਹਿਲਾਂ ਵੇਖਣਾ ਕਿ ਪਰਮੇਸ਼ਰ ਦਾ ਭਵਨ ਕੌਣ ਹੈ ਕੀ ਆ ਵਚਨਾਂ ਦੇ ਵਿੱਚੋਂ ਵੇਖਾਂਗੇ ਉਸ ਤੋਂ ਬਾਅਦ ਦੂਜੀ ਗੱਲ ਜਿਹੜੀ ਅਸੀਂ ਵੇਖੀ ਆ ਉਹ ਇਹ ਆਈ ਹੈ ਕਿ ਉਹਨੇ ਹਿਜਕੀਆ ਰਾਜੇ ਨੇ ਕੀ ਕੀਤਾ ਕਿ ਲੇਵੀਆਂ ਤੇ ਜਾਜਕਾਂ ਨੂੰ ਲਿਆ ਤੇ ਪੂਰਬ ਵੱਲ ਕੀ ਕੀਤਾ ਇਕੱਠਿਆਂ ਕੀਤਾ ਹਾਲੇਲੂਇਆ ਤੇ ਉਹਨਾਂ ਨੂੰ ਆਦੇਸ਼ ਦਿੱਤਾ ਕਿ ਪਹਿਲਾਂ ਸਭ ਤੋਂ ਆਪਣੇ ਆਪ ਨੂੰ ਕੀ ਕਰੋ ਪਵਿੱਤਰ ਕਰੋ ਤੋ ਇਹ ਅਲੱਗ ਪੂਰਬ ਵੱਲ ਇਕੱਠਿਆਂ ਕਰਨਾ ਕਿਹਨੂੰ ਦਰਸਾਉਂਦਾ ਇੱਥੇ ਕੀਤਾ ਵੀ ਕਿੰਨਾਂ ਨੂੰ ਆ ਲੇਵੀਆਂ ਨੂੰ ਤੇ ਜਾਜਕਾਂ ਇਹ ਲੇਵੀ ਤੇ ਜਾਜਕ ਕੌਣ ਸੀ ਇਹ ਉਸ ਸਮੇਂ ਦੇ ਪਾਸਟਰ ਸੀ ਹਾਲੇਲੂਇਆ ਜਿਹੜੇ ਪਰਮੇਸ਼ਰ ਦੇ ਭਵਨ ਪਰਮੇਸ਼ਰ ਦੀ ਹੈਕਲ ਦੇ ਵਿੱਚ ਰਹਿੰਦੇ ਸੀ ਤੇ ਉੱਥੇ ਦੀ ਸਾਰੀ ਜ਼ਿੰਮੇਵਾਰੀ ਕਿਹਨਾਂ ਦੀ ਹੁੰਦੀ ਸੀ ਜਿਸ ਤਰ੍ਹਾਂ ਅੱਜ ਇੱਕ ਚਰਚ ਦੀ ਜ਼ਿੰਮੇਵਾਰੀ ਕਿਹਦੇ ਕੋਲ ਹੁੰਦੀ ਆ ਇੱਕ ਸੇਵਕ ਦੇ ਕੋਲ ਹੁੰਦੀ ਆ ਤੇ ਦੂਜਾ ਨੰਬਰ ਇੱਕ ਐਲਡਰ ਹੁੰਦਾ ਚਰਚ ਦਾ ਹਨਾ ਜਿਹਨੂੰ ਸੈਕਟਰੀ ਵੀ ਕਹਿ ਲੈਂਦੇ ਆ ਹਾਲੇਲੂਇਆ ਤੇ ਇਸੇ ਮੁਤਾਬਕ ਇਹ ਦੋ ਪ੍ਰਕਾਰ ਦੇ ਲਿਖਿਆ ਜਾਜਕਾਂ ਤੇ ਲੇਵੀਆਂ ਨੂੰ ਉਹਨੇ ਲਿਆ ਯਾਨੀ ਕਿ ਚਰਚ ਦੇ ਪਾਸਟਰਾਂ ਨੂੰ ਤੇ ਨਾਲ ਐਲਡਰਾਂ ਨੂੰ ਲਿਆ ਤੇ ਉਹਨਾਂ ਨੂੰ ਕਿੱਥੇ ਇਕੱਠਿਆਂ ਕੀਤਾ ਜੀ ਪੂਰਬ ਵੱਲ ਇਕੱਠਿਆ ਇਹ ਪੂਰਬ ਵੱਲ ਅਲੱਗ ਕਰਕੇ ਉਹਨਾਂ ਨੂੰ ਇਕੱਠਿਆ ਕਰਨਾ ਕਿਹਨੂੰ ਦਰਸਾਉਂਦਾ ਇਹ ਉਹਨੂੰ ਦਰਸਾਉਂਦਾ ਕਿ ਆਪਣੇ ਆਪ ਨੂੰ ਦੁਨੀਆਦਾਰੀ ਤੋਂ ਕੀ ਕਰਨਾ ਹੈ ਸਮਝ ਲੱਗ ਰਹੀ ਹੈ ਨਾ ਹਾਲੇਲੂਇਆ ਹਾਲੇ ਬੋਲਾਂਗੇ ਹਾਲੇਲੂਇਆ ਹੁਣ ਇਹ ਜਾਜਕ ਤੇ ਲੇਵੀ ਅੱਜ ਦੇ ਜਾਜਕ ਤੇ ਲੇਵੀ ਕੌਣ ਨੇ ਅੱਜ ਦੇ ਜਾਜਕ ਕੌਣ ਨੇ ਬੋਲੋ ਸਾਡੇ ਅੱਗੇ ਬੈਠੇ ਸਾਰੇ ਬੋਲਣਗੇ ਅੱਜ ਦੇ ਉਹਨਾਂ ਕੋਲ ਦੱਸੋ ਅੱਜ ਦੇ ਜਾਜਕ ਕੌਣ ਨੇ ਅਸੀਂ ਸਾਰੇ ਅੱਜ ਦੇ ਜਾਜਕ ਅਸੀਂ ਸਾਰੇ ਹੀ ਆ ਲਿਖਿਆ ਨਾ ਹੁਣ ਤੁਸੀਂ ਜਾਜਕਾਂ ਦੀ ਕੀ ਜੇ ਜਾਜਕਾਂ ਦੀ ਸ਼ਾਹੀ ਮੰਡਲੀ ਜੇ ਹਾਲੇਲੂਇਆ ਤੁਸੀਂ ਸੋਚਦੇ ਨੇ ਕੱਲੇ ਪਾਸਟਰ ਹੀ ਆ ਤਾਂ ਪਾਸਟਰ ਨਹੀਂ ਆ ਕੱਲੇ ਤੁਸੀਂ ਵੀ ਪਰਮੇਸ਼ਰ ਦੇ ਕੀ ਜੇ ਜਾਜਕ ਜੇ ਚੁਣਿਆ ਹੋਇਆ ਵੰਸ਼ ਤੇ ਜਾਜਕਾਂ ਦੀ ਕੀ ਜੇ ਜਾਜਕਾਂ ਦੀ ਸ਼ਾਹੀ ਮੰਡਲੀ ਜੇ ਹਾਲੇਲੂਇਆ ਅੱਜ ਤੁਹਾਡੇ ਲਈ ਵੀ ਇਹ ਵਚਨ ਹੈ ਕੀ ਵਚਨ ਆ ਸਭ ਤੋਂ ਪਹਿਲਾਂ ਵਚਨ ਇਹ ਆ ਕਿ ਆਪਣੇ ਆਪ ਨੂੰ ਕੀ ਕਰੋ ਪੂਰਬ ਵਾਲਾ ਹੀ ਕਰਨਾ ਅਲੱਗ ਕਰਨਾ ਇਹਦਾ ਮਤਲਬ ਇੱਥੇ ਪੜ੍ਹਦੇ ਸਮੇਂ ਸਾਨੂੰ ਪਤਾ ਲੱਗ ਰਿਹਾ ਕਿ ਇਹ ਜਿਹੜੇ ਜਾਜਕ ਤੇ ਲੇਵੀ ਲੋਕ ਨੇ ਨਾ ਇਹ ਲੋਕ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਰੁੱਝੇ ਹੋਏ ਸੀ ਇਹਨਾਂ ਨੂੰ ਪਰਮੇਸ਼ਰ ਦੀ ਹੈਕਲ ਦਾ ਕੋਈ ਵੀ ਕੀ ਨਹੀਂ ਸੀ ਪਤਾ ਸੀ ਲੇਕਿਨ ਫਿਕਰ ਕੋਈ ਨਹੀਂ ਸੀ ਹਾਲੇਲੂਇਆ ਇਸ ਕਰਕੇ ਪਰਮੇਸ਼ਰ ਦੀ ਹੈਕਲ ਦਾ ਆਪਣਾ ਕੰਮ ਕਰਨਾ ਛੱਡ ਕੇ ਤੇ ਦੁਨੀਆ ਦੇ ਕੰਮ 'ਚ ਕੀ ਆ ਇਸ ਕਰਕੇ ਅੱਜ ਵੀ ਲੋਕ ਪਰਮੇਸ਼ਰ ਦੇ ਭਵਨ ਨੂੰ ਪਰਮੇਸ਼ਰ ਦੀ ਹੈਕਲ ਛੱਡ ਕੇ ਤੇ ਦੁਨੀਆ ਦੇ ਕੰਮਾਂ 'ਚ ਕੀ ਆ
ਦੁਨੀਆ ਦੇ ਰੀਤੀ ਰਿਵਾਜਾਂ 'ਚ ਰੁੱਝੇ ਆ ਤੇ ਪਰਮੇਸ਼ਰ ਦੀਆਂ ਹੈਗਲਾਂ, ਪਰਮੇਸ਼ਰ ਦੀ ਕਲੀਸਿਆ ਨੇ ਦੁਨੀਆਦਾਰੀ ਦੀਆਂ ਗੱਲਾਂ 'ਚ ਕੀ ਕੀਤਾ? ਰੁਝਾਇਆ ਹੋਇਆ। ਹਾਲੇਲੂਇਆ, ਹਾਲੇਲੂਇਆ। ਇਹ ਨਵੇਂ ਸਾਲ ਦੇ ਹੀ ਹੁਣ ਜਿਹੜੇ ਜਾਜਕ ਆ, ਲੇਵੀ ਜਿਹੜੇ ਸਮਝਦੇ ਆ ਕਿ ਅਸੀਂ ਪਰਮੇਸ਼ਰ ਦੇ ਜਾਜਕ ਆ, ਚੁਣਿਆ ਹੋਇਆ ਵੰਸ਼ ਆ, ਤੇ ਪਰ ਜਾਜਕਾਂ ਦੀ ਸ਼ਾਹੀ ਕੀ ਆ ਬਈ? ਸ਼ਾਹੀ ਮੰਡਲੀਆਂ। ਤੇ ਉਹਨਾਂ ਨੇ ਇਹਨਾਂ ਦਿਨਾਂ 'ਚ ਫਿਰ ਆਪਣੇ ਆਪ ਨੂੰ ਦੁਨੀਆਦਾਰੀ ਤੋਂ ਤੇ ਦੁਨੀਆਦਾਰੀ ਦੇ ਸਾਰਿਆਂ ਰੀਤੀ ਰਿਵਾਜਾਂ ਤੋਂ ਕੀ ਕਰਨਾ? ਅਲੱਗ ਕਰਨਾ। ਹਾਲੇਲੂਇਆ, ਸਮਝ ਬੋਲਾਂਗੇ ਹਾਲੇਲੂਇਆ, ਹਾਲੇਲੂਇਆ। ਇੱਥੇ ਲਿਖਿਆ ਉਹ ਜਾਜਕਾਂ ਔਰ ਲੇਵੀਆਂ ਨੂੰ ਲੈ ਆਇਆ ਅਤੇ ਉਹਨਾਂ ਨੂੰ ਪੂਰਬ ਵੱਲ ਮੈਦਾਨ ਵਿੱਚ ਇਕੱਠਿਆ ਕੀਤਾ ਅਤੇ ਉਹਨਾਂ ਨੂੰ ਆਖਿਆ, ਹੇ ਲੇਵੀਓ ਮੇਰੀ ਸੁਣੋ, ਹੁਣ ਤੁਸੀਂ ਆਪਣੇ ਆਪ ਨੂੰ ਕੀ ਕਰ ਲਓ? ਹੁਣ ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ। ਤਾਂ ਪੂਰਬ ਵੱਲ ਇਕੱਠੇ ਕਰਨ ਦਾ ਮਤਲਬ ਕੀ ਹੈ? ਸਾਈਡ ਤੇ ਕਰਨ ਦਾ ਮਤਲਬ ਦੁਨੀਆਦਾਰੀ ਨਾਲੋਂ ਕੀ ਹੋ ਜਾਣਾ? ਅਲੱਗ ਹੋ ਜਾਣਾ। ਤਾਂ ਅੱਜ ਦੇ ਪਾਸਟਰਾਂ ਨੂੰ, ਅੱਜ ਦੇ ਜਾਜਕਾਂ ਨੂੰ ਵੇਖੀਏ ਤੇ ਕੀ ਉਹ ਦੁਨੀਆਦਾਰੀ ਨਾਲੋਂ ਅਲੱਗ ਹੋਏ? ਬੋਲੋ। ਜੇ ਉਹ ਦੁਨੀਆਦਾਰੀ ਦੇ ਰੀਤੀ ਰਿਵਾਜ ਮਨਾ ਰਹੇ ਆ, ਜੇ ਤੇ ਉਹ ਦੁਨੀਆਦਾਰੀ ਦੇ ਨਾਲ ਚੱਲ ਰਹੇ ਆ, ਜਿਵੇਂ ਦੁਨੀਆ ਕਰਦੀ ਉਵੇਂ ਚੱਲ ਰਹੇ ਆ, ਦੁਨੀਆ ਦੇ ਫੈਸ਼ਨ ਦੇ ਨਾਲ, ਦੁਨੀਆ ਦੇ ਤੌਰ ਤਰੀਕੇ ਦੇ ਨਾਲ ਚੱਲ ਰਹੇ ਆ, ਤੇ ਫਿਰ ਇਹਦਾ ਮਤਲਬ ਉਹ ਕੀ ਨਹੀਂ ਹੋਏ? ਅਲੱਗ ਨਹੀਂ ਹੋਏ। ਹਾਲੇਲੂਇਆ। ਇਸ ਕਰਕੇ ਅੱਜ ਤੁਹਾਡੇ ਵਿੱਚੋਂ ਵੀ ਜਿੰਨੇ ਸੰਸਾਰ ਦੇ ਨਾਲ ਚੱਲ ਰਹੇ ਆ, ਸੰਸਾਰ ਦੇ ਰੀਤੀ ਰਿਵਾਜਾਂ ਦੇ ਨਾਲ ਚੱਲ ਰਹੇ ਆ, ਤੇ ਅੱਜ ਤੁਹਾਨੂੰ ਵੀ ਅਲੱਗ ਹੋਣ ਦੀ ਕੀ ਆ? ਅੱਜ ਪ੍ਰਭੂ ਦਾ ਵਚਨ ਕਹਿੰਦੇ ਆਪਣੇ ਆਪ ਨੂੰ ਅਲੱਗ ਕਰਕੇ। ਤੇ ਅਲੱਗ ਕਿਉਂ ਕਰਨਾ? ਪਵਿੱਤਰ ਹੋਣਾ। ਸਭ ਤੋਂ ਪਹਿਲਾਂ ਕੀ ਹੋਣਾ? ਪਵਿੱਤਰ ਹੋਣਾ। ਹਾਲੇਲੂਇਆ, ਹਾਲੇਲੂਇਆ। ਪਵਿੱਤਰ ਕਿੱਦਾਂ ਹੋਵਾਂਗੇ? ਬਾਣੀ 'ਚ ਲਿਖਿਆ ਤੇਰਾ ਵਚਨ ਹੀ ਸਾਨੂੰ ਕੀ ਕਰਦਾ? ਤੇਰਾ ਵਚਨ ਹੀ ਸਾਨੂੰ ਪਵਿੱਤਰ ਕਰਦਾ। ਹਾਲੇਲੂਇਆ। ਤਾਂ ਅਲੱਗ ਹੋਣਾ ਵਾ, ਪਹਿਲਾ ਨੰਬਰ ਪਵਿੱਤਰ ਹੋਣਾ ਵਾ। ਤੇ ਦੂਸਰਾ ਨੰਬਰ ਕੀ ਆ ਕਿ ਪਰਮੇਸ਼ਰ ਦੇ ਪਰਮੇਸ਼ਰ ਦੇ ਭਵਨ ਨੂੰ ਵੀ ਕੀ ਕਰਨਾ? ਪਰਮੇਸ਼ਰ ਦੇ ਭਵਨ। ਹੁਣ ਪਰਮੇਸ਼ਰ ਦਾ ਭਵਨ ਕੀ ਆ? ਜਿੰਨੇ ਵੀ ਲੋਕ ਇਸ ਦੁਨੀਆ ਦੇ ਨਾਸ਼ ਹੋ ਰਹੇ ਆ, ਉਹਨਾਂ ਦੇ ਅੰਦਰ ਵੀ ਪਰਮੇਸ਼ਰ ਦੇ ਘਰ ਨੂੰ ਕੀ ਕਰਨਾ ਆ? ਬਣਾਉਣਾ। ਪਰਮੇਸ਼ਰ ਦਾ ਭਵਨ ਆ ਜਿਹਦੇ ਵਿੱਚ ਸੰਸਾਰ ਦੀ ਮੈਲ ਕਚੈਲ, ਸੰਸਾਰ ਦੇ ਰੀਤੀ ਰਿਵਾਜ ਆ, ਤੇ ਸ਼ੈਤਾਨ ਉਹਨਾਂ ਹੈਕਲਾਂ ਤੇ ਕਬਜ਼ਾ ਕਰਕੇ ਕੀ ਕੀਤਾ? ਬੈਠਾ। ਤੇ ਉਹਦੇ ਲਈ ਕੀ ਕਰਨਾ? ਆਪਾਂ ਸਭ ਤੋਂ ਪਹਿਲਾਂ ਦੁਨੀਆਦਾਰੀ ਨੂੰ, ਸੰਸਾਰ ਦੇ ਰੀਤੀ ਰਿਵਾਜਾਂ ਤੋਂ ਕੀ ਹੋਣਾ? ਅਲੱਗ ਹੋਣਾ। ਪ੍ਰਭੂ ਦੀ ਬਾਣੀ ਦੇ ਦੁਆਰਾ ਅਸੀਂ ਆਪਣੇ ਆਪ ਨੂੰ ਪਵਿੱਤਰ ਕਰਨਾ, ਤੇ ਫਿਰ ਉਹਨਾਂ ਨੂੰ ਵੀ ਪਵਿੱਤਰ ਕਰਨ ਦਾ ਕੰਮ ਕੀ ਕਰਨਾ ਵਾ? ਸ਼ੁਰੂ ਕਰਨਾ। ਤੇ ਸਾਰੀ ਮੈਲ ਕਚੈਲ ਨੂੰ ਇਹਨਾਂ ਦਿਨਾਂ ਦੇ ਵਿੱਚ ਕੀ ਕਰਨਾ? ਬਾਹਰ ਕੱਢਣਾ। ਹਾਲੇਲੂਇਆ, ਹਾਲੇਲੂਇਆ। ਸਾਨੂੰ ਬੋਲਾਂਗੇ ਹਾਲੇਲੂਇਆ, ਹਾਲੇਲੂਇਆ। ਹਾਂ, ਇਹਦੇ ਲਈ ਪੜਾਂਗੇ, ਸਿੱਖਣ ਦੇ ਲਈ ਹੋਰ ਇਸੇ ਦੀ 15 ਤੇ 16 ਪੜੋ। ਹਾਂਜੀ, ਇਸੇ ਦੀ ਹਾਂ ਪੜੋ। ਉਹਨਾਂ ਨੇ ਆਪਣੇ ਭਰਾਵਾਂ ਨੂੰ ਲੇਵੀਆਂ ਤੇ ਜਾਜਕਾਂ ਨੇ ਆਪਣੇ ਭਰਾਵਾਂ ਨੂੰ, ਯਾਨੀ ਕਿ ਆਪਣੇ ਨਾਲ ਦੇ ਲੇਵੀਆਂ ਤੇ ਜਾਜਕਾਂ ਨੂੰ, ਹਾਂਜੀ, ਇਕੱਠਾ ਕਰਕੇ ਆਪਣੇ ਆਪ ਨੂੰ ਪਵਿੱਤਰ ਕੀਤਾ। ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਆਪਣੇ ਵੀ ਨਾਲ ਦੇ ਕੀ ਲਏ? ਭਰਾ। ਉਹ ਚਾਹੁੰਦੇ ਤੇ ਅਸੀਂ ਇਕੱਲੇ ਇਕੱਠੇ ਹੋ ਜਾਈਏ, ਵੱਖਰੇ ਹੋ ਜਾਈਏ, ਤੇ ਇਕੱਲੇ ਕੀ ਹੋ ਜਾਈਏ? ਪਵਿੱਤਰ ਹੋ ਜਾਈਏ। ਇਕੱਲੇ ਨਹੀਂ ਹੋਏ। ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਨਾਲ ਦਿਆਂ ਲੇਵੀਆਂ ਤੇ ਜਾਜਕਾਂ ਨੂੰ ਕੀ ਕੀਤਾ? ਹਾਲੇਲੂਇਆ। ਅਸੀਂ ਵੀ ਆਪਣੇ ਨਾਲਦਿਆਂ ਨੂੰ ਜੋ ਪ੍ਰਭੂ ਦੇ ਨਾਲ ਚੱਲਣ ਦੀ ਚਾਹਤ ਰੱਖਦੇ ਨੇ, ਉਹ ਜ਼ਰੂਰੀ ਨਹੀਂ ਕਿ ਇਸ ਚਰਚ ਦੇ ਹੀ ਆ, ਉਹ ਕਿਸੇ ਵੀ ਚਰਚ ਦੇ ਹੋ ਸਕਦੇ ਆ। ਜੋ ਉਹ ਚਾਹਤ ਰੱਖਦੇ ਆ, ਉਹਨਾਂ ਨੂੰ ਕੀ ਕਰਨਾ ਵਾ? ਇਕੱਠਿਆਂ ਕਰਨਾ। ਤੇ ਉਹਨਾਂ ਨੂੰ ਕਹਿਣਾ ਵਾ ਕਿ ਅਸੀਂ ਇਸ ਸੰਸਾਰ ਨਾਲੋਂ ਕੀ ਹੋਣਾ ਵਾ? ਅਲੱਗ ਹੋਣਾ ਵਾ। ਤੇ ਆਪਣੇ ਆਪ ਨੂੰ ਸੰਸਾਰ ਨਾਲੋਂ ਅਲੱਗ ਰੱਖਦੇ ਹੋਏ ਆਪਣੇ ਆਪ ਨੂੰ ਕੀ ਕਰਨਾ ਵਾ? ਪਵਿੱਤਰ ਕਰਨਾ। ਹਾਲੇਲੂਇਆ। ਅੱਗੇ ਬਾਣੀ ਦੇ ਵਿੱਚ ਲਿਖਿਆ, ਜਦੋਂ ਅਸੀਂ ਪੜ੍ਹਦੇ ਹਾਂ ਦੂਸਰਾ ਕਰੰਥੀਆਂ 6:17 ਦੇ ਵਿੱਚ ਲਿਖਿਆ, ਉਹਨਾਂ ਵਿੱਚੋਂ ਨਿਕਲ ਆਓ ਤੇ ਆਪਣੇ ਆਪ ਨੂੰ ਕੀ ਕਰੋ? ਅੱਡ ਕਰੋ, ਤੇ ਮੈਂ ਤੁਹਾਨੂੰ ਕੀ ਕਰ ਲਵਾਂਗਾ? ਕਬੂਲ ਕਰ ਲਵਾਂਗਾ। ਹਾਲੇਲੂਇਆ। ਕਿਹਨਾਂ ਵਿੱਚੋਂ ਨਿਕਲ ਆਓ? ਲਿਖਿਆ ਸੰਸਾਰ ਵਿੱਚੋਂ ਨਿਕਲ ਆਓ, ਤੇ ਸੰਸਾਰ ਦੇ ਲੋਕਾਂ ਵਿੱਚੋਂ ਨਿਕਲ ਕੇ ਤੇ ਆਪਣੇ ਆਪ ਨੂੰ ਕੀ ਕਰੋ? ਅੱਡ ਕਰੋ। ਤੇ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਕੀ ਕਰਾਂਗਾ? ਕਬੂਲ ਕਰ ਲਵਾਂਗਾ। ਹਾਲੇਲੂਇਆ। ਹਾਂ, ਦੁਬਾਰਾ ਪੜ੍ਹੋ ਇਸੇ ਨੂੰ। ਉਹਨਾਂ ਨੇ ਆਪਣੇ ਭਰਾਵਾਂ ਨੂੰ ਇਕੱਠਾ ਕਰਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਤੇ ਆਪਣੇ ਆਪ ਨੂੰ ਪਵਿੱਤਰ ਕੀਤਾ ਤੇ ਪਾਤਸ਼ਾਹ ਦੇ ਹੁਕਮ ਨਾਲ, ਜਿਹੜਾ ਯਹੋਵਾ ਦੇ ਵਾਕ ਅਨੁਸਾਰ ਸੀ, ਯਹੋਵਾ ਦੇ ਭਵਨ ਨੂੰ ਸਾਫ਼ ਕਰਨ ਲਈ ਅੰਦਰ ਗਏ। ਹਾਲੇਲੂਇਆ। ਹੁਣ ਇੱਥੇ ਕੀ ਲਿਖਿਆ? ਇੱਥੇ ਲਿਖਿਆ ਕਿ ਉਹਨਾਂ ਨੇ ਆਪਣੇ ਆਪ ਨੂੰ ਅਲੱਗ ਕਰਕੇ ਤੇ ਕੀ ਕੀਤਾ? ਬੋਲੋ ਜੀ। ਆਪਣੇ ਆਪ ਨੂੰ ਇਕੱਠਾ ਕਰਕੇ, ਅਲੱਗ ਕਰਕੇ ਕੀ ਕੀਤਾ? ਪਵਿੱਤਰ ਕੀਤਾ। ਔਰ ਦੂਸਰਾ ਨੰਬਰ ਲਿਖਿਆ ਵਾ ਕਿ ਪਾਤਸ਼ਾਹ ਦੇ ਹੁਕਮ ਨਾਲ, ਜਿਹੜਾ ਯਹੋਵਾ ਦੇ ਵਾਕ ਦੇ ਕੀ ਸੀ? ਅਨੁਸਾਰ ਸੀ। ਹਾਲੇਲੂਇਆ। ਇਸੇ ਪਹਿਲੀਆਂ ਆਇਤਾਂ ਪੜ੍ਹਦੇ ਸਮੇਂ, ਮਿਹਰਬਾਨੀ ਕਰਕੇ ਬੰਦ ਕਰ ਦਿਓ। ਪਹਿਲੀਆਂ ਆਇਤਾਂ ਪੜ੍ਹਦੇ ਸਮੇਂ ਸਾਨੂੰ ਇਹ ਲੱਗ ਰਿਹਾ ਕਿ ਪਾਤਸ਼ਾਹ ਹੁਕਮ ਕਰ ਰਿਹਾ, ਲੇਕਿਨ ਇੱਥੇ ਆਇਤ ਦੇ ਵਿੱਚ ਕੀ ਲਿਖਿਆ ਕਿ ਜਿਹੜਾ ਹੁਕਮ ਪਾਤਸ਼ਾਹ ਦੇ ਰਿਹਾ ਵਾ, ਉਹ ਅਸਲ 'ਚ ਪਾਤਸ਼ਾਹ ਵੱਲੋਂ ਨਹੀਂ ਸੀ, ਉਹ ਕਿਹਦੇ ਅਨੁਸਾਰ ਸੀ? ਉਹ ਯਹੋਵਾ ਦੇ ਅਨੁਸਾਰ ਸੀ। ਹਾਲੇਲੂਇਆ। ਅੱਜ ਵੀ ਹਰ ਇੱਕ ਸੇਵਕ ਨੂੰ, ਹਰ ਇੱਕ ਪਾਸਟਰ ਨੂੰ ਜਾਂਚਣ ਦੀ ਲੋੜ ਆ
ਕਿ ਉਹ ਪਰਮੇਸ਼ਰ ਦੀਆਂ ਹੈਕਲਾਂ ਨੂੰ ਪਵਿੱਤਰ ਤੇ ਜਾਂ ਸਾਫ਼ ਕਰਨ ਦਾ ਜਿਹੜਾ ਕੰਮ ਕਰ ਰਿਹਾ ਕਿ ਉਹ ਪਰਮੇਸ਼ਰ ਵੱਲੋਂ ਹੈ ਵੀ ਆ ਕਿ ਜਾਂ ਨਹੀਂ ਵੀ ਹੈ। ਜੇ ਤੇ ਪਰਮੇਸ਼ਰ ਵੱਲੋਂ ਵਾ ਤੇ ਫਿਰ ਸੱਚਮੁੱਚ ਪਰਮੇਸ਼ਰ ਦਾ ਭਵਨ ਤੇ ਪਰਮੇਸ਼ਰ ਦੀਆਂ ਹੈਕਲਾਂ ਕੀ ਹੋਣਗੀਆਂ? ਸਾਫ਼ ਹੋਣਗੀਆਂ, ਪਵਿੱਤਰ ਹੋਣਗੀਆਂ। ਤੇ ਜੇ ਪਰਮੇਸ਼ਰ ਵੱਲੋਂ ਨਹੀਂ ਆ ਫਿਰ ਸਾਫ਼ ਕਰਨ ਦੀ ਬਜਾਏ ਹੋਰ ਉਹਨਾਂ ਵਿੱਚ ਦੁਨੀਆਦਾਰੀ ਦੇ ਰੀਤੀ ਰਿਵਾਜਾਂ ਦੀ ਤੇ ਦੁਨੀਆਦਾਰੀ ਦੀਆਂ ਚੀਜ਼ਾਂ ਦੀ ਕੀ ਪੈਂਦੀ ਜਾਵੇਗੀ? ਗੰਦਗੀ, ਮੈਲ ਕਚਾਲ ਹੋਰ ਚੜਦੀ ਜਾਵੇਗੀ। ਸਮਝ ਲੱਗ ਰਹੀ ਨਾ? ਇਸ ਕਰਕੇ ਉਹਨਾਂ ਸੇਵਕਾਂ ਨੂੰ ਪਰਖਣ ਦੀ ਕੀ ਆ ਜ਼ਰੂਰਤ ਆ। ਅੱਗੇ ਜਾ ਕੇ ਪੜਾਂਗੇ ਸਾਰੀਆਂ ਗੱਲਾਂ। ਹਾਲੇਲੂਇਆ। ਔਰ ਇੱਥੇ ਲਿਖਿਆ ਕਿ ਉਹਨਾਂ ਯਹੋਵਾ ਦੇ ਵਾਕ ਅਨੁਸਾਰ ਸੀ ਯਹੋਵਾ ਦੇ ਭਵਨ ਨੂੰ ਸਾਫ਼ ਕਰਨ ਲਈ ਕੀ ਗਏ। ਇੱਥੇ ਵੀ ਕਿਹਦਾ ਜ਼ਿਕਰ ਆ? ਯਹੋਵਾ ਦੇ ਭਵਨ ਦਾ ਜ਼ਿਕਰ ਆ। ਤੇ ਹੁਣ ਕਈ ਲੋਕ ਇਹ ਨਾ ਸਮਝ ਲੈਣ ਕਿ ਯਹੋਵਾ ਦਾ ਭਵਨ ਸ਼ਾਇਦ ਉਹ ਚਰਚ ਬਿਲਡਿੰਗ ਨੂੰ ਕਹਿੰਦੇ ਆ, ਬਿਲਡਿੰਗ ਨੂੰ ਨਹੀਂ ਆ। ਇਸ ਕਰਕੇ ਉਹਦੇ ਲਈ ਅਸੀਂ ਪੜਾਂਗੇ ਖੁਦਾ ਦੀ ਬਾਣੀ ਦੇ ਵਿੱਚੋਂ ਪਹਿਲਾ ਕਰੰਥੀਆਂ 3 ਬਾਬ ਉਹਦੀ 9 ਆਇਤ ਪੜ੍ਹ ਦਿਓ। ਪਹਿਲਾ ਕਰੰਥੀਆਂ 3 ਬਾਬ ਉਹਦੀ 9 ਆਇਤ। ਅਸੀਂ ਵੇਖਾਂਗੇ ਕਿ ਇਹ ਭਵਨ ਕੀ ਆ ਜਿਹਨੂੰ ਇਹਨਾਂ ਦਿਨਾਂ ਦੇ ਵਿੱਚ ਕੀ ਹੋਣਾ ਵਾ? ਸਾਫ਼ ਹੋਣਾ ਵਾ। ਤੇ ਉਹ ਮੈਲ ਕਚੈਲ ਨੂੰ ਸਾਰੀ ਨੂੰ ਕੀ ਕਰਨਾ ਹੈ? ਬਾਹਰ ਕੱਢਣਾ ਆ। ਬੋਲਾਂਗੇ ਹਾਲੇਲੂਇਆ। ਹਾਂਜੀ ਪੜੋ ਜੀ। ਕਿਉਂ ਜੋ ਅਸੀਂ ਕੰਮ ਕਰਨ ਵਿੱਚ ਪਰਮੇਸ਼ਰ ਦੇ ਸਾਂਝੀ ਹਾਂ। ਕਿਉਂ ਜੋ ਅਸੀਂ ਕੰਮ ਕਰਨ ਵਿੱਚ ਪਰਮੇਸ਼ਰ ਦੇ ਕੀ ਆ ਬਈ? ਸਾਂਝੀ ਹਾਂ। ਹਾਂਜੀ। ਤੁਸੀਂ ਪਰਮੇਸ਼ਰ ਦੀ ਖੇਤੀ ਔਰ ਪਰਮੇਸ਼ਰ ਦਾ ਭਵਨ ਹੋ। ਇੱਥੇ ਕੀ ਲਿਖਿਆ? ਤੁਸੀਂ ਪਰਮੇਸ਼ਰ ਦੀ ਖੇਤੀ ਤੇ ਕੀ ਜੇ? ਭਵਨ ਜੇ। ਹਾਂ, ਸਾਨੂੰ ਸਾਰਿਆਂ ਨੂੰ ਕਿਹਾ ਗਿਆ। ਇਹ ਚਰਚ ਬਿਲਡਿੰਗ ਨੂੰ ਇਹਨੂੰ ਨਹੀਂ ਕਿਹਾ ਗਿਆ ਜਿਹੜੀ ਚਰਚ ਬਿਲਡਿੰਗ ਹੁੰਦੀ ਆ ਉਹਨੂੰ ਨਹੀਂ ਕਿਹਾ ਗਿਆ। ਤੇ ਅੱਜ ਦੇ ਪਾਸਟਰ ਕੀ ਕਰ ਰਹੇ ਆ? ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਹਾਂ, ਇੱਕ ਭਾਈ ਮੈਨੂੰ ਮਿਲਿਆ ਤੇ ਉਹ ਮੈਨੂੰ ਲੱਗਾ ਅਸੀਂ ਤੇ ਇਹਦਾ ਅਰਥ ਹੋਰ ਕੁਝ ਸਿੱਖਿਆ ਸੀ। ਮੈਂ ਉਹ ਅਰਥ ਕੀ ਆ? ਉਹ ਕਹਿੰਦਾ ਪਾਠ ਸਾਡਾ ਕਹਿੰਦਾ ਪਰਮੇਸ਼ਰ ਦਾ ਭਵਨ ਜਿਹੜਾ ਵਾ ਨਾ ਉਹਦੀ ਕੀ ਕਰਾਉਣ ਵਾਲੀ ਹੋਈ ਮੁਰੰਮਤ। ਤੇ ਉਹਦੇ ਲਈ ਸਾਨੂੰ ਕੀ ਲਿਆ ਕੇ ਦਿਓ? ਗਰਾਈ ਲਿਆ ਕੇ ਦਿਓ ਤਾਂ ਕਿ ਇਹਦੀ ਕੀ ਕਰ ਸਕੀਏ? ਇਹਦੀ ਮੁਰੰਮਤ, ਚਰਚ ਬਿਲਡਿੰਗਾਂ ਦੀ ਮੁਰੰਮਤ ਕਰਦੇ ਦਿਓ। ਤੇ ਜਿਹੜਾ ਅਸਲੀ ਪਰਮੇਸ਼ਰ ਦਾ ਭਵਨ ਤੁਸੀਂ ਆ ਉਹ ਭਾਵੇਂ ਦੀ ਮੁਰੰਮਤ ਹੋਵੇ ਤੇ ਭਾਵੇਂ ਉਹਦਾ ਮਿਲ ਜਾਵੇ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਅਸਲੀ ਲਾੜਾ ਜਿਹਦੇ ਅਸੀਂ ਭਵਨ ਆ ਉਹ ਇਸ ਦੁਨੀਆ ਤੇ ਜਲਦ ਆਪਣੇ ਲੋਕਾਂ ਨੂੰ ਲੈਣ ਵਾਸਤੇ ਆਉਣ ਰਿਹਾ। ਤੇ ਉਹਦੇ ਆਉਣ ਤੱਕ ਚਰਚ ਬਿਲਡਿੰਗਾਂ ਦੀ ਤਿਆਰੀ ਦੀ ਜ਼ਰੂਰਤ ਨਹੀਂ ਆ। ਉਹਦੇ ਲਈ ਤੁਹਾਡੀ ਤਿਆਰੀ ਦੀ ਕੀ ਆ ਜ਼ਰੂਰਤ? ਤੁਸੀਂ ਪਰਮੇਸ਼ਰ ਦਾ ਕੀ ਜੇ? ਇਸ ਕਰਕੇ ਬਾਣੀ ਚ ਲਿਖਿਆ ਤੁਸੀਂ ਪਰਮੇਸ਼ਰ ਦਾ ਭਵਨ ਜੇ ਤੇ ਪਰਮੇਸ਼ਰ ਆਪਣੇ ਆਤਮਾ ਦੁਆਰਾ ਤੁਹਾਡੇ ਅੰਦਰ ਕੀ ਕਰਦਾ ਹੈ? ਪ੍ਰਵਾਹ ਕਰਦਾ ਹੈ। ਹਾਲੇਲੂਇਆ। ਬੋਲਾਂਗੇ ਹਾਲੇਲੂਇਆ। ਹੁਣ ਪਹਿਲਾ ਸ਼ਬਦ ਇੱਥੇ ਜਿਹੜਾ ਆਇਆ ਉਹ ਲਿਖਿਆ ਕਿ ਤੁਸੀਂ ਕੰਮ ਕਰਨ ਵਿੱਚ ਸਭ ਕੀ ਜੇ? ਸਾਂਝੀ। ਦੁਬਾਰਾ ਪੜ੍ਹੋ ਸਿਆ। ਕਿਉਂ ਜੋ ਅਸੀਂ ਕੰਮ ਕਰਨ ਵਿੱਚ ਪਰਮੇਸ਼ਰ ਦੇ ਸਾਂਝੀ ਹਾਂ। ਅਸੀਂ ਕੰਮ ਕਰਨ ਵਿੱਚ ਪਰਮੇਸ਼ਰ ਦੇ ਪਿਤਾ ਦੇ ਕੀ ਆ? ਸਾਂਝੀ ਹਾਂ। ਹੁਣ ਇਹ ਜਿਹੜਾ ਕੰਮ ਆ ਉਹ ਕਿਹੜਾ ਕੰਮ ਆ? ਉਹ ਕੰਮ ਆ ਪਰਮੇਸ਼ਰ ਦੀਆਂ ਹੈਕਲਾਂ ਨੂੰ ਕੀ ਕਰਨਾ? ਬਚਾਉਣਾ, ਸਾਫ਼ ਕਰਨਾ। ਤੇ ਉਹਦੇ ਅੰਦਰੋਂ ਸਾਰੀ ਮੈਲ ਕਚਾਲ ਨੂੰ ਕੀ ਕਰਨਾ? ਬਾਹਰ ਕੱਢ ਕੇ ਲਿਆਉਣਾ ਤੇ ਉਹਨੂੰ ਪਵਿੱਤਰ ਕਰਨਾ। ਉਹਨੂੰ ਪਵਿੱਤਰ ਕਰਨ ਤੋਂ ਪਹਿਲਾਂ, ਉਹ ਮੈਲ ਕਚਾਲ ਕੱਢਣ ਤੋਂ ਪਹਿਲਾਂ ਸਾਨੂੰ ਖੁਦ ਨੂੰ ਪਵਿੱਤਰ ਹੋਣ ਦੀ ਕੀ ਆ ਜ਼ਰੂਰਤ ਆ? ਸਾਡੇ ਹੈਕਲਾਂ ਦੇ ਬੂਹਿਆਂ ਨੂੰ ਖੋਲਣ ਦੀ ਕੀ ਆ ਜ਼ਰੂਰਤ ਆ? ਹਾਲੇਲੂਇਆ। ਜਦੋਂ ਅਸੀਂ ਆਪਣੇ ਹੈਕਲਾਂ ਦੇ ਬੂਹੇ ਖੋਲ ਦਿਆਂਗੇ ਤੇ ਸਾਡੇ ਅੰਦਰ ਪ੍ਰਭੂ ਯਿਸੂ ਮਸੀਹ ਆਵੇਗਾ ਤੇ ਉਹ ਸਾਡੇ ਅੰਦਰ ਆਣ ਕੇ ਵਾਸ ਕਰੇਗਾ ਤੇ ਇਸ ਥਾਂ ਨੂੰ ਉਹ ਪਵਿੱਤਰ ਕਰੇਗਾ। ਤੇ ਉਸ ਸਮੇਂ ਅਸੀਂ ਪਵਿੱਤਰ ਬਣਦੇ ਸਮੇਂ ਉਹ ਹੈਕਲਾਂ ਨੂੰ ਵੀ ਪਵਿੱਤਰ ਕਰਨ ਦੇ ਲਈ ਪਰਮੇਸ਼ਰ ਦੇ ਕੰਮ ਦੇ ਵਿੱਚ ਸਾਂਝੀ ਬਣ ਜਾਵਾਂਗੇ। ਜਿਹੜਾ ਪਰਮੇਸ਼ਰ ਨੇ ਕੰਮ ਸਾਨੂੰ ਦਿੱਤਾ ਉਹ ਕੰਮ ਇਹ ਆ ਕਿ ਅੱਜ ਜਿਨ੍ਹਾਂ ਦੇ ਲਈ, ਸਾਰੀਆਂ ਕੌਮਾਂ ਦੇ ਲਈ, ਸਾਰੇ ਜਗਤ ਦੇ ਲਈ ਪਰਮੇਸ਼ਰ ਨੇ ਆਪਣੇ ਲਹੂ ਦੀ ਕੀਮਤ ਦਿੱਤੀ ਆ ਤੇ ਉਹ ਜਿਹੜੀਆਂ ਹੈਕਲਾਂ ਨਾਸ਼ ਹੋ ਰਹੀਆਂ ਉਹਨਾਂ ਤੱਕ ਵੀ ਪਰਮੇਸ਼ਰ ਦੀ ਇਹ ਬਾਣੀ, ਇਹ ਵਚਨ ਪਹੁੰਚੇ ਤੇ ਉਹਨਾਂ ਦੀਆਂ ਹੈਕਲਾਂ ਦੇ ਵਿੱਚ ਜਿਹੜੀ ਇਹ ਗੰਦਗੀ ਮੈਲ ਕਚੈਲ ਬੜੀ ਆ ਤੇ ਉਹਨੂੰ ਵੀ ਅਸੀਂ ਕੀ ਕਰ ਦਈਏ? ਬਾਹਰ ਕੱਢ ਦਈਏ। ਹਾਲੇਲੂਇਆ। ਉਹ ਲਿਖਿਆ ਅਸੀਂ ਪਰਮੇਸ਼ਰ ਦੇ ਕੰਮ ਕਰਨ ਵਿੱਚ ਕੀ ਆ? ਸਾਂਝੀ। ਕੰਮ ਕੀ ਆ ਉਹ? ਪਰਮੇਸ਼ਰ ਦੀਆਂ ਹੈਕਲਾਂ ਦੀ ਕੀ ਕਰਨੀ ਆ? ਸਫਾਈ ਕਰਨੀ। ਉਹ ਕਿਹੜੀਆਂ ਹੈਕਲਾਂ? ਅੱਜ ਵੀ ਸਾਡੇ ਪਿੰਡ ਦੇ ਵਿੱਚ, ਸਾਡੇ ਲਾਗੇ ਚਾਗੇ, ਸਾਡੇ ਰਿਸ਼ਤੇਦਾਰਾਂ ਦੇ, ਸਾਡੇ ਕੰਮਕਾਰ ਤੇ ਜਾਂਦੇ ਵਕਤ ਬਹੁਤ ਪਰਮੇਸ਼ਰ ਦੀਆਂ ਹੈਕਲਾਂ ਸਾਨੂੰ ਦਿਖਦੀਆਂ ਜਿਹੜੀਆਂ ਉਹ ਇਹ ਮੈਲ ਦੇ ਨਾਲ, ਗੰਦਗੀ ਦੇ ਨਾਲ ਵਿਰਾਨ ਪਈਆਂ ਵਾ, ਨਾਸ਼ ਹੋ ਰਹੀਆਂ। ਉਹਨਾਂ ਦੇ ਵਿੱਚ ਸ਼ੈਤਾਨ, ਇਹ ਸ਼ੈਤਾਨ ਦੀਆਂ ਰੂਹਾਂ ਉਹਨਾਂ ਵਿੱਚ ਕੀ ਕਬਜ਼ਾ ਕਰਕੇ ਕੀਤੀਆਂ ਨੇ, ਬੈਠੀਆਂ ਨੇ। ਹਾਲੇਲੂਇਆ। ਸਾਡੇ ਸਾਰਿਆਂ ਨੂੰ ਪਰਮੇਸ਼ਰ ਨੇ ਇੱਕ ਕੰਮ ਦਿੱਤਾ ਕਿ ਜਿਸ ਤਰ੍ਹਾਂ ਤੁਹਾਡੇ ਅੰਦਰ ਦੀ ਹੈਕਲ ਸਾਫ਼ ਹੋਈ ਆ, ਜਿਸ ਤਰ੍ਹਾਂ ਤੁਸੀਂ ਪਵਿੱਤਰ ਦਿਨ ਪ੍ਰਤੀ ਦਿਨ ਪਵਿੱਤਰ ਬਣਦੇ ਜਾ ਰਹੇ ਜੇ, ਉਸੇ ਪ੍ਰਕਾਰ ਉਹ ਵੀ ਲੋਕ ਕੀ ਬਣਨੇ ਚਾਹੀਦੇ ਆ? ਇਹ ਪਰਮੇਸ਼ਰ ਨੇ ਸਾਨੂੰ ਇੱਕ ਕੀ ਦਿੱਤਾ? ਕੰਮ ਦਿੱਤਾ ਹੈ। ਇੱਕ ਜਿਸ ਕਰਕੇ ਲਿਖਿਆ ਉਹ ਕੰਮ ਅਸੀਂ ਸੋਚਦੇ ਆ ਕਿ ਸਿਰਫ ਉਹ ਖਰੇ ਕਰੇ ਪਾਸਟਰ ਦਾ ਕੰਮ ਆ। ਅਸੀਂ ਕੀ ਸੋਚਦੇ ਆ ਕਿ ਉਹ ਸਿਰਫ ਕਿਹਨਾਂ ਦਾ ਕੰਮ ਆ? ਪਾਸਟਰਾਂ ਦਾ ਇਕੱਲਿਆਂ ਦਾ ਕੰਮ ਨਹੀਂ ਆ। ਉਹ ਤੁਹਾਡਾ ਵੀ ਕੰਮ ਹੈ। ਜਦੋਂ ਤੁਹਾਨੂੰ ਕਿਤੇ ਮੌਕਾ ਮਿਲੇ ਤੁਸੀਂ ਵੀ ਗਵਾਹੀ ਦੇ ਸਕਦੇ ਆ, ਤੁਸੀਂ ਵੀ ਵਚਨ ਦੱਸ ਸਕਦੇ ਆ ਕਿ ਤੁਹਾਡੀਆਂ ਹੈਕਲਾਂ ਦੇ ਵਿੱਚ ਕੀ ਆ ਬਈ? ਇਹ ਮੈਲ ਕਚੈਲ ਆ, ਇਹ ਮੈਲ ਕਚੈਲ ਨੇ ਕੀ ਕਰਨਾ?
ਬਾਹਰ ਕੱਢਣਾ। ਹਾਲੇਲੂਇਆ। ਉਹ ਲਿਖਿਆ ਅਸੀਂ ਸਭ ਪਰਮੇਸ਼ਰ ਦੇ ਕੰਮ ਕਰਨ ਵਿੱਚ ਕੀ ਆ? ਸਾਂਝੀ ਆ। ਹਾਂਜੀ ਅੱਗੇ ਵਧੋ। ਤੁਸੀਂ ਪਰਮੇਸ਼ਰ ਦੀ ਖੇਤੀ ਤੇ ਤੁਸੀਂ ਪਰਮੇਸ਼ਰ ਦੀ ਖੇਤੀ ਔਰ ਪਰਮੇਸ਼ਰ ਦਾ ਭਵਨ ਹੋ। ਤੁਸੀਂ ਪਰਮੇਸ਼ਰ ਦੀ ਖੇਤੀ ਤੇ ਪਰਮੇਸ਼ਰ ਦਾ ਕੀ ਹੈ? ਹਾਂ, ਇਹ ਬਿਲਡਿੰਗਾਂ ਵਾਸਤੇ ਨਹੀਂ ਕਿਹਾ, ਸਾਨੂੰ ਕਿਹਾ ਗਿਆ ਕਿ ਤੁਸੀਂ ਖੇਤੀ ਹੈ। ਇਸ ਭਵਨ ਦੀ ਮੈਲ ਕਚੈਲ ਨੂੰ ਕੀ ਕਰਨਾ? ਬਾਹਰ ਕੱਢਣਾ। ਇਸ ਭਵਨ ਦੇ ਦਰਵਾਜ਼ਿਆਂ ਨੂੰ ਕੀ ਕਰਨਾ? ਖੋਲਣਾ। ਜਿਨ੍ਹਾਂ ਦੇ ਬੰਦ ਉਹਨਾਂ ਨੇ ਕੀ ਕਰ ਲੈਣਾ? ਖੋਲਣਾ। ਤੇ ਜਿਨ੍ਹਾਂ ਦੇ ਖੁੱਲੇ ਹੋਏ ਆ, ਜਿਨ੍ਹਾਂ ਖੁੱਲੇ ਦਾ ਮਤਲਬ ਕਈ ਸਾਲ ਪਹਿਲਾਂ ਤੋਬਾ ਕੀਤੀ, ਬਦਦੁਸ਼ਮਾ ਲਿਆ ਤੇ ਆਪਣੇ ਦਿਲ ਦੇ ਦਰਵਾਜ਼ੇ ਨੂੰ ਤੋਬਾ ਕਰਕੇ ਕੀ ਕਰ ਦਿੱਤਾ? ਖੋਲ ਦਿੱਤਾ। ਤੇ ਹੁਣ ਵੇਖਣਾ ਇਹਨਾਂ ਦਿਨਾਂ ਦੇ ਵਿੱਚ ਕਿ ਪਿਛਲੇ ਸਾਲਾਂ ਦੇ ਵਿੱਚ ਜਾਂ 2021 ਦੇ ਵਿੱਚ ਇਸ ਹੈਕਲ ਦੇ ਵਿੱਚ ਮੈਲ ਕਚੈਲ ਨਹੀਂ ਆ। ਅਗਰ ਮੈਲ ਕਚੈਲ ਹੈ ਤੇ ਉਹਨੂੰ ਕੀ ਕਰਕੇ ਸੁੱਟਣਾ? ਬਾਹਰ ਕੱਢ ਕੇ ਸੁੱਟਣਾ। ਹਾਲੇਲੂਇਆ। ਆਜੋ ਬੋਲਾਂਗੇ ਹਾਲੇਲੂਇਆ। ਉਹ ਮੈਲ ਕਚੈਲ ਕੀ ਆ ਉਹ ਬਾਅਦ ਚ ਵੇਖਾਂਗੇ, ਲੇਕਿਨ ਅਸੀਂ ਇਸ ਵਿਸ਼ੇ ਨੂੰ ਚੰਗੀ ਤਰ੍ਹਾਂ ਵੇਖਾਂਗੇ। ਪੜਾਂਗੇ ਅਫਸੀਆਂ 2 ਬਾਬ ਉਹਦੀ 20 ਤੋਂ 22 ਤੱਕ ਪੜਾਂਗੇ। ਇੱਥੇ ਵੀ ਅਸੀਂ ਉਹਦੇ ਬਾਰੇ ਪੜ ਰਹੇ ਹਾਂ ਕਿ ਤੁਸੀਂ ਪਰਮੇਸ਼ਰ ਦਾ ਕੀ ਜੇ? ਭਵਨ ਜੇ। ਹਾਲੇਲੂਇਆ। ਪੜਾਂਗੇ। ਹਾਂਜੀ। ਅਤੇ ਰਸੂਲਾਂ ਦੇ ਨਬੀਆਂ ਦੀ ਨੀਂਹ ਉੱਤੇ ਬਣੇ ਰਹੋ। ਨਹੀਂ, ਦੁਬਾਰਾ ਪੜੋ। ਇਹੋ ਹੀ ਵੀ ਇਹੋ ਹੀ, ਪਰ ਦੁਬਾਰਾ ਪੜੋ। ਅਤੇ ਰਸੂਲਾਂ ਦੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਹੋ। ਤੁਸੀਂ ਬਣੇ ਹੋਏ ਹੋ ਜਿਹਦੇ ਖੂੰਜੇ ਦਾ ਪੱਥਰ ਆਪ ਮਸੀਹ ਯਿਸੂ ਹੈ। ਹਾਲੇਲੂਇਆ। ਇਸ ਆਇਤ ਨੂੰ ਆਪਾਂ ਸਿੱਖਦੇ ਹਾਂ। ਇੱਥੇ ਲਿਖਿਆ ਤੁਸੀਂ ਰਸੂਲਾਂ ਤੇ ਨਬੀਆਂ ਦੀ ਨੀਂਹ ਉੱਤੇ ਕੀ ਜੇ? ਇਹਦਾ ਮਤਲਬ ਕੀ ਆ? ਇਹਦਾ ਮਤਲਬ ਕੋਈ ਦੱਸ ਸਕਦਾ? ਤੁਸੀਂ ਕਿੱਥੇ ਬਣੇ ਜੇ? ਰਸੂਲਾਂ ਤੇ ਨਬੀਆਂ ਦੀ ਨੀਂਹ ਉੱਤੇ ਬਣੇ। ਹਾਲੇਲੂਇਆ। ਘਰ ਬਣਾਉਂਦੇ ਵਕਤ ਸਭ ਤੋਂ ਪਹਿਲਾਂ ਉਹਦੀਆਂ ਕੀ ਪੁੱਟੀ ਦੀਆਂ? ਨੀਹਾਂ ਪੁੱਟੀ ਦੀਆਂ। ਔਰ ਉਹ ਨੀਹਾਂ ਦੇ ਉੱਤੇ ਪੁੱਟ ਕੇ ਤੇ ਫਿਰ ਉਹ ਜਿਵੇਂ ਨੀਹਾਂ ਪੁੱਟੀ ਦੀਆਂ ਵਾ ਤੇ ਸਾਈਡਾਂ ਤੇ ਉਹਦੇ ਕੀ ਹੁੰਦੇ ਆ? ਪਿੱਲਰ ਵੀ ਹੁੰਦੇ ਆ ਨਾ। ਤੇ ਉਹ ਜਿਹੜੇ ਪਿੱਲਰ ਆ ਤੇ ਜਿਹੜੀਆਂ ਨੀਹਾਂ ਉਹਦੇ ਮੁਤਾਬਕ ਹੀ ਸਾਰੀ ਕੰਧ ਕੀ ਆ ਬਈ? ਸਾਰੀ ਕੰਧ ਹੋਣੀ ਆ ਉਹਦੇ ਮੁਤਾਬਕ ਹੀ। ਕਿਹਦੇ ਮੁਤਾਬਕ ਹੋਣੀ ਆ? ਪਿੱਲਰਾਂ ਦੇ ਮੁਤਾਬਕ ਹੋਣੀ। ਜਿਸ ਤਰ੍ਹਾਂ ਦੇ ਪਿੱਲਰ ਭਰੇ ਆ ਉਹ ਪਿੱਲਰਾਂ ਦੇ ਨਿਸ਼ਾਨੇ ਦੇ ਨਾਲ ਹੀ ਤੇ ਜਿਹੜੀਆਂ ਨੀਹਾਂ ਵਾ ਉਹ ਨੀਹਾਂ ਦੇ ਉੱਤੇ ਜਿਸ ਤਰ੍ਹਾਂ ਨੀਹਾਂ ਲਿਆਂਦੀਆਂ, ਜਿੰਨੀਆਂ ਨੀਹਾਂ ਲਿਆਂਦੀਆਂ ਪੁੱਟ ਕੇ ਉਹਦੇ ਮੁਤਾਬਕ ਕੀ ਹੁੰਦੀ ਜਾਣੀ ਆ? ਵੱਧਦੀ ਜਾਣੀ ਆ। ਤੇ ਹੁਣ ਇਹ ਜਿਹੜੇ ਨੀਂਹ ਆ ਇਹ ਕੌਣ ਆ? ਇਹ ਆ ਪ੍ਰਭੂ ਦੇ ਰਸੂਲ ਚੇਲੇ ਤੇ ਉਹਦੇ ਨਾਲ ਨਬੀਆਂ ਲਿਖਿਆ, ਠੀਕ ਆ। ਅਤੇ ਰਸੂਲਾਂ ਅਤੇ ਨਬੀਆਂ ਦੀ ਕੀ ਬਣੇ ਹੋਏ ਸੀ? ਨੀਂਹ ਤੇ ਬਣੇ ਹੋਇਆ। ਤੇ ਉਹਨਾਂ ਦਾ ਪਿੱਲਰ ਸਾਈਡ ਤੇ ਖੂੰਜੇ ਦਾ ਪੱਥਰ ਕੌਣ ਆ? ਹਾਲੇਲੂਇਆ। ਇਹ ਨੀਹਾਂ ਨੇ ਚੇਲੇ ਤੇ ਨਬੀ ਤੇ ਖੂੰਜੇ ਦਾ ਸਾਈਡ ਦਾ ਪਿੱਲਰ ਕੌਣ ਆ? ਪ੍ਰਭੂ ਯਿਸੂ ਮਸੀਹ। ਤੁਸੀਂ ਵੇਖ ਸਕਦੇ ਆ ਇਹ ਸਾਰੀ ਬਿਲਡਿੰਗ ਕਿਹਦੇ ਸਿਰ ਤੇ ਜ਼ਿਆਦਾ ਟਿਕੀ ਹੁੰਦੀ ਆ? ਪਿੱਲਰਾਂ ਦਾ ਬੜਾ ਅਹਿਮ ਰੋਲ ਹੁੰਦਾ ਆ। ਉਹ ਪਿੱਲਰ ਕਦ ਲਈ ਹੁੰਦੇ ਆ? ਇਸ ਬਿਲਡਿੰਗ ਦੀ ਮਜ਼ਬੂਤੀ ਦੇ ਲਈ ਹੁੰਦੇ ਆ। ਤੁਹਾਨੂੰ ਪਤਾ ਨਾ ਇਸ ਗੱਲ ਦਾ? ਹਾਲੇਲੂਇਆ। ਪਰ ਅੱਜ ਬੜੇ ਪਾਸਟਰ ਨੇ ਜਿਹੜੇ ਨੀਹਾਂ ਤੇ ਨਬੀਆਂ ਤੇ ਰਸੂਲਾਂ ਦੀਆਂ ਨਬੀਆਂ ਨੂੰ ਤੇ ਰਸੂਲਾਂ ਨੂੰ ਸਮਝਦੇ ਨੇ, ਪਰ ਉਹਨਾਂ ਦੇ ਮੁਤਾਬਕ ਉਸਾਰੀ ਨਹੀਂ ਕਰਦੇ। ਉਹਨਾਂ ਦੇ ਮੁਤਾਬਕ ਜਿਹੜੀ ਉਹ ਅਗਾਂਹ ਕੰਧਾਂ ਕਰਨੀਆਂ ਪ੍ਰਭੂ ਦੀ ਹੈਕਲ ਦੀਆਂ, ਉਹ ਕੰਧਾਂ ਸਹੀ ਨਹੀਂ ਕਰ ਰਹੇ। ਉਹ ਕੰਧਾਂ ਦੇ ਲਈ ਵੀ ਕੀ ਲਿਖਿਆ ਵਾ? ਪੜਾਂਗੇ ਹਿਜਕੀਏਲ ਨਬੀ ਦੀ ਕਿਤਾਬ ਉਹਦਾ 13 ਬਾਬ। ਹਿਜਕੀਏਲ ਨਬੀ ਦੀ ਕਿਤਾਬ ਉਹਦਾ 13 ਬਾਬ ਉਹਦੀ 9 ਆਇਤ ਤੋਂ ਸ਼ੁਰੂ ਕਰਾਂਗੇ। ਇਹਨਾਂ ਕੰਧਾਂ ਦੇ ਲਈ ਵੀ ਅੱਛੀ ਤਰ੍ਹਾਂ ਸਿੱਖਣ ਦੇ ਲਈ ਬਾਣੀ ਦੇ ਵਿੱਚ ਲਿਖਿਆ ਵਾ ਤੁਸੀਂ ਰਸੂਲਾਂ ਤੇ ਨਬੀਆਂ ਦੀ ਨੀਂਹ ਉੱਤੇ ਕੀ ਕੀਤੇ ਹੋਏ ਹੋ? ਬਣੇ ਹੋਇਆ। ਜਿਹਦੇ ਖੂੰਜੇ ਦਾ ਪੱਥਰ ਆਪ ਪ੍ਰਭੂ ਯਿਸੂ ਮਸੀਹ ਹੈ। ਔਰ ਖੂੰਜੇ ਦੇ ਪੱਥਰ ਦੇ ਲਈ ਲਿਖਿਆ ਬਾਣੀ ਦੇ ਉਹ ਪਰਖਿਆ ਹੋਇਆ ਪੱਥਰ ਆ। ਉਹਨੂੰ ਹਰ ਬੰਨਿਓ ਕੀ ਕੀਤਾ? ਪਰਖਦਾ ਨਾ। ਮਿਸਤਰੀ ਪਰਖਦਾ ਨਾ। ਜਦੋਂ ਪਿੱਲਰ ਕੱਢਦੇ ਉਹ ਸਾਹ ਲਾ ਕੇ ਨਹੀਂ ਕਰਦੇ ਆ, ਸਾਹ ਲਾ ਕੇ ਕਰਦੇ ਆ। ਹਾਲੇਲੂਇਆ। ਹਾਂ ਪੜਾਂਗੇ। ਹਾਂਜੀ 13 ਦੀ 9 ਤੋਂ। ਅਤੇ ਮੇਰਾ ਹੱਥ ਉਹਨਾਂ ਨਬੀਆਂ ਦੇ ਵਿਰੁੱਧ ਹੋਵੇਗਾ। ਅਤੇ ਮੇਰਾ ਹੱਥ ਉਹਨਾਂ ਨਬੀਆਂ ਦੇ ਵਿਰੁੱਧ ਹੋਵੇਗਾ ਜਿਹੜੇ ਫੋਕੇ ਦਰਸ਼ਨ ਵੇਖਦੇ ਹਨ। ਜਿਹੜੇ ਫੋਕੇ ਦਰਸ਼ਨ ਵੇਖ ਕੇ ਤੇ ਇਹ ਪਰਮੇਸ਼ਰ ਦੇ ਭਵਨ ਦੀਆਂ ਕੰਧਾਂ ਕੀ ਕਰਦੇ ਆ? ਫੋਕੇ ਦਰਸ਼ਨ ਵੇਖ ਕੇ ਇਹ ਕੰਧਾਂ ਬਣਾਈ ਜਾ ਰਹੇ ਆ। ਉਹ ਕੱਚੀਆਂ ਕੰਧਾਂ ਵਾ ਜੀ। ਅਤੇ ਝੂਠੀ ਅਗੰਮ ਬਾਣੀ ਦੱਸਦੇ ਹਨ। ਤੇ ਝੂਠੀ ਅਗੰਮ ਬਾਣੀ ਦੱਸਦੇ ਹਨ। ਨਾ ਉਹ ਮੇਰੇ ਲੋਕਾਂ ਦੇ ਜੱਥੇ ਵਿੱਚ ਮਿਲਣਗੇ। ਨਾ ਉਹ ਕਹਿੰਦਾ ਮੇਰੇ ਲੋਕਾਂ ਦੇ ਜੱਥੇ ਵਿੱਚ ਕੀ ਕਰਨਗੇ? ਮਿਲਣਗੇ। ਫਿਰ ਉਹ ਗੱਲ ਆਈ ਨਾ, ਕਹਿੰਦਾ ਇਹ ਲੋਕ ਅਲੱਗ ਨਹੀਂ ਹੋਏ, ਇਹ ਕਿਹਦੇ ਨਾਲ ਚੱਲਦੇ ਨੇ? ਦੁਨੀਆਦਾਰੀ, ਸੰਸਾਰ ਦੇ ਨਾਲ। ਤੇ ਜਿਹੜੇ ਮੇਰੇ ਲੋਕ ਆ ਇਹ ਪਾਸਟਰ ਲੋਕ ਉਹਨਾਂ ਵਿੱਚ ਕੀ ਨਹੀਂ ਕਰ ਸਕਦੇ? ਮਿਲ ਨਹੀਂ ਸਕਦੇ। ਹਾਲੇਲੂਇਆ। ਧਿਆਨ ਦਿਓ। ਹੁਣ ਇੱਧਰ ਕੁਛ ਭਾਈ ਜਾਂ ਭੈਣਾਂ ਖਿਲਾਰਦੀ ਇੱਧਰ ਆਪਾਂ 5 7 10 ਭੈਣਾਂ ਉਹ ਖਿਲਾਰ ਦਈਏ ਜਿਹੜੀਆਂ ਭੈਣਾਂ ਪ੍ਰਭੂ ਦੇ ਨਾਲ ਚੱਲਦੀਆਂ ਵਾ।
ਜਿਹੜੀਆਂ ਭੈਣਾਂ ਪ੍ਰਭੂ ਦੀ ਮਰਜ਼ੀ ਨੂੰ ਕੀ ਕਰਦੀਆਂ, ਪੂਰੀਆਂ ਕਰਦੀਆਂ, ਆਤਮਾ ਦੁਆਰਾ ਚੱਲਦੀਆਂ, ਆਤਮਾ ਦੀ ਗਵਾਹੀ ਦੁਆਰਾ ਚੱਲਦੀਆਂ, ਉਹ 10 ਭੈਣਾਂ ਇੱਥੇ ਖਿਲਾਰ ਦਈਏ। ਉਹਨਾਂ ਵਿੱਚ ਇੱਕ ਸੰਸਾਰ ਨਾਲ ਚੱਲਦੀ ਹੋਈ ਭੈਣ ਨੂੰ ਲਿਆ ਕੇ ਖਿਲਾਰ ਦਈਏ, ਤੇ ਇਹ ਸੰਸਾਰ ਵਾਲੀ ਭੈਣ ਉਹਨਾਂ 10-5 ਭੈਣਾਂ ਜਿਹੜੀਆਂ ਪ੍ਰਭੂ ਦੀ ਮਰਜ਼ੀ ਮੁਤਾਬਕ ਚੱਲਦੀਆਂ ਉਹਨਾਂ ਵਿੱਚ ਰਲੇਗੀ? ਬੋਲੋ ਜੀ, ਕਦੀ ਵੀ ਰਲੇਗੀ ਨਹੀਂ। ਇਸੇ ਮੁਤਾਬਕ ਇਹ ਸੰਸਾਰ ਨਾਲ ਚੱਲਣ ਵਾਲੇ ਪ੍ਰਭੂ ਦੇ ਆਪਣੇ ਆਪ ਨੂੰ ਜਾਜਕ ਦੱਸਣ ਵਾਲੇ ਜਾਂ ਪਾਸਟਰ ਦੱਸਣ ਵਾਲੇ, ਇਹ ਵੀ ਪ੍ਰਭੂ ਦੇ ਜਥੇ ਦੇ ਲੋਕਾਂ ਦੇ ਵਿੱਚ ਕੀ ਨਹੀਂ ਕਰਦੇ, ਰਲਦੇ। ਮੇਰੀ ਗੱਲ ਸਮਝ ਆ ਰਹੀ ਹੈ ਨਹੀਂ ਆ ਰਹੀ? ਹਾਲੇਲੂਇਆ, ਸਮਝ ਬੋਲਾਂਗੇ ਹਾਲੇਲੂਇਆ। ਇੱਧਰ 5-7-10 ਭੈਣਾਂ ਖਿਲਾਰੀਆਂ ਜਾਣ ਉਹ ਜਿਹੜੀਆਂ ਸੰਸਾਰ ਦੇ ਨਾਲ ਚੱਲਦੀਆਂ, ਤੇ ਉਹਨਾਂ ਵਿੱਚ ਇੱਕ ਇਹੋ ਜਿਹੀ ਭੈਣ ਖਿਲਾਰੀ ਜਾਵੇ ਜਿਹੜੇ ਪ੍ਰਭੂ ਦੇ ਵਚਨਾਂ ਦੁਆਰਾ ਕੀ ਕਰਦੀ ਹੈ, ਜਿਹੜੇ ਪ੍ਰਭੂ ਦੀ ਮਰਜ਼ੀ ਦੁਆਰਾ ਕੀ ਕਰਦੀ ਹੈ, ਉਹ ਉਹਨਾਂ ਭੈਣ ਸੰਸਾਰ ਦੀਆਂ ਭੈਣਾਂ ਵਿੱਚ ਨਜ਼ਰ ਆਏਗੀ। ਹੁਣ ਕਈ ਵਾਰੀ ਤੁਸੀਂ ਵੀ ਵਿਆਹਾਂ ਸ਼ਾਦੀਆਂ ਤੇ ਜਾਂਦੇ ਜੀ, ਹੁਣ ਤੁਹਾਨੂੰ ਵਚਨ ਸਿਖਾ ਰਹੇ ਜਗ੍ਹਾ ਤੇ ਲਗਾਤਾਰ ਬੈਠ ਕੇ, ਔਰ ਤੁਸੀਂ ਸਾਡੇ ਵਿੱਚ ਕਿੰਨੇ ਲੋਕ ਆ ਜਿਹੜੇ ਵਚਨ ਦੁਆਰਾ ਚੱਲ ਰਹੇ ਨੇ, ਸਾਰੇ ਨਹੀਂ ਚੱਲ ਰਹੇ, ਲੇਕਿਨ ਕੁਝ ਲੋਕ ਆ ਜਿਹੜੇ ਵਚਨ ਦੁਆਰਾ ਕੀ ਕਰ ਰਹੇ ਨੇ, ਚੱਲ ਰਹੇ ਨੇ। ਹਾਲੇਲੂਇਆ, ਵਚਨ ਸਾਰਿਆਂ ਵਾਸਤੇ। ਤੇ ਜਦੋਂ ਵਚਨ ਦੁਆਰਾ ਚੱਲਦੇ ਜਦੋਂ ਤੁਸੀਂ ਕਿਸੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਤੇ ਜਾਂਦੇ ਜੇ, ਉਸ ਸਮੇਂ ਤੇ ਬਾਕੀ ਦੇ ਲੋਕ ਜਿਹੜੇ ਪਰਮੇਸ਼ਰ ਨੂੰ ਨਹੀਂ ਜਾਣਦੇ ਜਾਂ ਜਾਣਦੇ ਹੋਏ ਵੀ ਪਰਮੇਸ਼ਰ ਦੀ ਮਰਜ਼ੀ ਦੇ ਨਾਲ ਨਹੀਂ ਚੱਲਦੇ, ਤੇ ਪਰ ਤੁਸੀਂ ਉਹਨਾਂ ਵਿੱਚੋਂ ਅਲੱਗ ਹੀ ਆਓਗੇ, ਨਜ਼ਰ ਆਓਗੇ। ਜਿਸ ਤਰ੍ਹਾਂ ਦੇ ਰੀਤੀ ਰਿਵਾਜ ਉਹਨਾਂ ਨੇ ਕੀਤੇ ਆ, ਜਿਸ ਤਰ੍ਹਾਂ ਦਾ ਉਹਨਾਂ ਨੇ ਲਾ ਪਾਇਆ ਵਾ, ਉਹੋ ਜਿਹੀਆਂ ਗੱਲਾਂ ਤੁਹਾਡੇ ਵਿੱਚ ਹੋਣਗੀਆਂ ਨਹੀਂ, ਕਿਉਂਕਿ ਤੁਸੀਂ ਪਰਮੇਸ਼ਰ ਨੇ ਤੁਹਾਨੂੰ ਕੀ ਕੀਤਾ, ਅਲੱਗ ਕੀਤਾ। ਹਾਲੇਲੂਇਆ। ਵੀ ਦੁਨੀਆਦਾਰੀ ਦੇ ਵਿੱਚ, ਦੁਨੀਆਦਾਰੀ ਦੇ ਰੀਤੀ ਰਿਵਾਜਾਂ ਦੇ ਵਿੱਚ ਉਹਨਾਂ ਦੇ ਲੋਕਾਂ ਦੇ ਵਿੱਚ ਕੀ ਨਹੀਂ ਹੁੰਦੇ, ਨਜ਼ਰ ਨਹੀਂ ਹੁੰਦੇ। ਹਾਲੇਲੂਇਆ। ਇਸ ਕਰਕੇ ਪ੍ਰਭੂ ਕਹਿੰਦਾ ਇਹ ਜਿਹੜੇ ਮੇਰੇ ਭਵਨ ਦੀਆਂ ਕੰਧਾਂ ਤੇ ਮੇਰੇ ਭਵਨ ਨੂੰ ਤੇ ਬਣਾਉਂਦੇ ਆ, ਮੇਰੇ ਭਵਨ ਦਾ ਕੰਮ ਤੇ ਕਰਦੇ ਆ, ਪਰ ਇਹ ਕਹਿੰਦਾ ਚੰਗੀ ਤਰ੍ਹਾਂ ਨਹੀਂ ਕਰਦੇ। ਇਸ ਕਰਕੇ ਕਹਿੰਦਾ ਇਹ ਝੂਠੇ ਸੇਵਕ ਮੇਰੀ ਕਲੀਸਿਆ ਦੇ ਮੇਰੇ ਲੋਕਾਂ ਦੇ ਜਥੇ ਵਿੱਚ ਕੀ ਨਹੀਂ ਕਰਨਗੇ, ਇਹ ਮਿਲ ਨਹੀਂ ਸਕਦੇ। ਹਾਲੇਲੂਇਆ। ਕਿਉਂਕਿ ਇਹ ਦੁਨੀਆਦਾਰੀ ਨਾਲ ਚੱਲਦੇ ਆ ਤੇ ਮੇਰੇ ਲੋਕ ਅਲੱਗਤਾਈ ਨਾਲ ਕੀ ਕਰਦੇ ਆ, ਚੱਲਦੇ ਆ। ਹਾਂਜੀ ਅੱਗੇ ਪੜਾਂਗੇ। ਨਾ ਇਸਰਾਇਲ ਦੇ ਘਰਾਣੇ ਦੀ ਪੋਥੀ ਵਿੱਚ ਲਿਖੇ ਜਾਣਗੇ। ਇਸਰਾਇਲ ਦੀ ਘਰਾਣੇ ਦੀ ਪੋਥੀ ਨੂੰ ਆਪਾਂ ਨਵੇਂ ਨੇਮ ਦੇ ਵਿੱਚ ਕਿਸ ਤਰ੍ਹਾਂ ਲੈ ਸਕਦੇ ਆ? ਨਾ ਇਹ ਜੀਵਨ ਦੀ ਪੋਥੀ ਵਿੱਚ ਲਿਖੇ ਜਾਣਗੇ। ਹਾਂਜੀ। ਨਾ ਉਸ ਇਸਰਾਇਲ ਦੀ ਭੂਮੀ ਵਿੱਚ ਵੜਨਗੇ। ਨਾ ਇਹ ਸਵਰਗੀ ਦੇਸ਼, ਸਵਰਗੀ ਸਿਯੋਨ ਦੇ ਦੇਸ਼ ਵਿੱਚ ਵੜਨਗੇ। ਹਾਂਜੀ। ਅਤੇ ਤੁਸੀਂ ਜਾਣ ਲਵੋਗੇ ਕਿ ਮੈਂ ਪ੍ਰਭੂ ਯਹੋਵਾ ਹਾਂ। ਆਂਦਾ ਫਿਰ ਤੁਹਾਨੂੰ ਪਤਾ ਲੱਗੇਗਾ ਮੈਂ ਕੌਣ ਆ, ਪ੍ਰਭੂ ਯਹੋਵਾ। ਪਰ ਇਹ ਵੜਨਗੇ ਕਿਉਂ ਨਹੀਂ? ਨਾ ਇਹ ਪ੍ਰਭੂ ਦੇ ਲੋਕਾਂ 'ਚ ਰਲਣਗੇ ਕਿਉਂ ਨਹੀਂ? ਅੱਗੇ ਪੜੋ। ਹਾਂਜੀ। ਇਸ ਕਾਰਨ ਕਿ ਉਹਨਾਂ ਨੇ ਮੇਰੇ ਲੋਕਾਂ ਨੂੰ ਇਹ ਆਖ ਕੇ ਕੁਰਾਏ ਪਾਇਆ ਹੈ। ਉਹਨਾਂ ਨੇ ਮੇਰੇ ਲੋਕਾਂ ਨੂੰ ਇਹ ਆਖ ਕੇ ਕੁਰਾਏ ਪਾਇਆ ਹੈ ਇਹ ਸੁੱਖ ਹੈ ਜਦੋਂ ਕਿ ਸੁੱਖ ਨਹੀਂ ਹੈ। ਹਾਂ। ਅਤੇ ਜਦੋਂ ਕੋਈ ਕੰਧ ਬਣਾਉਂਦਾ ਹੈ ਤਾਂ ਉਹ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ। ਹਾਲੇਲੂਇਆ। ਇਹਦਾ ਕੰਧ ਬਣਾਉਂਦੇ ਵਕਤ ਇਹ ਕੀ ਕਰਦੇ ਆ? ਕੱਚੀ ਲਿਪਾਈ ਕਰਦੇ। ਕਹਿੰਦਾ ਨਹੀਂ ਆ ਇਹਨਾਂ ਨੂੰ, ਯਿਸੂ ਕਹਿੰਦਾ ਨਹੀਂ ਆ ਇਹਨਾਂ ਨੂੰ ਮੈਂ ਭਰ ਕੇ ਦਿੱਤੀਆਂ। ਇਹ ਰਸੂਲਾਂ ਦੀ ਨੀਂਹ ਕਿਹਨੇ ਰੱਖੀ ਸੀ? ਰਸੂਲ ਚੇਲਿਆਂ ਨੂੰ ਕਿਹਾ ਜਾਂਦਾ ਨਾ। ਹਾਲੇਲੂਇਆ। ਇਹ ਚੇਲੇ ਕਿਹਦੇ ਦੁਆਰਾ ਬਚਾਏ ਗਏ? ਪ੍ਰਭੂ ਯਿਸੂ ਮਸੀਹ ਦੇ। ਤੇ ਪ੍ਰਭੂ ਯਿਸੂ ਮਸੀਹ ਨੇ ਤੇ ਨੀਂਹ ਰੱਖੀ ਰਸੂਲਾਂ ਦੀ, ਤੇ ਕਹਿੰਦਾ ਹੁਣ ਜਿਹੜੀ ਮੈਂ ਨੀਂਹ ਰੱਖੀ ਨਾ, ਇਹਦੇ ਮੁਤਾਬਕ ਬਾਕੀ ਦੀ ਕੰਧ ਕਿਹਨੇ ਕਰਨੀ ਹੈ? ਪਰਮੇਸ਼ਰ ਦਾ ਭਵਨ ਦੇ ਬਾਰੇ ਸਿੱਖ ਰਹੇ ਆ। ਇਹ ਭਵਨ ਦੇ ਬਾਅਦ ਇਹ ਸਿੱਖਣਾ ਕਿ ਭਵਨ ਦੇ ਅੰਦਰੋਂ ਕੀ ਕੱਢਣੀ ਆ। ਪਰ ਇਹ ਭਵਨ ਦੇ ਬਾਰੇ ਕੱਲ ਵੀ ਸਿੱਖਿਆ ਨਾ, ਭਵਨ ਦੇ ਬਾਰੇ ਵੀ ਭਵਨ ਬਣਾਉਣ ਲੱਗੇ ਤੇ ਆਣ ਕੇ ਲੋਕ ਉਹਨਾਂ ਨੂੰ ਕੀ ਕਰਦੇ ਸੀ? ਮਖੌਲ ਕਰਦੇ ਸੀ, ਤੇ ਉਹਨਾਂ ਦਾ ਕੀ ਉਡਾਉਂਦੇ ਸੀ? ਮਜ਼ਾਕ ਉਡਾਉਂਦੇ ਸੀ, ਤੇ ਉਹਨਾਂ ਨੂੰ ਗੁੱਸਾ ਵੀ ਚੜਦਾ ਸੀ ਵੀ ਇਹ ਪਰਮੇਸ਼ਰ ਦੇ ਕਰਨੇ ਆ। ਪਰ ਉਹ ਜਦੋਂ ਬਣਦਾ ਗਿਆ ਫਿਰ ਉਹਦੇ ਭਾਗੀਆਂ ਬਣ ਗਏ, ਸੱਚ ਵਿੱਚ ਬਣ ਚੱਲਿਆ। ਪਰ ਕੱਲ ਸਿੱਖ ਰਹੇ ਨਾ ਬਚਨਾ। ਹਾਲੇਲੂਇਆ। ਹਾਲੇਲੂਇਆ। ਬੋਲਾਂਗੇ ਹਾਲੇਲੂਇਆ। ਹੁਣ ਆਪਾਂ ਪਹਿਲਾਂ ਭਵਨ ਦੇ ਬਾਰੇ ਸਿੱਖ ਲਈਏ, ਫਿਰ ਹੀ ਆਪਾਂ ਮੈਲ ਦੀ ਗੱਲ ਕੱਢਾਂਗੇ ਕਿ ਪਹਿਲਾਂ ਮੈਲ ਕੱਢ ਦੇਣੀ। ਬੋਲੋ, ਪਹਿਲਾਂ ਭਵਨ ਕੀ ਹੋਣਾ ਤੇ ਕਿੱਦਾਂ ਤਿਆਰ ਹੋਣਾ? ਦੇਖਿਆ ਉਹ ਭਵਨ ਦੀਆਂ ਨੀਹਾਂ ਕੌਣ ਆ? ਰਸੂਲ ਤੇ ਨਬੀ। ਹਾਂ, ਰਸੂਲ ਦਾ ਮਤਲਬ ਚੇਲੇ, ਚੇਲੇ ਤੇ ਨਬੀ। ਜਿਹੜੇ ਚੇਲੇ ਤੇ ਨਬੀ ਫਿਰ ਕਿੱਦਾਂ ਚੱਲੇ? ਜਿਹੜੀਆਂ ਉਹ ਨੀਹਾਂ ਕਿਹਨੇ ਰੱਖੀਆਂ ਸੀ? ਪ੍ਰਭੂ ਯਿਸੂ ਮਸੀਹ ਨੇ ਰੱਖੀਆਂ। ਤੇ ਕਿੱਦਾਂ ਚੱਲੇ ਫਿਰ? ਪਤਰਸ ਦੇ ਬਾਰੇ ਅਸੀਂ ਪੜ੍ਹਦੇ ਆ ਨਾ, ਸੁਣਦੇ ਆ ਨਾ ਕਿ ਪਤਰਸ ਨੇ ਕੀ ਕੀਤਾ। ਪਤਰਸ ਨੂੰ ਜਦੋਂ ਲੱਗੇ ਮਾਰਨਾ, ਕਹਿੰਦਾ ਮੈਨੂੰ ਸਿੱਧਾ ਨਾ ਸਲੀਬ ਤੇ ਚੜਾਓ, ਜਿੱਧਰ ਮੇਰੇ ਪ੍ਰਭੂ ਦੇ ਪੈਰ ਸੀ ਉਧਰ ਮੇਰਾ ਕੀ ਕਰੋ? ਸਿਰ ਕਰੋ। ਹਾਲੇਲੂਇਆ। ਇਦਾਂ ਦੀ ਉਹਨਾਂ ਦੀ ਮਸੀਹ ਕੀ ਸੀ? ਦੌੜ ਸੀ। ਪ੍ਰਭੂ ਦੇ ਦਾਸ ਪਲੂਸ ਵਾਲੇ ਵੇਖਦੇ ਆ, ਉਹਦੇ ਵੱਲ ਵੇਖਦੇ ਸਮੇਂ ਕਿੰਨਿਆਂ ਥਾਵਾਂ ਤੇ ਪਥਰਾਓ ਕੀਤਾ ਗਿਆ। ਕੈਦਾਂ ਦੇ ਵਿੱਚ ਉਹ ਕਿੰਨੀ ਵਾਰੀ ਕੈਦਾਂ ਉਹਨੇ ਕੱਟੀਆਂ, ਕਿੰਨੀ ਵਾਰੀ ਉਹਨੂੰ ਮਖੌਲ ਦੇ ਵਿੱਚ, ਠੱਠਿਆਂ ਦੇ ਵਿੱਚ ਉਡਾਇਆ ਗਿਆ, ਕਿੰਨੀ ਉਹਦੀ ਨਿੰਦਿਆ ਬਦਨਾਮੀ ਹੋਈ, ਕਿੰਨਾ ਕੁਝ ਉਹਨੂੰ ਮਸੀਹ ਦੇ ਕਾਰਨ ਕੀ ਕੀਤਾ ਪਿਆ। ਸਿਆਣਾ ਕਹਿੰਦਾ ਕਦੀ ਹਟਿਆ ਪਿੱਛੇ ਨਹੀਂ ਜੀ, ਸਗੋਂ ਦਿਨ ਪ੍ਰਤੀ ਦਿਨ ਕੀ ਵੱਧਦਾ ਗਿਆ। ਅੱਜ ਇਹ ਪਰਮੇਸ਼ਰ ਦੇ ਭਵਨ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ, ਥੋੜੀ ਜਿਹੀ ਸਿਰ ਪੀੜ ਜਾਂ ਢਿੱਡ ਪੀੜ ਨਾ ਠੀਕ ਹੋਵੇ ਤੇ ਇਹ ਯਿਸੂ ਮਸੀਹ ਨੂੰ ਕੀ ਕਰ ਦਿੰਦੇ? ਕਹਿੰਦੇ ਇੱਥੋਂ ਕੀ ਨਹੀਂ ਆਇਆ ਸਾਨੂੰ। ਮਤਲਬ ਉਹ ਕੰਧ ਕੀ ਹੋ ਗਈ ਆ? ਉਹ ਕੰਧ ਡਿੱਗ ਪਈ ਆ। ਕਿਉਂ ਡਿੱਗੀ ਆ? ਕਿਉਂਕਿ ਉਹਦੀ ਲਪਾਈ ਕੀ ਹੋਈ ਆ? ਕੱਚੀ ਹੋਈ ਆ। ਕਿਹੜਾ ਲੱਗਾ?
ਮਟੀਰੀਅਲ ਮਾੜਾ ਲੱਗਾ। ਹਾਲੇਲੂਇਆ। ਲਿਖਿਆ ਉਹ ਮੇਰੀਆਂ ਲਿਖਿਆ ਇਸ ਕਾਰਨ ਕਿ ਉਹਨਾਂ ਨੇ ਮੇਰੇ ਲੋਕਾਂ ਨੂੰ ਇਹ ਆਖ ਕੇ ਕੁਰਾਇਆ ਪਾਇਆ। ਕੁਰਾਇਆ ਪਾਇਆ ਦਾ ਮਤਲਬ ਹੈ ਵੀ ਨੀਆਂ ਕੁਝ ਹੋਰ ਤਰ੍ਹਾਂ ਭਰੀਆਂ ਸਿੱਧੀਆਂ ਭਰੀਆਂ ਨੇ, ਪਰ ਇਹ ਕਹਿੰਦਾ ਕਿਵੇਂ ਕਰਦੇ ਆ? ਇਹ ਕਹਿੰਦਾ ਵਿੰਗੀਆਂ। ਇੱਧਰ ਕੋਈ ਮਿਸਤਰੀ ਲੱਗਾ ਹੋਵੇ ਤਾਂ ਮਿਸਤਰੀ ਆਪਣਾ ਕੰਮ ਕਰਦੇ ਸਮੇਂ ਪਹਿਲਾਂ ਉਹ ਨੀਆਂ ਭਰਦਾ ਵਾ, ਨੀਆਂ ਵੀ ਭਰ ਲੀਆਂ ਤਾਂ ਭੀਮ ਵੀ ਭਰਦੇ ਆ। ਭੀਮ ਕਿਹਨੂੰ ਦਰਸਾਉਂਦੇ ਆ? ਪ੍ਰਭੂ ਯਿਸੂ ਮਸੀਹ ਨੂੰ ਦਰਸਾਉਂਦੇ ਆ। ਤਾਂ ਭੀਮ ਵੀ ਭਰ ਗਏ ਆ, ਨੀਆਂ ਵੀ ਭਰ ਗਈਆਂ, ਪਰ ਕੰਨਾਂ ਉਹ ਭੀਮਾਂ ਤੋਂ ਤੇ ਨੀਆਂ ਤੋਂ ਪਰੇ ਕਰੀ ਜਾਣ ਲਿਆ। ਤਾਂ ਤੁਸੀਂ ਉਹਨੂੰ ਕੀ ਕਹੋਗੇ? ਇਹ ਪਾਗਲ ਹੋ ਗਿਆ, ਨੀਆਂ ਦਾ ਖਰਚਾ ਵੀ ਇੰਨਾ ਲਾਇਆ, ਇੰਨੀਆਂ ਨੀਆਂ ਭਰੀਆਂ ਤੇ ਪਿੱਲਰਾਂ ਦਾ ਵੀ ਬੜਾ ਕੀ ਲੱਗਾ। ਤੇ ਜਦੋਂ ਨੀਆਂ ਕੰਧਾਂ ਹੀ ਉਰੇ ਪਰੇ ਕਰਨੀਆਂ ਤੇ ਫਿਰ ਉਹ ਨੀਆਂ ਭਰਨ ਦਾ ਤੇ ਜਾਂ ਆ ਭੀਮ ਭਰਨ ਦਾ ਕੀ ਫਾਇਦਾ? ਹਾਲੇਲੂਇਆ। ਅੱਜ ਬੋਲਾਂਗੇ ਹਾਲੇਲੂਇਆ। ਅੱਜ ਵੀ ਵੇਖਦੇ ਸਮੇਂ ਜੇ ਕੋਈ ਅਣਜਾਣ ਹੈ ਨਾ, ਜਿਹਨੂੰ ਪੂਰੀ ਤਰ੍ਹਾਂ ਮਿਸਤਰੀ ਦਾ ਕੰਮ ਨਹੀਂ ਹੁੰਦਾ, ਉਹਦਾ ਉਸਤਾਦ ਉਹਦਾ ਕੀ ਕਰਦਾ? ਨੀਆਂ ਨੂੰ ਭਰ ਦਿੰਦਾ ਤੇ ਭੀਮ ਵੀ ਭਰ ਦਿੰਦਾ, ਦੱਸ ਦਿੰਦਾ ਕਿ ਆਹ ਜਿਹੜੀ ਨੀਂਹ ਆ ਇਹਨੂੰ ਨੀਹਾਂ ਦੇ ਮੁਤਾਬਕ ਕੀ ਕਰਨੀ, ਨੀਹਾਂ ਦੇ ਮੁਤਾਬਕ ਹੀ ਕੰਧ ਕਰਨੀ ਹੋ ਤੇ ਇਹ ਕੰਧ ਤਾਂ ਦੀ ਤਾਂ ਕਰਦਾ ਜਾਈ। ਤੇ ਆੜਾ ਪਿੱਲਰ ਆ, ਇਹ ਵੀ ਯਾਦ ਰੱਖੀ ਕਿ ਪਿੱਲਰ ਦੀ ਸਿਹਤ ਤੇ ਹੋਣੀ ਆ ਤੇ ਕਿਹਦੇ ਮੁਤਾਬਕ ਕਰਨੀ ਆ? ਨੀਹਾਂ ਦੇ ਮੁਤਾਬਕ। ਤੇ ਪਿੱਲਰ ਦੀ ਕੀ ਹੋਣੀ ਆ? ਉਹਦਾ ਮਤਲਬ ਕੀ ਆ? ਪਿੱਲਰ ਕੌਣ ਆ? ਪ੍ਰਭੂ ਯਿਸੂ ਮਸੀਹ। ਜਿਵੇਂ ਪ੍ਰਭੂ ਯਿਸੂ ਮਸੀਹ ਆ ਉਵੇਂ ਅਸੀਂ ਵੀ ਉਹਦੇ ਨਾਲ ਨਾਲ ਕੀ ਕਰਨਾ ਹੈ? ਚੱਲਣਾ ਵਾ। ਉਹਦੇ ਨਾਲ ਨਾਲ ਜਿਹੜੇ ਕੰਮ ਉਹਨੇ ਕੀਤੇ ਦੁਨੀਆ ਤੇ ਰਹਿ ਕੇ ਅਸੀਂ ਵੀ ਉਹਦੇ ਕੰਮਾਂ ਵਾਂਗੂ ਕੀ ਕਰਨਾ? ਉਹਦੇ ਕੰਮ ਸਾਡੇ ਵਿੱਚ ਪਾਏ ਜਾਣੇ। ਹਾਲੇਲੂਇਆ। ਤੇ ਜਿਸ ਤਰ੍ਹਾਂ ਹੀ ਰਸੂਲ ਰਹੇ ਆ, ਰਸੂਲ ਚੱਲੇ ਆ, ਚੇਲੇ ਚੱਲੇ ਆ, ਨਬੀ ਚੱਲਿਆ, ਉਹਨਾਂ ਦੇ ਦੁਆਰਾ ਉਹਨਾਂ ਦੇ ਵਾਂਗੂ ਅਸੀਂ ਕੀ ਕਰਨਾ ਵਾ? ਚੱਲਣਾ। ਅਸੀਂ ਦੁਨੀਆਦਾਰੀ ਵਾਂਗੂ ਕੀ ਨਹੀਂ ਕਰਨਾ? ਚੱਲਣਾ ਨਹੀਂ। ਹਾਲੇਲੂਇਆ। ਮਿਸਤਰੀ ਕੰਧ ਕਰਦੇ ਵਕਤ ਉਹ ਸਾਹ ਲਾ ਲਾ ਕੇ ਕੀ ਕਰਦਾ? ਕਿਉਂ ਵੇਂਦਾ? ਉਹ ਵੇਂਦਾ ਆ ਕਿ ਜਿਹੜੀ ਥੱਲਿਓਂ ਨਹੀਂ ਚੁੱਕੀ ਕਿ ਕੰਧ ਉਹਦੇ ਮੁਤਾਬਕ ਸਿੱਧੀ ਹੋਣ ਡਈ ਆ। ਜੇ ਉਹ ਕੰਧ ਕਰੇ ਵਾਵਾ ਇੰਨੀ ਕੁ ਲੈ ਜੇ ਤੇ ਉਹ ਥੋੜੀ ਜਿਹੀ ਟੇਢੀ ਉੱਤੋਂ ਜਾ ਕੇ ਟੇਢੀ ਹੋ ਜੇ, ਉਹ ਫਿਰ ਕਾਂਡੀ ਲੈਂਦਾ ਤੇ ਕਾਂਡੀ ਨਾਲ ਕੀ ਮਾਰਦਾ? ਤੇ ਕਾਂਡੀ ਨਾਲ ਗੱਲ ਵਾ ਫਿਰ ਟੇਸੀ ਫੜ ਲੈਂਦਾ, ਉਹ ਜਾਂ ਮਾਰ ਕੇ ਉਹਨੂੰ ਕੀ ਕਰਦਾ? ਜਾਂ ਕਰਦਾ, ਉਹਨੂੰ ਸਿੱਧੀ ਕਰਦਾ। ਹਾਲੇਲੂਇਆ। ਇਹ ਕੰਧ ਵਿੰਗੀ ਹੋਈ ਤੇ ਕੀ ਹੋ ਜਾਣੀ ਆ? ਡਿੱਗ ਪੈਣੀ। ਤੇ ਕਈ ਤੇ ਕਹਿੰਦੇ ਆ ਥੋੜਾ ਜਿਹਾ ਵਿੱਚ ਵਿੰਗ ਰਹਿ ਗਿਆ, ਕੋਈ ਨਹੀਂ ਪਲਸਤਰ ਚ ਕੀ ਕਰ ਦਾਂਗੇ, ਇਹ ਨਾ ਪਲਸਤਰ ਚ ਕੱਢ ਦਿਆਂਗੇ। ਉਹ ਫਿਰ ਪਲਸਤਰ ਵੀ ਕਰਦੇ ਤੋਂ ਚ ਵੀ ਨਹੀਂ ਨਿਕਲਦਾ। ਤੂੰ ਫਿਰ ਕਹਿੰਦੇ ਆ ਵੀ ਇਹ ਕਲੀ ਵਾਲੇ ਨੇ ਕੱਢਣਾ, ਫਿਰ ਬਹਾਨਾ ਮਾਰ ਜਾਂਦੇ ਆ ਇਹ ਕਿਹਨਾਂ ਨੇ ਕੱਢਣਾ? ਵਿੰਗ ਕਲੀ। ਤੂੰ ਹੁਣ ਜਦੋਂ ਅਸੀਂ ਕਲੀ ਨਹੀਂ ਕਰਾਈ ਤੇ ਉਹ ਫੇਰ ਰਹੇਗਾ ਅਸੀਂ ਭਰਾ ਤੇ ਕਲੀ ਵਾਲੇ ਨੇ ਕੱਢਣਾ ਸੀ। ਉਹ ਕਹਿੰਦਾ ਨਹੀਂ, ਕਿਹਨਾਂ ਨੇ ਕੱਢਣਾ ਸੀ? ਮਿਸਤਰੀਆਂ ਨੇ ਕੱਢਣਾ ਸੀ। ਹਾਲੇਲੂਇਆ। ਸਾਰੇ ਬੋਲਾਂਗੇ ਹਾਲੇਲੂਇਆ। ਇਸ ਕਰਕੇ ਮੇਰੇ ਭੈਣਾਂ ਤੇ ਭਰਾਓ, ਪ੍ਰਭੂ ਯਿਸੂ ਮਸੀਹ ਜਿਹੜਾ ਸਾਡਾ ਅਸਲੀ ਉਸਤਾਦ ਆ, ਉਹਨੇ ਸਾਨੂੰ ਨੀਹਾਂ ਭਰ ਕੇ ਕੀ ਕਰਦੀਆਂ? ਦੇ ਦੇ। ਕਹਿੰਦਾ ਹੁਣ ਇਹਦੇ ਤੇ ਕੀ ਕਰੀ ਜਾਓ? ਉਹ ਯਾਦ ਰੱਖਿਓ ਕੰਧ ਇਹਨਾਂ ਨੀਹਾਂ ਦੇ ਮੁਤਾਬਕ ਹੀ ਹੋਣੀ ਆ। ਤੇ ਜੇ ਇਹ ਵਿੰਗੀ ਟੇਢੀ ਲੱਗੇ ਹੋਣ ਤੇ ਆਹ ਵਟਾਂ ਦੀ ਸਾਹ ਨਾਲ ਨੂੰ ਕਰ ਲਿਓ, ਸਿੱਧੀ ਕਰ ਲਿਓ। ਹਾਲੇਲੂਇਆ। ਇੰਜੀ ਡੇ ਕੋ ਵੀ ਇਹ ਵੇਖ ਲਿਓ ਇਧਰੋਂ ਪਿਤਾ ਮਾਰ ਕੇ ਕਿ ਪਿੱਲਰ ਦੇ ਦੁਆਰਾ ਹੀ ਹੋਣੀ ਆ, ਯਿਸੂ ਮਸੀਹ ਦੇ ਦੁਆਰਾ ਹੀ ਹੋਣੀ ਆ। ਜੇ ਉਹਦੇ ਮੁਤਾਬਕ ਨਹੀਂ ਹੋਣੀ ਤੇ ਫਿਰ ਚਿੰਤਾ ਦੀ ਕੀ ਆ? ਤੇ ਚਿੰਤਾ ਦੀ ਲੋੜ ਆ ਵੀ ਕੰਧ ਕੀ ਨਹੀਂ ਹੋਣੀ। ਆਹ ਕੱਚੀ ਕੰਧ ਲਈ ਦੁਬਾਰਾ ਪੜੋ। ਹਾਂਜੀ ਪੜਾਂਗੇ, ਅਗਲੀ ਯਾਰ ਪੜੋ। ਹਾਂ ਇਸੇ ਯਾਰ ਨੂੰ ਪੜੋ ਦੁਬਾਰਾ। ਇਸ ਕਾਰਨ ਕਿ ਉਹਨਾਂ ਨੇ ਮੇਰੇ ਲੋਕਾਂ ਨੂੰ ਇਹ ਆ ਕੇ ਕਿਰਾਏ ਪਾਇਆ ਹੈ। ਉਹਨਾਂ ਨੇ ਮੇਰੇ ਲੋਕਾਂ ਨੂੰ ਇਹ ਆਖ ਕੇ ਕਿਰਾਏ ਪਾਇਆ ਹੈ, ਗਲਤ ਰਸਤੇ ਪਾਇਆ ਹੈ ਕਿ ਸੁੱਖ ਹੈ। ਹਾਂ ਸੁੱਖ ਹੈ, ਜਦੋਂ ਕਿ ਸੁੱਖ ਨਹੀਂ ਹੈ। ਹਾਂ। ਅਤੇ ਜਦੋਂ ਕੋਈ ਕੰਧ ਬਣਾਉਂਦਾ ਹੈ, ਜਦੋਂ ਕੋਈ ਕੰਧ ਬਣਾਉਂਦਾ ਹੈ ਤਾਂ ਉਹ ਉਸ ਉੱਤੇ ਕੱਚੀ ਲਪਾਈ ਕਰਦੇ ਹਨ। ਉਹ ਉਹਦੇ ਉੱਤੇ ਕੀ ਕਰਦੇ ਆ? ਕੱਚੀ ਲਪਾਈ ਕਰਦੇ ਹਨ। ਤੂੰ ਉਹਨਾਂ ਨੂੰ ਜੋ ਉਸ ਉੱਤੇ ਕੱਚੀ ਲਪਾਈ ਕਰਦੇ ਹਨ ਆਖ ਉਹ ਡਿੱਗ ਪਵੇਗੀ। ਹਾਂ ਇੱਥੇ ਕੀ ਲਿਖਿਆ? ਸੋ ਧਿਆਨ ਦਿਓ ਇਧਰ ਸਾਰੇ। ਕਹਿੰਦਾ ਉਹਨਾਂ ਨੂੰ ਆਖੋ ਮੇਰੀ ਕੰਧ ਤੇ ਕੀ, ਮੇਰੇ ਭਾਵਣ ਦੀਆਂ ਕੰਧਾਂ ਤੇ ਕੀ ਕਰਦੇ ਆ? ਕੱਚੀ ਲਪਾਈ ਕਰਦੇ। ਕੱਚੀ ਲਪਾਈ ਕੀ ਆ? ਬੋਲੋ ਕਿਹੜੀ ਲਪਾਈ ਕਰਦੇ ਕੰਧਾਂ ਤੇ? ਕਿਹੜੀ ਆ? ਕੱਚੀ ਲਪਾਈ। ਇਧਰ ਸੜਕਾਂ ਬਣ ਰਹੀਆਂ, ਵੇਖੀਆਂ ਸੜਕਾਂ ਬਣਦੀਆਂ, ਵੇਖੀਆਂ ਘਰ ਬਣਦੇ ਵੇਖੇ ਜਿਹੜੇ ਠੇਕੇ ਤੇ ਬਣਾਉਂਦੇ ਆ। ਠੇਕੇ ਤੇ ਤੁਹਾਨੂੰ ਪਤਾ ਠੇਕੇ ਤੇ ਕਈ ਲੋਕ ਘਰ ਬਣਾਉਂਦੇ ਆ ਤੇ ਉਹ ਸੜਕਾਂ ਬਣਾਉਂਦੇ ਵਕਤ, ਘਰ ਬਣਾਉਂਦੇ ਵਕਤ ਠੇਕਾ ਦੇ ਦਿੰਦੇ ਵੀ ਲਓ ਤੁਸੀਂ ਬਣਾਓ ਤੇ ਸਰਕਾਰ ਉਹਨਾਂ ਨੂੰ ਪੂਰਾ ਪੈਸਾ ਦਿੰਦੀ ਆ, ਪਰ ਉਹ ਮਟੀਰੀਅਲ ਦੇ ਲਈ ਪੂਰਾ ਪੈਸਾ ਅੱਧਾ ਖਾ ਲੈਂਦੇ ਆ ਤੇ ਉਹ ਮਿਲਾਵਟ ਵਾਲਾ ਕੀ ਕਰ ਲੈਂਦੇ ਆ? ਮਿਲਾਵਟ ਦਾ ਸਮਾਨ ਲਾ ਦਿੰਦੇ ਆ ਤੇ ਉਹ ਮਿਲਾਵਟ ਵਾਲੇ ਸਮਾਨ ਦਾ ਫਿਰ ਥੋੜੇ ਦਿਨਾਂ ਤੱਕ ਕੀ ਲੱਗਣ ਡਿਆ ਪੈਂਦਾ? ਜਦੋਂ ਸੜਕਾਂ ਕੀ ਹੋਣਿਆ ਪੈਂਦੀਆਂ, ਜਦੋਂ ਘਰਾਂ ਦੇ ਪਲਸਤਰ ਕੀਤਾ ਕੀ ਹੋਣਿਆ ਪੈਂਦਾ? ਝੜਨ ਦਿਆ ਪੈਂਦਾ। ਫਿਰ ਪਤਾ ਲੱਗਦਾ ਕੰਮ ਕੀ ਹੋਇਆ। ਅੱਛਾ ਹਾਲੇਲੂਇਆ। ਇਸੇ ਮੁਤਾਬਕ ਪ੍ਰਭੂ ਯਿਸੂ ਮਸੀਹ ਨੇ ਜਿਹੜਾ ਮਾਲ ਹੈ ਨਾ ਇਹ ਵਧੀਆ ਦਿੱਤਾ ਸਾਨੂੰ, ਪਰ ਪਾਸਟਰ ਇਹਦੇ ਵਿੱਚ ਮਿਲਾਵਟ ਕਰ ਕਰਕੇ ਲੋਕਾਂ ਨੂੰ ਕੀ ਕਰਨ ਦੇ। ਇਸ ਕਰਕੇ ਲੋਕ ਬਹੁਤੀ ਦੇਰ ਕੱਢਦੇ ਨਹੀਂ ਪ੍ਰਭੂ ਦੇ ਨਾਲ ਤੇ ਦੁੱਖ ਆਉਂਦੇ ਸਮੇਂ ਕੀ ਹੋ ਜਾਂਦੇ ਆ? ਭੱਜ ਜਾਂਦੇ ਆ। ਹਾਲੇਲੂਇਆ। ਕਹਿੰਦਾ ਜਿਹੜੇ ਕੱਚੀ ਲਪਾਈ ਕਰਨ ਦਾ, ਉਹ ਕੱਚੀ ਲਪਾਈ ਕਿਹੜੀ ਆ? ਆਸ਼ੀਸ਼ਾਂ ਦੀ, ਬਰਕਤਾਂ ਦੀ,
ਕੈਨੇਡਾ ਦੇ ਵਿਜਿਆਂ ਦੀ। ਫਿਰ ਉਹਨਾਂ ਨੇ ਇਹੋ ਸਿੱਖਿਆ ਵੀ ਸਾਨੂੰ ਆਸ਼ੀਸ਼ਾਂ ਮਿਲਣੀਆਂ ਵਾ, ਬਰਕਤਾਂ ਮਿਲਣੀਆਂ ਵਾ, ਸਾਡਾ ਕਾਰੋਬਾਰ ਵਧੀਆ ਚੱਲਣਾ ਵਾ, ਸਾਨੂੰ ਹਮੇਸ਼ਾ ਤੰਦਰੁਸਤੀ ਰਹਿਣੀ ਆ। ਤੇ ਜਦੋਂ ਉਹਨਾਂ ਨੂੰ ਪ੍ਰਭੂ ਪਰਖਦਾ ਆ, ਥੋੜਾ ਬਹੁਤਾ ਦੁੱਖ ਹੁੰਦਾ ਆ, ਮੁਸ਼ਕਲ ਆਉਂਦੀ ਆ, ਵੇਖਾ ਅਯੂਬ ਨੂੰ ਵੀ ਪ੍ਰਭੂ ਨੇ ਕੀ ਕੀਤਾ ਸੀ, ਪਰਖਿਆ ਸੀ। ਤੇ ਇਸ ਲਈ ਜਦੋਂ ਅਯੂਬ ਨੂੰ ਪਰਖਦੇ ਵਕਤ ਉਹਦਾ ਕਾਰੋਬਾਰ ਕੀ ਹੋ ਗਿਆ, ਉਹਦਾ ਕਾਰੋਬਾਰ ਵੀ ਬੰਦ ਹੋ ਗਿਆ, ਉਹਦੇ ਬੱਚੇ ਵੀ ਕੀ ਹੋ ਗਏ, ਬੱਚੇ ਵੀ ਇੱਕ ਦਿਨ 'ਚ ਹੀ ਮਰ ਗਏ। ਜਦੋਂ ਉਹਨੂੰ ਪਰਖਿਆ, ਉਹਦੇ ਸਰੀਰ ਦੇ ਫੋੜੇ ਨਿਕਲ ਆਏ, ਮਾਲ ਡੰਗਰ ਸਾਰਾ ਮਰ ਗਿਆ। ਉਹਨੂੰ ਪਰਖਦੇ ਵਕਤ ਉਹ ਕੰਧ ਕੀ ਰਹੀ ਸੀ, ਉਹ ਖੜੀ ਰਹੀ ਸੀ, ਉਹ ਕਦੀ ਵੀ ਕੀ ਨਹੀਂ ਹੋਈ। ਹਾਲੇਲੂਇਆ, ਹਾਲੇਲੂਇਆ। ਕਹਿੰਦਾ ਇਹਨਾਂ ਨੂੰ ਆਖ, ਜਿਹੜੇ ਮੇਰੀ ਕੰਧ ਤੇ ਕੱਚੀ ਲਪਾਈ ਕਰਦੇ, ਇਹਨਾਂ ਨੂੰ ਆਖ ਵੀ ਉਹ ਕੀ ਹੋ ਜਾਵੇਗੀ। ਦੁਬਾਰਾ ਇਹ 10 ਆਇਤ ਨੂੰ ਦੁਬਾਰਾ ਪੜੋ, ਇਹਦੇ ਵਿੱਚ ਜੋ ਭੇਦ ਛੁਪਿਆ ਆਪਾਂ ਉਹਨੂੰ ਅੱਛੀ ਰੀਤੀ ਦੇ ਨਾਲ ਸਮਝ ਲਈਏ। ਇਸ ਕਾਰਨ ਕਿ ਉਹਨਾਂ ਨੇ ਮੇਰੇ ਲੋਕਾਂ ਨੂੰ ਇਹ ਆ ਕੇ ਕੁਰਾਏ ਪਾਇਆ, ਮੇਰੇ ਲੋਕਾਂ ਨੂੰ ਉਹਨਾਂ ਨੇ ਇਹ ਆਖ ਕੇ ਗਲਤ ਰਾਏ ਕੁਰਾਏ ਪਾਇਆ ਹੈ ਕਿ ਸੁਖ ਹੈ ਜਦੋਂ ਕਿ ਸੁਖ ਨਹੀਂ ਹੈ, ਤੇ ਜਦੋਂ ਕੋਈ ਕੰਧ ਬਣਾਉਂਦਾ ਹੈ ਤਾਂ ਉਸ ਉੱਤੇ ਕੱਚੀ ਲਪਾਈ ਕਰਦੇ ਹਨ। ਹਾਂ, ਤੂੰ ਉਹਨਾਂ ਨੂੰ ਜੋ ਉਸ ਉੱਤੇ ਕੱਚੀ ਲਪਾਈ ਕਰਦੇ ਹਨ ਆਖ, ਉਹਨਾਂ ਜਿਹੜੇ ਕੱਚੀ ਲਪਾਈ ਕਰਦੇ ਉਹਨਾਂ ਨੂੰ ਕੀ ਕਰ ਆਖ, ਹਾਂਜੀ, ਡਿੱਗ ਪਵੇਗੀ, ਉਹ ਕੰਧ ਡਿੱਗ ਪਵੇਗੀ। ਕਿਉਂ ਜੋ ਮੋਹਲੇਦਾਰ ਵਰਖਾ ਜਾਂ ਮੀਂਹ ਪਵੇਗਾ, ਅਤੇ ਵੱਡੇ ਵੱਡੇ ਗੜੇ ਪੈਣਗੇ, ਤੇ ਨਾਲੇ ਵੱਡੇ ਵੱਡੇ ਗੜੇ ਵੀ ਪੈਣੇ ਹੀ, ਅਤੇ ਹਨੇਰੀ ਉਹਨੂੰ ਡੇਗ ਦੇਵੇਗੀ। ਹਨੇਰੀ ਆਏਗੀ ਤੇ ਇਹਨੂੰ ਕੀ ਕਰੇਗੀ, ਤੇ ਕਹਿੰਦਾ ਤੂੰ ਉਹਨਾਂ ਨੂੰ ਕੀ ਕਰ ਜਾਗੇ, ਤੂੰ ਉਹਨਾਂ ਨੂੰ ਆਖ। ਹੁਣ ਪ੍ਰਭੂ ਦਾ ਵਚਨ ਕਹਿੰਦਾ ਜੀ ਆਹ ਆਸ਼ੀਸ਼ਾਂ ਬਰਕਤਾਂ ਦੀ ਕੱਚੀ ਲਪਾਈ ਕਰਨ ਡਿਆ, ਇਹਨਾਂ ਨੂੰ ਕੀ ਕਰ ਤੇ ਜਦੋਂ ਇਹਨਾਂ ਨੂੰ ਆਖਦੇ ਆ ਤੇ ਕਹਿੰਦੇ ਇਹ ਪਾਟਰਾਂ ਦੇ ਕੀ ਬੋਲਦੇ ਆ, ਦੁੱਧ ਬੋਲਦੇ। ਤੇ ਪਰ ਪ੍ਰਭੂ ਕਹਿੰਦਾ ਕੀ ਕਰ, ਉਹਦਾ ਹੁਕਮ ਆ, ਕਹਿੰਦਾ ਉਹਨਾਂ ਨੂੰ ਜਾ ਕੇ ਕੀ ਕਰ। ਹੁਣ ਤੁਹਾਡੇ ਸਾਹਮਣੇ ਤੁਸੀਂ ਜਾਓਗੇ, ਕੋਈ ਇਹੋ ਜਿਹੇ ਪਾਠ ਨੂੰ ਦੇਖੋਗੇ ਜਿਹੜਾ ਆਸ਼ੀਸ਼ਾਂ ਦਾ, ਬਰਕਤਾਂ ਦਾ, ਸੰਸਾਰ ਦੀਆਂ ਨਾਸ਼ਵਾਨ ਚੀਜ਼ਾਂ ਦਾ ਪ੍ਰਚਾਰ ਕਰਨ ਡਿਆ, ਤੇ ਤੁਸੀਂ ਬੰਦਗੀ ਤੋਂ ਬਾਅਦ ਜਾ ਕੇ ਉਹਨੂੰ ਕਹੋਗੇ ਵੀ ਤੁਸੀਂ ਪਰਮੇਸ਼ਰ ਦੇ ਭਵਨ ਦੀਆਂ ਕੰਧਾਂ ਤੇ ਕਿਹੜੀ ਲਪਾਈ ਕਰਨ ਡੇ, ਕੱਚੀ ਲਪਾਈ ਕਰਨ ਡੇ। ਜਦੋਂ ਤੁਸੀਂ ਉਹਨਾਂ ਨੂੰ ਕਹੋਗੇ ਤੇ ਉਹ ਤੁਹਾਨੂੰ ਅੱਗੋਂ ਕਹਿਣਗੇ ਵਾਹ ਤੇਰਾ ਧੰਨਵਾਦ, ਤੂੰ ਮੇਰੀ ਅੱਖਾਂ ਨੂੰ ਕੀ ਕਰਦਾ, ਏਦਾਂ ਕਹਿਣਗੇ। ਉਹ ਕਹਿਣਗੇ ਤੂੰ ਮੇਰੇ ਕੀ ਬੋਲਣ ਡਿਆ, ਉਹ ਕਹਿਣਗੇ ਤੈਨੂੰ ਜ਼ਿਆਦਾ ਪਤਾ, ਕੀ ਕਹਿਣਗੇ ਤੈਨੂੰ ਜ਼ਿਆਦਾ ਪਤਾ, ਮੈਂ ਪਾਸਟਰ ਹੋ ਕੇ ਤੇ ਤੂੰ ਮੈਨੂੰ ਸਿਖਾਉਣ ਡਿਆ। ਅੱਜ ਕੱਲ ਜ਼ਿਆਦਾ ਲੋਕ ਇਦਾਂ ਕਹਿੰਦੇ ਤੂੰ ਪਾਸਟਰ ਹੋ ਕੇ ਤੂੰ ਮੈਨੂੰ ਕੀ ਕਰਨ ਡਿਆ, ਮੈਨੂੰ ਸਿਖਾਉਣ ਡਿਆ। ਹਾਲੇਲੂਇਆ। ਫਿਰ ਕਦੀ ਹੋਇਆ ਤਾਂ ਕੱਢਣਗੇ ਆਪਣੇ ਆਪ ਨੂੰ ਸਹੀ ਸਾਬਤ ਕਰ ਲੈਂਦੇ। ਤੇ ਜੇ ਤੁਹਾਨੂੰ ਵਚਨ ਨਾ ਆਉਂਦਾ ਹੋਇਆ ਤੇ ਤੁਸੀਂ ਕਹਿਣਾ ਵਾਕਿਆ ਹੀ ਇਹ ਪਾਸਟਰ ਸਹੀ, ਕਿਉਂਕਿ ਇਹਨੇ ਵਚਨ ਚ ਦੱਸਿਆ। ਪਰ ਜੇ ਵਚਨ ਆਉਂਦਾ ਹੋਇਆ ਤੇ ਤੁਸੀਂ ਉਹਨੂੰ ਵਚਨ ਚੋਂ ਕੱਢ ਦੱਸੋਗੇ ਵੀ ਤੂੰ ਸੱਚਾ ਨਹੀਂ, ਤੂੰ ਕੀ ਆ, ਨਹੀਂ ਤੂੰ ਕਿਹੜੀ ਲਪਾਈ ਕਰਨ ਡਿਆ, ਇਹ ਪਰਮੇਸ਼ਰ ਦੀ ਹੈਕਲ ਦਾ ਕੀ ਕਰਨ ਡਿਆ, ਆਸ਼ ਕਰਨ ਡਿਆ। ਹਾਲੇਲੂਇਆ। ਮਿਹਨਤ ਵੀ ਉਹਨੀ ਲੱਗਣ ਡਈ ਆ, ਮਟੀਰੀਅਲ ਵੀ ਉਹਨਾਂ ਲੱਗਣ ਡਿਆ, ਪੈਸਾ ਵੀ ਉਹਨਾਂ ਖਰਚਾ ਆਉਣ ਡਿਆ, ਮਜ਼ਦੂਰ ਵੀ ਉਹਨੇ ਲੱਗਿਆ, ਸਾਰਾ ਕੁਝ ਉਹਨਾਂ ਹੋ ਡਿਆ, ਪਰ ਕੰਮ ਸਹੀ ਨਹੀਂ ਹੋ ਰਿਹਾ। ਹਾਲੇਲੂਇਆ। ਹਾਲੇਲੂਇਆ। ਗਿਆਨ ਬਿਨਾ ਪਰਜਾ ਵਚਨ ਹੋਏਗਾ, ਤੁਹਾਨੂੰ ਪਾਠ ਬਥੇਰਾ ਆਖਾਂ ਕੱਢ ਕੇ ਦੇਵੇਗਾ ਵੀ ਆਹ ਵੇਖ ਏਦਾਂ ਲਿਖਿਆ, ਪਰ ਜੇ ਤੁਹਾਨੂੰ ਵੀ ਗਿਆਨ ਹੋਏਗਾ, ਵਚਨ ਹੋਏਗਾ, ਤੇ ਤੁਸੀਂ ਉਹਨੂੰ ਕਦੀ ਵੀ ਕੱਚੀ ਲਪਾਈ ਕਰਨਾ ਨਹੀਂ ਦੋਗੇ। ਕਦੀ ਲਿਖਿਆ ਗਿਆਨ ਬਿਨਾ ਪਰਜਾ ਕੀ ਹੋਵੇਗਾ, ਗਿਆਨ ਹੋਣਾ ਬਹੁਤ ਕੀ ਆ ਜ਼ਰੂਰੀ। ਉਹਨੇ ਤੇ ਲਿਖਿਆ ਤੂੰ ਉਹਨਾਂ ਨੂੰ ਜਾ ਕੇ ਕੀ ਕਰ, ਉਹ ਕਹਿੰਦੇ ਵੀ ਤੂੰ ਉਹਨਾਂ ਨੇ ਤੁਹਾਨੂੰ ਕਹਿਣਾ ਤੂੰ ਮੈਨੂੰ ਕਿਉਂ ਕਹਿਣਾ, ਤੁਸੀਂ ਆਪਣਾ ਕੰਮ ਕਰੋ, ਜਦੋਂ ਤੁਸੀਂ ਜਾਂਦੇ ਜਾਈ ਜਾਓ। ਪਰ ਪ੍ਰਭੂ ਕਹਿੰਦਾ ਫਿਰ ਵੀ ਜਾ ਕੇ ਕੀ ਕਰ। ਹਾਲੇਲੂਇਆ। ਆਖਣਾ ਕਿਉਂ ਆ, ਕਿਉਂਕਿ ਕੰਮ ਕਰਨ ਵਿੱਚ ਕੀ ਆ, ਸਾਂਝੀ ਆ। ਕੰਮ ਤੇ ਮੇਰੇ ਪਿਓ ਦਾ ਹੋ ਰਿਹਾ ਨਾ, ਤੇ ਮੇਰੇ ਪਿਓ ਦਾ ਕੰਮ ਤੂੰ ਕੀ ਕਰਨਿਆ, ਗਲਤ ਕਰਨਾ। ਤੇ ਜੇ ਨਾ ਗਿਆ ਤੇ ਹੈਕਲ ਨੂੰ ਕੱਚੀ ਲਪਾਈ ਹੁੰਦੀ ਵੇਖਦੇ ਰਹੇ, ਤੇ ਪ੍ਰਭੂ ਨੇ ਕਹਿਣਾ ਤੈਨੂੰ ਪਤਾ ਸੀ ਮੇਰੀ ਹੈਕਲ ਦੀ ਕੀ ਕਰਨ ਦੇ ਸੀ, ਕੱਚੀ ਲਪਾਈ। ਤੇ ਮੈਂ ਤੈਨੂੰ ਕਿਹਾ ਵੀ ਜਾ ਕੇ ਉਹਨਾਂ ਨੂੰ ਕੀ ਕਰ, ਆਖ ਵੀ ਵੱਡੇ ਕੀ ਪੈਣੇ ਸੀ, ਗੜੇ ਪੈਣੇ ਸੀ, ਤੇ ਮੋਲੇ ਧਾਰ ਕੀ ਆਉਣੀ ਆ। ਮੋਲੇ ਧਾਰ ਵਰਖਾ ਦਾ ਮਤਲਬ ਕੀ ਆ ਵੀ ਬੜੀ ਤੇਜ਼, ਦੇਖੋ ਨਿੱਕਾ ਮੀਂਹ ਪੈਣ ਡਿਆ, ਤੁਸੀਂ ਖਲੋਤੇ ਰਹੋਗੇ ਤੁਹਾਨੂੰ ਕੁਛ ਨਹੀਂ ਹੋਣਾ, ਪਰ ਉਹੀ ਨਿੱਕੇ ਮੀਂਹ ਚ ਥੋੜਾ ਤੇਜ਼ ਮੋਟਰਸਾਈਕਲ ਭਜਾ ਕੇ ਜਾਓਗੇ ਤੇ ਕਿੰਨੀ ਦੇਰ ਵੱਜਦਾ ਕਿ ਨਹੀਂ ਵੱਜਦਾ। ਹਾਲੇਲੂਇਆ। ਇਸੇ ਤਰ੍ਹਾਂ ਕਹਿੰਦਾ ਤੇਜ਼ ਵਰਖਾ ਆਵੇਗੀ ਤੇ ਇਹ ਕੱਚੀ ਲਪਾਈ ਵਾਲੀ ਕੰਧ ਤੇ ਜਦੋਂ ਪਏਗੀ ਤੇ ਕੰਧ ਕੀ ਹੋ ਜਾਂਦੀ, ਤੇ ਜੇ ਉਹਨਾਂ ਨਾਲ ਡਿੱਗੀ ਤੇ ਫਿਰ ਮੋਟੇ ਕੀ ਪੈਣੇ ਆ, ਉਹਨਾਂ ਨਾਲ ਡਿੱਗ ਪੈਣੀ ਆ। ਤੇ ਜੇ ਉਹਨਾਂ ਨਾਲ ਨਾ ਡਿੱਗੀ ਤੇ ਫਿਰ ਤੇਜ਼ ਕੀ ਆਉਣੀ ਆ, ਹਨੇਰੀ ਆਉਣੀ ਆ, ਉਹਦੇ ਨਾਲ ਕੀ ਹੋ ਜਾਣੀ ਆ। ਤੇ ਇਹ ਹਨੇਰੀ, ਇਹ ਗੜੇ, ਇਹ ਮੀਂਹ ਨੂੰ ਦੱਸਦਾ ਮੁਸ਼ਕਲਾਂ ਨੂੰ ਤੇ ਮੁਸੀਬਤਾਂ ਨੂੰ। ਇਸ ਕਰਕੇ ਜਿਨ੍ਹਾਂ ਨੇ ਇਹੋ ਸਿੱਖਿਆ ਨਾ, ਪ੍ਰਭੂ ਦੇ ਕੋਲ ਆਣ ਕੇ ਆਸ਼ੀਸ਼ਾਂ ਮਿਲਦੀਆਂ, ਬਰਕਤਾਂ ਮਿਲਦੀਆਂ, ਆਰਾਮ ਮਿਲਦਾ, ਸੁੱਖ ਮਿਲਦਾ, ਕਾਰੋਬਾਰ ਚੱਲਦਾ, ਤੇ ਫਿਰ ਕਿਤੇ ਉਹਨਾਂ ਦੇ ਜ਼ਿੰਦਗੀ 'ਚ ਦੁੱਖ, ਕਸ਼ਟ, ਬਿਮਾਰੀ, ਕਾਰੋਬਾਰ ਥੋੜਾ ਬੰਦ ਹੋ ਜਾਂਦਾ ਤੇ ਫਿਰ ਉਹ ਡਿੱਗ ਪੈਂਦੀਆਂ ਕਹਿੰਦਾ, ਉਹ ਫਿਰ ਪ੍ਰਭੂ ਤੋਂ ਕੀ ਹੋ ਜਾਂਦੇ ਆ। ਪਰ ਜੇ ਵਚਨ ਦੇ, ਪ੍ਰਭੂ ਦੇ ਵਚਨ 'ਚ ਲਿਖਿਆ
ਮਤੀ ਦੀ ਇੰਜੀਲ 7:12 ਦੇ ਵਿੱਚ ਪੜ੍ਹਦੇ ਸਮੇਂ ਲਿਖਿਆ, ਕਹਿੰਦਾ ਕਿ ਜਿਹੜੇ ਮੇਰੇ ਵਚਨ ਸੁਣਦੇ ਤੇ ਉਹਦੇ ਮੁਤਾਬਕ ਚੱਲਦੇ ਆ ਉਹ ਉਸ ਬੁੱਧਵਾਨ ਵਰਗੇ ਆ ਜਿਨ੍ਹਾਂ ਨੇ ਘਰ ਬਣਾਉਂਦੇ ਵਕਤ ਨੀਂਹ ਕਿੱਥੇ ਰੱਖੀ ਆ? ਪੱਥਰ ਤੇ ਰੱਖੀ। ਪਰ ਕਹਿੰਦਾ ਜਿਹੜੇ ਸੁਣ ਕੇ ਚੱਲਦੇ ਨਹੀਂ ਆ, ਉਹ ਕਹਿੰਦਾ ਉਸ ਮੂਰਖ ਵਰਗੇ ਆ ਜਿਨ੍ਹਾਂ ਨੇ ਘਰ ਵੀ ਬਣਾਇਆ, ਮਿਹਨਤ ਵੀ ਕੀਤੀ, ਸਾਰਾ ਮਟੀਰੀਅਲ ਲਿਆਂਦਾ, ਪਰ ਘਰ ਬਣਾਉਂਦੇ ਵਕਤ ਨੀਂਹ ਕਿੱਥੇ ਰੱਖੀ ਆ? ਰੇਤ ਤੇ ਰੱਖੀ। ਕਹਿੰਦਾ ਹੁਣ ਰੇਤ ਤੇ ਰੱਖੇ ਹੋਏ ਘਰ ਦੇ ਲਈ ਮੀਂਹ ਆਵੇਗਾ, ਹਾੜ ਆਵੇਗਾ, ਹਨੇਰੀ ਆਵੇਗੀ ਤੇ ਉਹ ਘਰ ਕੀ ਹੋ ਜਾਵੇਗਾ? ਅੱਜ ਇਸ ਤਰ੍ਹਾਂ ਦੇ ਕਿੰਨੇ ਘਰ ਕੀ ਹੋ ਗਏ ਨੇ? ਡਿੱਗ ਪਏ ਨੇ। ਹਾਲੇਲੂਇਆ। ਪ੍ਰਭੂ ਕਹਿੰਦਾ ਤੂੰ ਉਹਨਾਂ ਨੂੰ ਕੀ ਕਰ ਤੇ ਜੇ ਨਾ ਆਖਿਆ ਆਦਮ ਤੇ ਹਵਾ ਨੇ ਕੀ ਕੀਤਾ? ਪਰਮੇਸ਼ਰ ਦੇ ਹੁਕਮ ਨੂੰ ਕੀ ਕੀਤਾ? ਤੇ ਜੇ ਤੁਸੀਂ ਵੀ ਨਹੀਂ ਨਾ ਜਾ ਕੇ ਕਹਿੰਦੇ ਤੇ ਤੁਸੀਂ ਵੀ ਪਰਮੇਸ਼ਰ ਦੇ ਹੁਕਮ ਨੂੰ ਕੀ ਕਰਦੇ? ਆਦਮ ਤੇ ਹਵਾ ਨੇ ਹੁਕਮ ਤੋੜਿਆ, ਪਰਮੇਸ਼ਰ ਤੋਂ ਦੂਰ ਚਲੇ ਗਏ, ਜੁਦਾਈ ਪੈ ਗਈ। ਤੇ ਜੇ ਤੁਸੀਂ ਵੀ ਤੋੜੋਗੇ ਤੇ ਤੁਹਾਡੇ ਤੇ ਪਰਮੇਸ਼ਰ 'ਚ ਕੀ ਪੈ ਜਾਣਾ? ਹੁਣ ਪਰਮੇਸ਼ਰ ਦੇ ਹੁਕਮ ਨੂੰ ਮੰਨਣਾ ਕਿ ਜਾਂ ਲੋਕਾਂ ਦੀਆਂ ਗੱਲਾਂ ਵੱਲ ਵੇਖਣਾ ਵੀ ਐਵੇਂ ਮੈਨੂੰ ਕੁਝ ਕਹਿਣ ਨਾ? ਪਰਮੇਸ਼ਰ ਦੇ ਹੁਕਮ ਪੂਰਾ ਕਰਨਾ। ਜਿਹੜੇ ਕੱਚੀ ਲਪਾਈ ਕਰਦੇ ਉਹਨਾਂ ਨੂੰ ਜਾ ਕੇ ਕਹਿਣਾ ਵੀ ਤੁਸੀਂ ਭਰਾ ਕੀ ਕਰਦੇ ਜੀ? ਇਹ ਇੱਕ ਦਿਨ ਕੰਧ ਕੀ ਹੋ ਜਾਣੀ ਜੀ? ਹਾਂਜੀ ਅੱਗੇ ਵਧੋ। ਅਤੇ ਜਦੋਂ ਉਹ ਕੰਧ ਡਿੱਗੇਗੀ ਤੇ ਜਦੋਂ ਉਹ ਕੰਧ ਡਿੱਗੇਗੀ ਤਾਂ ਕੀ ਲੋਕ ਤੁਹਾਡੇ ਤੋਂ ਪੁੱਛਣਗੇ? ਫਿਰ ਜਦੋਂ ਕੰਧ ਡਿੱਗੀ ਤਾਂ ਉਹਨਾਂ ਪੁੱਛਣਾ ਆਣਗੇ ਕਿ ਯਾਰ ਤੂੰ ਤੇ ਕਹਿੰਦਾ ਇਹਨੂੰ ਤੋਬਾ ਕਰਾਈ, ਬਪਤਿਸਮਾ ਦਿੱਤਾ, ਬੜੀਆਂ ਆਸ਼ੀਸ਼ਾਂ ਬਰਕਤਾਂ ਮਿਲਦੀਆਂ। ਅੱਜ ਮੈਂ ਉਹ ਲੋਕ ਵੇਖੇ ਆ ਜਿਨ੍ਹਾਂ ਨੂੰ ਬੜੀਆਂ ਆਸ਼ੀਸ਼ਾਂ ਬਰਕਤਾਂ ਮਿਲੀਆਂ ਤੇ ਬੜਾ ਪ੍ਰਭੂ 'ਚ ਚੱਲੇ। ਭੂਤ ਨਿਕਲਦੇ ਵੇਖ ਕੇ, ਲੰਗੜੇ ਜਾਂਦੇ ਵੇਖ ਕੇ ਬੜੇ ਬੜੇ ਭੱਜੇ ਗਏ ਸੀ ਉਧਰ। ਅੱਜ ਉਹਨਾਂ ਦਾ ਜੀਵਨ ਵੇਖਿਆ ਫਿਰ ਪ੍ਰਭੂ ਤੋਂ ਕੀ ਹੋ ਗਿਆ? ਇਹਦਾ ਮਤਲਬ ਕੰਧ ਕੀ ਹੋ ਗਈ? ਉਹ ਕੰਧ ਡਿੱਗ ਗਈ। ਹਾਲੇਲੂਇਆ। ਹੁਣ ਜਿਹੜੀ ਕੰਧ ਡਿੱਗ ਗਈ, ਇਹ ਕਸੂਰ ਕਿਹਦਾ? ਇਹ ਕਸੂਰ ਮਿਸਤਰੀ ਦਾ ਆ। ਪ੍ਰਭੂ ਕੀ ਕਹਿੰਦਾ ਇਹਨਾਂ ਕੰਧਾਂ ਦੇ ਬਾਰੇ ਕੇ ਪੜੋ। ਹਾਂਜੀ, ਕਿ ਉਹ ਕਹਿ ਗੱਲ ਕਿੱਥੇ ਹੈ? ਉਹ ਕਹਿਣਗੇ ਵੀ ਉਹ ਕਹਿ ਗੱਲ ਕਿੱਥੇ ਹੈ ਜਿਹੜਾ ਤੁਸੀਂ ਉਸ ਉੱਤੇ ਕੀਤੀ ਸੀ? ਕਹਿੰਦਾ ਉਹਨੇ ਪਾਈ ਤੇ ਤੁਸੀਂ ਉਦੋਂ ਕੀਤੀ ਤੇ ਤੁਸੀਂ ਕਹਿੰਦੇ ਜਾਂਦੇ ਨਹੀਂ ਕਿਤੇ। ਜਿਸ ਤਰ੍ਹਾਂ ਹੁਣ ਸਾਜਨ ਸਾਡੇ ਵਿੱਚ ਬੈਠੇ ਆ, ਇਹ ਵਾਲਪੇਪਰਾਂ ਦਾ ਕੰਮ ਕਰਦੇ ਵੀ 10 ਸਾਲ ਦੀ ਗਾਰੰਟੀ ਦਿੰਦੇ ਹਨ। ਤੇ ਜੇ ਉਹ 10 ਦਿਨਾਂ 'ਚ ਲੱਥਣ ਡਿਆ ਪੈਣਾ ਤੇ ਪੁੱਛਣ ਜਿਹੜੀ ਇਹਨਾਂ ਨੂੰ ਆਣ ਕੇ ਤੇ ਤੁਸੀਂ ਤੇ ਆਂਦੇ 10 ਸਾਲ ਦੀ ਗਾਰੰਟੀ, ਇਹ ਤਾਂ ਪਹਿਲਾਂ ਕੀ ਹੋ ਡਿਆ ਪਿਆ? ਲੱਥਣ ਡਿਆ ਪਿਆ। ਹਾਲੇਲੂਇਆ। ਕਹਿੰਦੇ ਉਹ ਵੀ ਪੁੱਛਣਗੇ ਤੁਸੀਂ ਤੇ ਆਂਦੀਆਂ ਬੜੀਆਂ ਆਸ਼ੀਸ਼ਾਂ ਮਿਲਦੀਆਂ, ਬਰਕਤਾਂ ਮਿਲਦੀਆਂ, ਤੇ ਹੁਣ ਸਾਡੇ ਕੋਲ ਮਿਲੀਆਂ ਤੇ ਆਈਆਂ ਪਰ ਰਹੀਆਂ ਨਹੀਂ ਜੇ। ਹਾਲੇਲੂਇਆ। ਸਾਡੇ ਬੋਲਾਂਗੇ ਹਾਲੇਲੂਇਆ। ਮੇਰੇ ਭੈਣਾਂ ਤੇ ਭਰਾ ਉਹਨਾਂ ਨੂੰ ਕਹੋ ਜਾ ਕੇ ਵੀ ਇਹ ਕੰਨਾਂ ਕੀ ਹੋ ਜਾਣੀਆਂ? ਇਹ ਕੱਚੀ ਲਪਾਈ ਆ, ਪੱਕੀ ਲਪਾਈ ਕਰੋ, ਸਵਰਗ ਦੀ ਕਰਾਓ। ਇਸ ਲਈ ਪ੍ਰਭੂ ਇਉਂ ਫਰਮਾਉਂਦਾ ਹੈ, ਇਸ ਲਈ ਪ੍ਰਭੂ ਤੁਹਾਨੂੰ ਇਉਂ ਫਰਮਾਉਂਦਾ ਜਾਂ ਆਖਦਾ ਹੈ ਕਿ ਮੈਂ ਆਪਣੇ ਕਹਿਣ ਦੇ ਜ਼ੋਰ ਦੀ ਹਨੇਰੀ ਨਾਲ ਉਹਨੂੰ ਭੰਨ ਸੁੱਟਾਂਗਾ। ਪ੍ਰਭੂ ਕੀ ਕਹਿੰਦਾ? ਇਹਨਾਂ ਨੇ ਕੱਚੀ ਲਪਾਈ ਕਰਦੇ ਜੇ ਨਾ, ਤੁਸੀਂ ਕਹਿੰਦੇ ਪੱਕੀ ਆ ਤੇ ਪਰ ਹੈ ਕਿਹੜੀ ਆ? ਤੇ ਜੇ ਤੁਸੀਂ ਫਿਰ ਵੀ ਕਹੀ ਜਾਂਦੇ ਆ ਪੱਕੀ ਆ, ਵਧੀਆ ਵਾ, ਤੇ ਕਹਿੰਦਾ ਫਿਰ ਮੈਂ ਚੈੱਕ ਕਰਨੀ ਜੀ। ਹਾਲੇਲੂਇਆ। ਮੈਂ ਕੀ ਕਰਨੀ ਆ? ਹੁਣ ਇੱਥੇ ਥੋੜੀ ਕੰਧ ਆ ਕੀ 4-5 ਫੁੱਟ ਦੀ, ਉਹਨੂੰ ਹੌਲੀ 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 ਮਾਰਾਂਗੇ ਤੇ ਉਹ ਹੌਲੀ ਹੌਲੀ ਕੀ ਹੁੰਦੀ ਰਹੇਗੀ? ਘਟਦੀ ਰਹੇਗੀ, ਹੈ ਨਾ? ਉਹਦਾ ਮਤਲਬ ਹੌਲੀ 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 ਡਿੱਗਣ ਦੀ ਕੰਧ। ਤੇ ਜੇ ਮੈਦਾਨ ਫੜ ਕੇ 5-7 ਮਾਰਾਂਗੇ, ਹੋਰ 5-7 ਵੀ ਨਹੀਂ ਮਾਰਨ ਦੀ ਲੋੜ ਪਏ, 2-3 ਵਾਰ ਸਾਰੀ ਕੰਧ ਕੀ ਹੋਣੀ? ਡਿੱਗ ਪੈਣੀ, ਹੈ ਨਾ? ਇਹਦਾ ਮਤਲਬ ਉਹ ਕਿਹਦੇ ਨਾਲ ਮਾਰੇ? ਗੁੱਸੇ ਨਾਲ ਮਾਰੇ। ਪ੍ਰਭੂ ਕਹਿੰਦਾ ਮੈਂ ਵੀ ਆਪਣੇ ਗੁੱਸੇ ਦੇ ਨਾਲ। ਦੁਬਾਰਾ ਪੜੋ ਕਿਸੇ, ਠੀਕ ਹੈ? ਇਸ ਲਈ ਪ੍ਰਭੂ ਯਹੋਵਾ ਇਉਂ ਫਰਮਾਉਂਦਾ ਹੈ ਕਿ ਮੈਂ ਆਪਣੇ ਕਹਿਰ ਦੀ ਜ਼ੋਰ ਦੀ ਹਨੇਰੀ ਨਾਲ ਉਹਨੂੰ ਕੀ ਕਰਾਂਗਾ? ਉਹਨੂੰ ਭੰਨ ਸੁੱਟਾਂ। ਕਹਿਰ ਦਾ ਮਤਲਬ ਗੁੱਸੇ ਦੇ ਨਾਲ ਮੈਂ ਜੱਗ ਕਰਨੀ ਕੰਧ। ਇਹ ਟਿਕੀ ਰਹਿੰਦੀ ਵੀ ਆ ਕਿ ਜਾਂ ਨਹੀਂ? ਅਯੂਬ ਨੂੰ ਕੀਤਾ ਹੈ ਕਿ ਨਹੀਂ? ਸਾਰਾ ਕੁਝ ਤੇ ਸ਼ੈਤਾਨ ਨੇ ਕੀਤਾ ਸੀ, ਪਰ ਇਜਾਜ਼ਤ ਕਿਹਨੇ ਦਿੱਤੀ ਸੀ? ਪਰਮੇਸ਼ਰ ਨੇ। ਪ੍ਰਭੂ ਨੇ ਕਿਹਾ ਵੀ ਜਾ ਫਿਰ ਇਹਨੂੰ ਜਾ ਕੇ ਥੋੜਾ ਜਿਹਾ ਕੀ ਕਰ ਚੈੱਕ ਕਰ ਵੀ ਇਹ ਕੰਧ ਡਿੱਗਦੀ ਆ ਕਿ ਜਾਂ ਡਿੱਗੀ ਹੋ ਨਹੀਂ ਡਿੱਗੀ। ਹਾਲੇਲੂਇਆ। ਹਾਲੇਲੂਇਆ। ਤੇ ਜਿਹੜੇ ਪਾਟਰ ਕਹਿੰਦੇ ਆ ਨਾ ਵੀ ਅਸੀਂ ਕੰਧਾਂ ਬਣਾਉਂਦੇ ਆ, ਇਹ ਪ੍ਰਭੂ ਨੇ ਕੰਧਾਂ ਕੀ ਕਰਨੀਆਂ ਜੇ? ਚੈੱਕ ਵੀ ਕਰਨੀਆਂ। ਇਸ ਕਰਕੇ ਦਾਊਦ ਕਹਿੰਦਾ ਨਾ, ਕਹਿੰਦਾ ਤੈਂ ਸਾਨੂੰ ਜਾਲ 'ਚ ਫਸਾਇਆ ਤੇ ਡਾਢੇ ਭਾਰ ਸਾਡੇ ਲੱਖਾਂ ਉੱਤੇ ਕੀ ਕੀਤੇ ਆ? ਰੱਖੇ ਆ। ਕਹਿੰਦਾ ਤੂੰ ਸਾਨੂੰ ਚਾਂਦੀ ਵਾਂਗੂ ਤਾਇਆ ਤੇ ਕੀ ਤਾ ਕੇ ਪਰਖਿਆ। ਹਾਲੇਲੂਇਆ। ਪਰਮੇਸ਼ਰ ਪਰਖਦਾ ਵੀ ਆ ਵੀ ਇਹ ਕੰਧਾਂ ਡਿੱਗੀਆਂ ਰਹਿੰਦੀਆਂ ਕਿਤੇ ਡਿੱਗਦੀਆਂ ਨਹੀਂ ਆ। ਹਾਲੇਲੂਇਆ। ਹਾਂਜੀ ਅੱਗੇ ਪੜਾਂਗੇ। ਹਾਂਜੀ। ਅਤੇ ਮੇਰੇ ਕਹਿਰ ਕਰਕੇ ਸ਼ਮ ਵਰਖਾ ਵੜੇਗੀ। ਆਂਦਾ ਸ਼ਮ ਵਰਖਾ ਵਗੇਗੀ, ਮੈਂ ਮੀਂਹ ਪਵਾਵਾਂਗਾ। ਹਾਂਜੀ। ਅਤੇ ਮੇਰੇ ਕਹਿਰ ਦੇ ਵੱਡੇ ਗੜੇ ਵੀ ਪੈਣਗੇ ਤੇ ਮੈਂ ਵੱਡੇ ਵੱਡੇ ਗੜੇ ਵੀ ਕਹਿਰ ਦੇ ਨਾਲ ਸੁੱਟਾਂਗਾ ਤਾਂ ਜੋ ਉਹਨੂੰ ਮਲੀਆਂ ਮੇੜ ਕਰ ਦੇਣਗੇ। ਕਹਿੰਦਾ ਤਾਂ ਜੋ ਉਹਨੂੰ ਕੀ ਕਰ ਦੇਣ? ਮਲੀਆਂ ਮੇੜ। ਜੇ ਕੰਧ ਕੱਚੀ ਹੋਈ ਤੇ ਕੀ ਹੋ ਜਾਣੀ? ਮਲੀਆਂ ਮੇੜ ਡਿੱਗ ਪੈਣੀ ਜੇ। ਤੇ ਜੇ ਕੰਧ ਪੱਕੀ ਹੋਈ ਤੇ ਇਹ ਕੀ ਰਹੇਗੀ? ਖੜੀ। ਇਸ ਕਰਕੇ ਪ੍ਰਭੂ ਦਾ ਵਚਨ ਕਹਿੰਦਾ ਹਰ ਇੱਕ ਦਾ ਕੰਮ ਕੀ ਕੀਤਾ ਜਾਣਾ? ਪਰਖਿਆ ਜਾਣਾ। ਅੱਗੇ ਪੜੋ। ਹਾਂਜੀ। ਸੋ ਮੈਂ ਉਸ ਕੰਧ ਨੂੰ ਜਿਸ ਉੱਤੇ ਤੁਸੀਂ ਕੱਚੀ ਲਪਾਈ ਕੀਤੀ ਸੀ, ਜਿਹਦੇ ਉੱਤੇ ਤੁਸੀਂ ਕੱਚੀ ਲਪਾਈ ਕੀਤੀ ਆ, ਉਹ ਸੁੱਟਾਂਗਾ। ਆਂਦਾ ਉਹ ਕੰਧ ਨੂੰ ਮੈਂ ਢਾਹ ਸੁੱਟਾਂਗਾ। ਹਾਂਜੀ। ਅਤੇ ਧਰਤੀ ਦੇ
ਧਰਤੀ ਤੋਂ ਢਾ ਦਿਆਂਗਾ ਤੇ ਧਰਤੀ ਤੋਂ ਕੰਧ ਨੂੰ ਮੈਂ ਢਾ ਦਿਆਂਗਾ ਇੱਥੋਂ ਤੀਕਰ ਕੇ ਉਹਦੀਆਂ ਨੀਹਾਂ ਇੱਥੋਂ ਤੱਕ ਕਿ ਉਹਦੀਆਂ ਨੀਹਾਂ ਨੰਗੀਆਂ ਹੋ ਜਾਣਗੀਆਂ ਉਹਦੀਆਂ ਨੀਹਾਂ ਵੀ ਨੰਗੀਆਂ ਹੋ ਜਾਣਗੀਆਂ ਉਹ ਡਿੱਗੇਗੀ ਨੀਹਾਂ ਨਹੀਂ ਹਟਣਗੀਆਂ ਕਿਉਂਕਿ ਨੀਹਾਂ ਕਿਹਨੇ ਰੱਖੀਆਂ ਨੀਹਾਂ ਪ੍ਰਭੂ ਯਿਸੂ ਮਸੀਹ ਨੀਹਾਂ ਤੱਕ ਕੰਮ ਠੀਕ ਸੀ ਪਰ ਜਿਹੜਾ ਤਾਂ ਹੋਇਆ ਉਹ ਕਿਹੜੀ ਲਪਾਈ ਹੋ ਗਈ ਕੱਚੀ ਲਪਾਈ ਉਹ ਕੱਚੀ ਲਪਾਈ ਹੋਈ ਆ ਉਹ ਕੰਧਾਂ ਕੀ ਨਹੀਂ ਹੋਈਆਂ ਉਹ ਸਹੀ ਤੇ ਜਿਹੜੀਆਂ ਸਹੀ ਕੰਧਾਂ ਨਹੀਂ ਆ ਉਹ ਪ੍ਰਭੂ ਨੇ ਕੀ ਕਰ ਦੇਣੀਆਂ ਨੇ ਸੁੱਟ ਦੇਣੀਆਂ ਤੇ ਜੇ ਸਹੀ ਹੋਈਆਂ ਤਾਂ ਵੀ ਪ੍ਰਭੂ ਨੇ ਗੜੇ ਭਰਾਉਣੇ ਜੇ ਹਨੇਰੀ ਆਉਣ ਦੇਣੀ ਜੇ ਇਹਦਾ ਮਤਲਬ ਦੁੱਖ ਤਕਲੀਫ ਕਸ਼ਟ ਆਉਣ ਦੇਣੇ ਆ ਤੇ ਚੈੱਕ ਕਰਨੀ ਆ ਵੀ ਇਹ ਕੰਧ ਖੜੀ ਰਹਿੰਦੀ ਆ ਕਿ ਜਾਂ ਨਹੀਂ ਰਹਿੰਦੀ ਹਾਲੇਲੂਇਆ ਉਹ ਤੁਹਾਡੇ ਪਰਿਵਾਰ ਦੇ ਦੌਰਾਨ ਵੀ ਦੁੱਖ ਹੋ ਸਕਦੇ ਆ ਉਹ ਤੁਹਾਡੇ ਰਿਸ਼ਤੇਦਾਰਾਂ ਚਾਹਣ ਵਾਲਿਆਂ ਦੇ ਦੌਰਾਨ ਵੀ ਕੀ ਹੋ ਸਕਦੇ ਆ ਦੁੱਖ ਮੁਸੀਬਤਾਂ ਹੋ ਸਕਦੀਆਂ ਤੇ ਪ੍ਰਭੂ ਨੇ ਇਹ ਕੰਧ ਨੂੰ ਕੀ ਕਰਨਾ ਵਾ ਚੈੱਕ ਕਰਨਾ ਹਾਂਜੀ ਅੱਗੇ ਬਣਾਗੇ ਅਤੇ ਤੁਸੀਂ ਉਸ ਵਿੱਚ ਮਾਰੇ ਜਾਓਗੇ ਤੇ ਕਹਿੰਦਾ ਜੇ ਤੁਸੀਂ ਇਹ ਕੰਧ ਦੀ ਕੱਚੀ ਲਪਾਈ ਕੀਤੀ ਨਾ ਕੰਧ ਨੂੰ ਤਾਂ ਸੁੱਟਣਾ ਵਾ ਤੇ ਜਿਨ੍ਹਾਂ ਨੇ ਲਪਾਈ ਕੀਤੀ ਤੁਸੀਂ ਉਹਦੇ ਵਿੱਚ ਵੀ ਕੀ ਕੀਤੇ ਜਾਓਗੇ ਮਾਰੇ ਜਾਓਗੇ ਹਾਂਜੀ ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾ ਹਾਂ ਮੈਂ ਯਹੋਵਾ ਹਾਂ ਹਾਂਜੀ ਮੈਂ ਆਪਣਾ ਕਹਿਰ ਉਸ ਕੰਧ ਉੱਤੇ ਹਾਂ ਅਤੇ ਉਹਨਾਂ ਉੱਤੇ ਜਿਨ੍ਹਾਂ ਨੇ ਉਸ ਉੱਤੇ ਕੱਚੀ ਲਪਾਈ ਕੀਤੀ ਪੂਰਾ ਕਰਾਂਗਾ ਹਾਂਜੀ ਤਦੋਂ ਮੈਂ ਤੁਹਾਨੂੰ ਆਖਾਂਗਾ ਕਿ ਨਾ ਕੰਧ ਰਹੀ ਤੇ ਨਾ ਕੰਧ ਰਹੀ ਅਤੇ ਨਾ ਉਹ ਜਿਨ੍ਹਾਂ ਨੇ ਉਸ ਉੱਤੇ ਕੱਚੀ ਲਪਾਈ ਕੀਤੀ ਸੀ ਕਹਿੰਦਾ ਮੈਂ ਨਾ ਤੇ ਉਹ ਰਹਿਣ ਦੇਣੇ ਆ ਕੰਧ ਰਹਿਣ ਦੇਣੀ ਆ ਤੇ ਨਾ ਉਹ ਕੱਚੀ ਲਪਾਈ ਵਾਲੇ ਰਹਿਣ ਦੇਣੇ ਆ ਜਿਹੜੇ ਆਸ਼ੀਸ਼ਾਂ ਬਰਕਤਾਂ ਦੀ ਕੀ ਕਰਦੇ ਆ ਕੱਚੀ ਲਪਾਈ ਤੇ ਰਸੂਲ ਕਿਹੜੀ ਸਿੱਖਿਆ ਦਿੰਦੇ ਕਹਿੰਦੇ ਨੇਚਾ ਵਿੱਚ ਬਣੇ ਰਹੋ ਬੜੇ ਦੁੱਖ ਸਹਿ ਕੇ ਕਿੱਥੇ ਜਾਣਾ ਪਰਮੇਸ਼ਰ ਦੇ ਰਾਜ ਵਿੱਚ ਜਾਣਾ ਉਹ ਇਹ ਨਹੀਂ ਕਹਿੰਦੇ ਸੌਖੀ ਸੌਖੇ ਆ ਆਸ਼ੀਸ਼ਾਂ ਬਰਕਤਾਂ ਵਾ ਇਦਾਂ ਨਹੀਂ ਸੀ ਕਹਿੰਦੇ ਨੇਚਾ ਵਿੱਚ ਬੜੇ ਦੁੱਖ ਸਹਿ ਕੇ ਕਿੱਥੇ ਜਾਣਾ ਇਹ ਆ ਪੱਕੀ ਲਪਾਈ ਉਹਨਾਂ ਨੂੰ ਪਤਾ ਅਸੀਂ ਦੁੱਖ ਦੇ ਲਈ ਇਹ ਮੋਲੇ ਧਾਰ ਬਾਰਿਸ਼ ਦੇ ਲਈ ਗੜਿਆਂ ਦੇ ਲਈ ਹਨੇਰੀ ਦੇ ਲਈ ਕੀ ਰਹਿਣਾ ਵਾ ਯਾਰ ਇਸੇ ਲਈ ਖੜੇ ਕੀਤੇ ਗਏ ਹਾਲੇਲੂਇਆ ਹਾਲੇਲੂਇਆ ਬੋਲਾਂਗੇ ਹਾਲੇਲੂਇਆ ਇਹ ਕਰਕੇ ਬਾਣੀ ਕਹਿੰਦੀ ਆ ਕਿ ਹਰ ਇੱਕ ਦਾ ਕੰਮ ਕੀ ਹੋਣਾ ਜੇ ਹਰ ਇੱਕ ਦਾ ਕੰਮ ਪਰ ਉਹਦੇ ਵੀ ਪੜ੍ਹ ਦਿੰਦੇ ਆ ਪੜਾਂਗੇ ਪਹਿਲਾ ਗ੍ਰੰਥੀਆਂ 3 ਬਾਬ 10 ਤੋਂ ਪੜਾਂਗੇ ਪਹਿਲਾ ਗ੍ਰੰਥੀਆਂ 3 ਬਾਬ ਉਹਦੀ 10 ਐਡ ਤੋਂ ਹਾਂਜੀ ਪਰਮੇਸ਼ਰ ਦੀ ਕਿਰਪਾ ਦੇ ਅਨੁਸਾਰ ਪ੍ਰਭੂ ਦਾ ਦਾਸ ਪੌਲੁਸ ਕਹਿੰਦਾ ਆ ਕਿ ਪਰਮੇਸ਼ਰ ਦੀ ਕਿਰਪਾ ਦੇ ਅਨੁਸਾਰ ਜੋ ਮੈਨੂੰ ਦਾਨ ਹੋਈ ਹੈ ਕਹਿੰਦਾ ਜੋ ਮੈਨੂੰ ਦਾਨ ਹੋਈ ਹੈ ਮੈਂ ਸਿਆਣੇ ਰਾਜ ਮਿਸਤਰੀ ਵਾਂਗੂ ਨਹੀਂ ਰੱਖੀ ਅਤੇ ਦੂਜਾ ਉਸ ਉੱਤੇ ਉਸਾਰੀ ਕਰਦਾ ਹੈ ਕਹਿੰਦਾ ਮੈਂ ਸਿਆਣੇ ਰਾਜ ਮਿਸਤਰੀ ਵਾਂਗੂ ਕੀ ਰੱਖੀ ਆ ਨਹੀਂ ਰੱਖੀ ਤੇ ਦੂਜਾ ਕੀ ਕਰਦਾ ਦੂਜਾ ਉਹਦੇ ਤੇ ਕੰਨ ਨੂੰ ਤਾਂ ਚੁੱਕਦਾ ਉਸਾਰੀ ਕਰਦਾ ਆ ਜੀ ਸੋ ਹਰੇਕ ਸੁਚੇਤ ਰਹੇ ਉਹ ਪਰ ਉਸਾਰੀ ਕਰਨ ਵਾਲਾ ਸੰਚੇਤ ਰਹੇ ਭਈ ਕਿਸ ਤਰ੍ਹਾਂ ਦੀ ਉਸਾਰੀ ਕਰਦਾ ਹੈ ਇਸ ਕਰਕੇ ਪ੍ਰਭੂ ਕਹਿੰਦਾ ਇਹ ਹੈਕਲ ਨੂੰ ਬਣਾਉਂਦੇ ਵਕਤ ਧਿਆਨ ਦਿਓ ਵੀ ਜਿਹੜੀ ਤੁਸੀਂ ਇਹ ਭਵਨ ਦੀਆਂ ਕੰਧਾਂ ਕਰ ਰਹੇ ਜੇ ਬਣਾ ਰਹੇ ਜੇ ਕਿ ਸਹੀ ਬਣਾ ਰਹੇ ਜੇ ਕਿਤੇ ਕੱਚੀ ਲਪਾਈ ਤੇ ਨਹੀਂ ਕਰ ਰਹੇ ਕਿਤੇ ਵਿੰਗੀ ਟੇਢੀ ਤੇ ਨਹੀਂ ਕੰਧ ਕਰ ਰਹੇ ਇਸ ਕਰਕੇ ਉਹ ਪ੍ਰਭੂ ਦਾ ਦਾਸ ਤੇ ਲੱਗਦਾ ਤੁਸੀਂ ਕੀ ਰਹੋ ਸੰਚੇਤ ਰਹੋ ਸੰਚੇਤ ਦਾ ਮਤਲਬ ਕੀ ਆ ਵੀ ਚੌਕਸ ਰਹੋ ਧਿਆਨ ਨਾਲ ਵੇਖੋ ਕਿਉਂਕਿ ਇਹ ਤੁਹਾਡੀਆਂ ਕੰਧਾਂ ਇੱਕ ਦਿਨ ਕੀ ਕੀਤੀਆਂ ਜਾਣਗੀਆਂ ਇਹ ਪਰਖੀਆਂ ਜਾਂਦੀਆਂ ਨੇ ਚੈੱਕ ਕਰਨੀਆਂ ਹਾਂਜੀ ਕਿਉਂ ਜੋ ਉਸ ਨੀਂਹ ਤੋਂ ਬਿਨਾਂ ਹੁਣ ਆਹ ਗੱਲ ਸਿੱਖ ਲਓ ਚੰਗੀ ਤਰ੍ਹਾਂ ਕਿਉਂ ਜੋ ਉਸ ਨੀਂਹ ਤੋਂ ਬਿਨਾਂ ਜੋ ਰੱਖੀ ਹੋਈ ਹੈ ਜੋ ਨੀਂਹ ਰੱਖੀ ਹੋਈ ਹੈ ਦੂਜੀ ਕੋਈ ਨੀਂਹ ਨਹੀਂ ਰੱਖ ਸਕਦਾ ਔਰ ਉਹ ਯਿਸੂ ਮਸੀਹ ਹੈ ਠੀਕ ਆ ਇਹ ਜਿਹੜੀ ਨੀਂਹ ਰੱਖੀ ਆ ਇਹ ਤੋਂ ਬਿਨਾਂ ਹੋਰ ਕੋਈ ਰੱਖ ਨਹੀਂ ਉਹ ਕੌਣ ਹੈ ਰੱਖਣ ਵਾਲਾ ਯਿਸੂ ਮਸੀਹ ਰੱਖਣ ਵਾਲਾ ਪ੍ਰਭੂ ਯਿਸੂ ਮਸੀਹ ਆ ਤੇ ਉਹ ਨੀਂਹ ਕੌਣ ਆ ਰਸੂਲ ਤੇ ਨਬੀ ਗੱਲ ਲਿਆ ਤੁਸੀਂ ਰਸੂਲਾਂ ਤੇ ਨਬੀਆਂ ਦੀ ਨੀਂਹ ਉੱਤੇ ਕੀ ਕੀਤੇ ਹੋਏ ਬਣੇ ਹੋਏ ਹਾਲੇਲੂਇਆ ਹਾਂਜੀ ਅੱਗੇ बढ़ांगे पर जे कोई ਇਹ ਨੀਂਹ ਉੱਤੇ ਸੋਨੇ ਚਾਂਦੀ ਪਰ ਜੇ ਕੋਈ ਇਹ ਨੀਂਹ ਦੇ ਉੱਤੇ ਸੋਨੇ ਚਾਂਦੀ ਬਹੁਮੁੱਲੇ ਪੱਥਰਾਂ ਲੱਕੜਾਂ ਘਾਹ ਤੇ ਭੌ ਦੀ ਉਸਾਰੀ ਕਰੇ ਤਾਂ ਹਰੇਕ ਦਾ ਕੰਮ ਪ੍ਰਗਟ ਹੋਵੇਗਾ ਪ੍ਰਗਟ ਹੋਵੇਗਾ ਵੇਖਿਆ ਜਾਵੇਗਾ ਜੀ ਕਿਉਂ ਜੋ ਉਹ ਦਿਨ ਉਸ ਨੂੰ ਉਗਾੜ ਦੇਵੇਗਾ ਇਸ ਲਈ ਜੋ ਉਹ ਅੱਗ ਨਾਲ ਪ੍ਰਕਾਸ਼ ਹੁੰਦਾ ਹੈ ਅਤੇ ਅੱਗ ਆਪੇ ਹਰੇਕ ਦਾ ਕੰਮ ਪਰਖ ਦੇਵੇਗੀ ਭਈ ਉਹ ਕਿਸ ਪ੍ਰਕਾਰ ਦਾ ਹੈ ਜੇ ਕਿਸੇ ਦਾ ਕੰਮ ਜਿਹੜਾ ਉਹਨੇ ਬਣਾਇਆ ਸੀ ਟਿਕਿਆ ਰਹੇਗਾ ਤਾਂ ਉਹਨੂੰ ਬਦਲਾ ਮਿਲੇਗਾ ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਹਦੀ ਹਾਨੀ ਹੋਵੇ ਹਾਲੇਲੂਇਆ ਜੇ ਕਿਸੇ ਦਾ ਕੰਮ ਸੜ ਗਿਆ ਤੇ ਉਹਦੀ ਹਾਨੀ ਹੋਣੀ ਆ ਪਰ ਜੇ ਕਿਸੇ ਦਾ ਟਿਕਿਆ ਰਿਹਾ ਤੇ ਪ੍ਰਭੂ ਉਹਨੂੰ ਕੀ ਦੇਗਾ ਉਹਨੂੰ ਫਲ ਦੇਗਾ ਉਹਨੂੰ ਮਜ਼ਦੂਰੀ ਮਿਲੇਗੀ ਹਾਲੇਲੂਇਆ ਤੇ ਜੇ ਪ੍ਰਭੂ ਕਹਿੰਦਾ ਕੁਝ ਲੋਕ ਇਸ
ਨੀਂਹ ਦੇ ਉੱਤੇ ਉਸਾਰੀ ਕਰਦੇ ਆ ਵਧੀਆ ਤਰੀਕੇ ਦੀ, ਔਰ ਕੁਝ ਲੋਕ ਇਸ ਨੀਂਹ ਦੇ ਉੱਤੇ ਉਸਾਰੀ ਕਰਦੇ ਆ ਸੋਨੇ ਚਾਂਦੀ ਦੇ ਬਹੁਮੁੱਲਿਆਂ ਪੱਥਰਾਂ ਦੀ, ਘਾਹ ਦੀ, ਭੌਂ ਦੀ ਉਸਾਰੀ ਕਰਦੇ ਨੇ। ਤੇ ਕਹਿੰਦਾ ਇਹ ਜਿਹੜੀਆਂ ਦੁਨੀਆ ਦੀਆਂ ਨਾਸ਼ਵਾਨ ਚੀਜ਼ਾਂ ਵਾ ਇਹ ਇੱਕ ਦਿਨ ਕੀ ਹੋ ਜਾਣੀਆਂ ਜੀ, ਇਹ ਅੱਗ ਦੇ ਨਾਲ ਸੜ ਜਾਣੀਆਂ ਜੀ, ਕਿਉਂਕਿ ਹਰ ਇੱਕ ਦਾ ਕੰਮ ਕੀ ਕੀਤਾ ਜਾਣਾ, ਪਰਖਿਆ ਜਾਣਾ। ਇਸ ਕਰਕੇ ਨਾ ਸੁਚੇਤ ਰਹੋ ਤੇ ਵੇਖੋ ਕਿਤੇ ਕੱਚੀ ਉਸਾਰੀ ਘਾਹ ਬੂੜ ਦੇ ਬਾਰੇ ਲਿਖਿਆ ਕਿ ਘਾਹ ਬੂੜ ਦੀ ਕੀ ਕਰਦੇ ਆ। ਇਹ ਘਾਹ ਬੂੜ ਕਿਹਨੇ ਦਿਖਾਉਂਦਾ ਕਹਿੰਦਾ ਨਾਸ਼ਵਾਨ ਚੀਜ਼ਾਂ ਦੀ ਕੀ ਕਰਦੇ ਆ। ਘਾਹ ਵੀ ਥੋੜੇ ਸਮੇਂ ਦਿਖਦਾ ਤੇ ਫਿਰ ਕੀ ਹੋ ਜਾਂਦਾ, ਤੇਜ਼ ਧੁੱਪ ਲੱਗਦੀ ਆ ਤੇ ਕੀ ਹੋ ਜਾਂਦਾ, ਸੁੱਕ ਸੜ ਜਾਂਦਾ। ਇਸੇ ਮੁਤਾਬਕ ਕਹਿੰਦਾ ਦੁਨੀਆ ਦੀਆਂ ਨਾਸ਼ਵਾਨ ਚੀਜ਼ਾਂ ਵਾ ਇਹ ਇੱਕ ਦਿਨ ਕੀ ਹੁੰਦੀਆਂ ਰਹਿਣੀਆਂ ਵਾ, ਜਾਂਦੀਆਂ ਰਹਿਣੀਆਂ ਵਾ। ਹਾਲੇਲੂਇਆ। ਇਸ ਕਰਕੇ ਉਸਾਰੀ ਕਰਦੇ ਵਕਤ ਤੁਸੀਂ ਕੀ ਰਹਿਣਾ, ਕਹਿੰਦਾ ਸੁਚੇਤ ਰਹੋ। ਹਾਲੇਲੂਇਆ। ਹਾਂ, ਉਹ ਲਾਸਟ ਐਪ ਨੂੰ ਪੜ੍ਹ ਕੇ ਅਸੀਂ ਬੰਦ ਕਰਾਂਗੇ। ਅਫਸੀਆਂ ਜਿੱਥੋਂ ਸ਼ੁਰੂ ਕੀਤਾ ਹੈ, ਅਫਸੀਆਂ 2 ਦੀ 20 ਤੋਂ 22 ਤੱਕ ਪੜ੍ਹ ਦਿਓ। ਇਹ ਭਵਨ ਕੌਣ ਨੇ, ਇਹਦੇ ਬਾਰੇ ਆਪਾਂ ਸਿੱਖ ਰਹੇ। ਠੀਕ ਆ, ਤੁਸੀਂ ਪਰਮੇਸ਼ਰ ਦਾ ਕੀ ਜੀ, ਤੁਸੀਂ ਪਰਮੇਸ਼ਰ ਦਾ ਭਵਨ। ਹਾਂ ਜੀ। ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ, ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਹੋ, ਤੁਸੀਂ ਬਣੇ ਹੋਏ ਹੋ, ਜਿਹਦੇ ਖੂੰਜੇ ਦਾ ਪੱਥਰ ਹਾਂ ਆਪ ਮਸੀਹ ਯਿਸੂ ਹੈ। ਹਾਂ, ਹੁਣ ਸਮਝ ਲੱਗ ਗਈ ਨਾ। ਹਾਂਜੀ। ਹੁਣ ਉਹ ਖੂੰਜੇ ਦਾ ਪਿੱਲਰ ਪੱਥਰ ਕੌਣ ਆ, ਪ੍ਰਭੂ ਯਿਸੂ ਮਸੀਹ। ਤੇ ਨੀਹਾਂ ਕੌਣ ਨੇ, ਨੀਹਾਂ ਨੇ ਰਸੂਲ। ਇਹ ਰਸੂਲ ਨੀਹਾਂ ਜਿਹੜੀਆਂ ਵਾ ਇਹ ਨੀਂਹ ਕਿਹਨੇ ਰੱਖੀ ਸੀ, ਚੇਲੇ ਕਿਹਦੇ ਦੁਆਰਾ ਬਚਾਏ ਗਏ, ਪ੍ਰਭੂ ਯਿਸੂ ਮਸੀਹ ਦੁਆਰਾ। ਤੇ ਫਿਰ ਚੇਲਿਆਂ ਦੀ ਜ਼ਿੰਦਗੀ ਵੇਖੋ, ਉਹਨਾਂ ਦੀ ਦੌੜ ਵੇਖੋ, ਉਹਨਾਂ ਦਾ ਚਾਲ ਚੱਲਣ ਵੇਖੋ, ਉਹਨਾਂ ਦੀਆਂ ਗੱਲਾਂ ਵੇਖੋ। ਜਿਸ ਤਰ੍ਹਾਂ ਦੇ ਉਹ ਆ ਉਹ ਗੱਲਾਂ ਅੱਜ ਸਾਡੇ ਵਿੱਚ ਵੀ ਹੋਣੀਆਂ। ਹਾਲੇਲੂਇਆ। ਇਸ ਕਰਕੇ ਯਿਸੂ ਮਸੀਹ ਨੇ ਪਤਰਸ ਨੂੰ ਕਿਹਾ ਸੀ, ਕਹਿੰਦਾ ਤੂੰ ਪੱਥਰ ਆ ਤੇ ਮੈਂ ਤੇਰੇ ਉੱਤੇ ਕੀ ਬਣਾਵਾਂਗਾ, ਕਲੀਸਿਆ। ਤੂੰ ਪੱਥਰ ਆ ਤੇ ਤੇਰੇ ਉੱਤੇ ਕਲੀਸਿਆ ਕੀ ਕਰਾਂਗਾ, ਤਿਆਰ ਕਰਾਂਗਾ। ਕੁਝ ਲੋਕ ਕਹਿੰਦੇ ਨੇ ਉਹ ਕਲੀਸਿਆ ਅਸੀਂ ਆ, ਕੁਝ ਲੋਕ ਦਾਵਾ ਕਰਦੇ ਆ ਉਹ ਕਲੀਸਿਆ ਕੌਣ ਆ, ਅਸੀਂ ਆ। ਪਰ ਅਸਲ ਦੇ ਵਿੱਚ ਇਹ ਕਲੀਸਿਆ ਕੌਣ ਆ। ਤੁਸੀਂ ਵੇਖਦੇ ਸਮੇਂ ਪੜ੍ਹੋਗੇ ਨਾ ਬਾਈਬਲ, ਤੁਹਾਨੂੰ ਪਤਾ ਲੱਗੇਗਾ ਯਿਸੂ ਮਸੀਹ ਦੀ ਸੇਵਕਾਈ ਦੇ ਵਿੱਚ ਯਿਸੂ ਮਸੀਹ ਨੇ ਚੇਲਿਆਂ ਨੂੰ, ਸ਼ਾਗਿਰਦਾਂ ਨੂੰ 2-2 ਕਰਕੇ ਘੱਲਿਆ। ਔਰ ਜਦੋਂ 2-2 ਕਰਕੇ ਘੱਲਿਆ ਉਹਨੇ ਕਿਹਾ ਕਿ ਤੁਸੀਂ ਜਦੋਂ ਯਿਸੂ ਮਸੀਹ ਦਾ ਬਲੀਦਾਨ ਨਹੀਂ ਸੀ ਹੋਇਆ, ਉਹਨੇ ਬਲੀਦਾਨ ਨਹੀਂ ਸੀ ਦਿੱਤਾ, ਉਸ ਸਮੇਂ ਯਿਸੂ ਮਸੀਹ ਨੇ ਚੇਲਿਆਂ ਨੂੰ 2-2 ਕਰਕੇ ਘੱਲਿਆ। ਤੇ ਉਹਨੇ ਇਹ ਗੱਲ ਕਹੀ ਕਿ ਇਸਰਾਏਲ ਦੀਆਂ ਗਵਾਚੀਆਂ ਹੋਈਆਂ ਭੇਡਾਂ ਦੇ ਕੋਲ ਜਾਇਓ, ਹੋਰ ਕਿਸੇ ਦੇ ਕੋਲ ਵੀ ਨਾ ਜਾਇਓ। ਉਹਦਾ ਮਤਲਬ ਕੀ ਸੀ, ਕਹਿੰਦਾ ਵੀ ਤੁਸੀਂ ਇਸਰਾਏਲੀਆਂ ਤੇ ਛੱਡ ਕੇ ਦੂਜੀਆਂ ਕੌਮਾਂ ਦੇ ਕੋਲ ਨਹੀਂ ਜਾਣਾ। ਪਰ ਜਦੋਂ ਉਹਨੇ ਬਲੀਦਾਨ ਦੇ ਦਿੱਤਾ, ਉਹਨੇ ਮੁਕਤੀ ਦਾ ਕੰਮ ਪੂਰਾ ਕਰ ਦਿੱਤਾ, ਸਵਰਗ ਨੂੰ ਜਾਂਦਾ ਹੋਇਆ ਕਹਿੰਦਾ ਹੁਣ ਜਾਓ ਸਾਰੀਆਂ ਕੌਮਾਂ 'ਚ ਜਾ ਕੇ ਕੀ ਕਰੋ, ਪ੍ਰਚਾਰ ਕਰੋ ਤੇ ਉਹਨਾਂ ਨੂੰ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਂ ਦੇ ਕੀ ਦਿਓ, ਬਪਤਿਸਮ ਦਿਓ। ਤੇ ਉਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਸਿਖਾਈਆਂ ਇਹ ਹੁਣ ਉਹਨਾਂ ਨੂੰ ਵੀ ਕੀ ਕਰੋ, ਸਿਖਾਓ। ਹਾਲੇਲੂਇਆ। ਅਸੀਂ ਵੇਖਦੇ ਹਾਂ ਬਾਈਬਲ ਦੇ ਵਿੱਚ ਕਿ ਸਭ ਤੋਂ ਪਹਿਲਾਂ ਪਰਾਈਆਂ ਕੌਮਾਂ ਤੱਕ ਜਿਹਨੇ ਪ੍ਰਚਾਰ ਖੜਿਆ, ਯਹੂਦੀਆਂ ਨੂੰ ਛੱਡ ਕੇ ਪ੍ਰਚਾਰ ਪਰਾਈਆਂ ਕੌਮਾਂ ਤੱਕ ਕੀਤਾ, ਉਹ ਪਹਿਲਾਂ ਪਤਰਸ ਸੀ। ਪਤਰਸ ਨੇ ਪਹਿਲਾਂ ਪ੍ਰਚਾਰ ਕਿੱਥੇ ਕੀਤਾ ਸੀ, ਪਰਾਈਆਂ ਕੌਮਾਂ ਨੂੰ। ਜਦੋਂ ਉਹ ਉਹਦੇ ਘਰ ਕੁਰਨੇਲੀਅਸ ਦੇ ਘਰ ਵਿੱਚ ਗਿਆ ਸੀ ਤੇ ਕਿੰਨੀ ਭੀੜ ਇਕੱਠੀ ਹੋਈ, ਪ੍ਰਚਾਰ ਸੁਣਾਉਂਦੇ ਸੁਣਨ ਵਾਲੇ ਤੇ ਕੋਈ ਕੀ ਉਤਰ ਆਇਆ ਸੀ, ਪਵਿੱਤਰ ਆਤਮਾ ਉਤਰ ਆਇਆ ਸੀ। ਹਾਲੇਲੂਇਆ। ਉਸ ਤੋਂ ਪਹਿਲਾਂ ਨੂੰ ਦਰਸ਼ਨ ਵੀ ਆਇਆ ਸੀ ਕਿ ਆ ਇੱਕ ਚਾਦਰ ਆਈ ਆ, ਉਹਦੇ ਤੇ ਅਸ਼ੁੱਧ ਚੀਜ਼ਾਂ ਨੇ, ਪ੍ਰਭੂ ਕਹਿੰਦਾ ਇਹਨੂੰ ਕੱਟ ਤੇ ਕੀ ਕਰ ਖਾ। ਤੇ ਕਹਿੰਦਾ ਮੈਂ ਤੇ ਇਹ ਕਦੀ ਵੀ ਅਸ਼ੁੱਧ ਚੀਜ਼ਾਂ ਨੂੰ ਹੱਥ ਵੀ ਨਹੀਂ ਲਾਇਆ, ਤੇ ਪ੍ਰਭੂ ਤੂੰ ਖਾਣ ਲਈ ਕਹਿਣ ਡਿਆ। ਤੇ ਕਹਿੰਦਾ ਜਿਨ੍ਹਾਂ ਨੂੰ ਮੈਂ ਅਸ਼ੁੱਧ ਠਹਿਰਾਇਆ ਵਾ ਉਹਨਾਂ ਨੂੰ ਅਸ਼ੁੱਧ ਕਿਤਨਾ ਕਹਿ ਸਕਦਾ, ਕਹਿਣਾ ਉਹਨੇ। ਹਾਲੇਲੂਇਆ। ਇਹ ਕੁਰਨੇਲੀਅਸ ਦੇ ਘਰ ਜਾ ਕੇ ਨੂੰ ਸਮਝ ਆਉਂਦੀ ਜਦੋਂ ਪਵਿੱਤਰ ਆਤਮਾ ਉਤਰਦਾ ਵੀ ਉਹ ਦਰਸ਼ਨ ਮੈਨੂੰ ਇਹਨਾਂ ਦੇ ਵਸੀਲੇ ਦਿਖਾਇਆ ਹੈ ਪ੍ਰਭੂ ਨੇ। ਤੇ ਉਹ ਪੱਥਰ ਸੀ ਤੇ ਬਾਕੀ ਜਿਹੜੇ ਪਰਾਈਆਂ ਕੌਮ ਯਹੂਦੀਆਂ ਨੂੰ ਛੱਡ ਕੇ ਸਾਰੇ ਜਣੇ ਆ, ਇਹ ਉਹ ਕਲੀਸਿਆ ਜਿਹੜੀ ਪ੍ਰਭੂ ਨੇ ਪਤਰਸ ਪੱਥਰ ਦੇ ਉੱਤੇ ਕੀ ਕੀਤੀ ਆ, ਤਿਆਰ ਕੀਤੀ। ਸਮਝ ਲੱਗ ਰਹੀ ਹੈ ਕਿ ਲੱਗ ਰਹੀ? ਹਾਲੇਲੂਇਆ। ਸਭ ਨੂੰ ਬੋਲਾਂਗੇ ਹਾਲੇਲੂਇਆ। ਪੱਥਰ ਕੌਣ ਆ? ਉਹ ਜਿਹੜਾ ਨੀਂਹ ਵਾਲਾ ਪਤਰਸ ਆ, ਜਿਹਨੂੰ ਪ੍ਰਭੂ ਯਿਸੂ ਮਸੀਹ ਕਹਿੰਦਾ ਕਿ ਤੂੰ ਪੱਥਰ ਹੈ ਤੇ ਤੇਰੇ ਉੱਤੇ ਮੈਂ ਕੀ ਤਿਆਰ ਕਰਾਂਗਾ, ਕਲੀਸਿਆ ਤਿਆਰ ਕਰਾਂਗਾ। ਉਹ ਕਿਹਨੂੰ ਦਿਖਾਉਂਦਾ ਆ? ਨੀਂਹ ਨੂੰ ਦਿਖਾਉਂਦਾ। ਤੇ ਇਹ ਸਾਰੀਆਂ ਪਰਾਈਆਂ ਕੌਮਾਂ ਵਾਲੇ ਲੋਕ ਅਸੀਂ, ਇਹ ਉਹਨੇ ਪ੍ਰਭੂ ਨੇ ਪੱਥਰ ਜਿਹੜਾ ਪਤਰਸ ਨੀਂਹ ਆ ਉਹਦੇ ਉੱਤੇ ਕਲੀਸਿਆ ਕੀ ਕੀਤੀ ਹੈ, ਤਿਆਰ ਕੀਤੀ ਹੈ, ਉਸਾਰੀ ਕੀਤੀ। ਹਮੇ ਲੱਗ ਰਹੀ ਹੈ ਕਿ ਲੱਗ ਰਹੀ? ਹਾਲੇਲੂਇਆ। ਤੇ ਕੁਝ ਲੋਕ ਕਹਿੰਦੇ ਉਹ ਅਸੀਂ ਆ, ਪਤਰਸ ਦੀ ਦੁਆਰਾ ਜਿਹੜੀ ਕਲੀਸਿਆ ਤਿਆਰ ਕੀਤੀ ਉਹ ਤੁਸੀਂ ਨਹੀਂ ਆ। ਉਹ ਲੋਕ ਫਿਰ ਉਹਨਾਂ ਦੇ ਲਈ ਇੱਕ ਸਵਾਲ ਆ ਕਿ ਜਿਸ ਤਰ੍ਹਾਂ ਪਤਰਸ ਚੱਲਿਆ, ਜਿਸ ਤਰ੍ਹਾਂ ਦੀ ਪਤਰਸ ਨੀਂਹ ਸੀ ਕਿ ਤੁਸੀਂ ਕੰਧ ਉਸ ਤਰ੍ਹਾਂ ਦੀ ਜੇ। ਪਤਰਸ ਨੇ ਕਦੀ ਜਾ ਕੇ ਕਬਰਾਂ 'ਚ ਦੀਵੇ ਜਗਾਏ ਸੀ? ਪਤਰਸ ਨੇ ਕਦੀ ਮੂਰਤੀ ਪੂਜਾ ਕੀਤੀ ਸੀ? ਪਤਰਸ ਨੇ ਕਦੀ ਵੱਡਾ ਦਿਨ ਮਨਾਇਆ ਸੀ? ਹਾਲੇਲੂਇਆ। ਅੱਜ ਬੋਲਾਂਗੇ ਹਾਲੇਲੂਇਆ। ਫਿਰ ਜਿਸ ਤਰ੍ਹਾਂ ਦੀ ਨੀਂਹ ਆ ਉਸ ਤਰ੍ਹਾਂ ਦੀ ਕੀ ਹੋਣੀ ਚਾਹੀਦੀ ਸੀ? ਉਸਾਰੀ ਹੋਣੀ ਚਾਹੀਦੀ। ਤੇ ਉਸਾਰੀ ਤੇ ਵੀ ਰੈਡੀ ਹੋਣੀ ਆ। ਉਹ ਕੰਮ ਹੈ ਨਹੀਂ ਜਿਹੜੇ ਕਿਹਦੇ 'ਚ ਸੀ? ਨੀਂਹ ਦੇ ਵਿੱਚ। ਹਾਲੇਲੂਇਆ। ਹਾਂ, ਅੱਗੇ ਪੜੋ।
ਜਿਹਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਜੁੜ ਕੇ ਪ੍ਰਭੂ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ। ਪ੍ਰਭੂ ਵਿੱਚ ਕੀ ਹੁੰਦੀ ਜਾਂਦੀ। ਹੁਣ ਤੁਸੀਂ ਸਾਰੇ ਅਲੱਗ ਜੇ, ਨੀਹਾਂ ਵੀ ਭਰੀਆਂ ਗਈਆਂ ਤੇ ਭੀਮ ਵੀ ਕੀ ਕੀਤਾ ਵਾ, ਭਰਿਆ। ਭੀਮ ਕੌਣ ਆ? ਪ੍ਰਭੂ ਯਿਸੂ ਮਸੀਹ। ਤੇ ਨੀਹਾਂ ਕੌਣ ਆ? ਰਸੂਲ ਤੇ ਨਬੀ ਨੀਹਾਂ। ਹਾਲੇਲੂਇਆ। ਤੇ ਹੁਣ ਉਹ ਇੱਟਾਂ ਜਿਹੜੀਆਂ ਲੱਗਣੀਆਂ ਕੌਣ ਨੇ? ਜੋੜਨ ਵਾਲਾ ਮਸਾਲਾ ਇਹ ਆ। ਹਾਲੇਲੂਇਆ। ਜੋੜਨ ਵਾਲਾ ਪਵਿੱਤਰ ਆਤਮਾ ਵਾ ਤੇ ਹਥਿਆਰ ਇਹ ਆ, ਕਾਂਡੀ ਆ। ਜੋੜਨ ਵਾਲਾ ਕੌਣ ਆ? ਮਸਾਲਾ ਪਵਿੱਤਰ ਆਤਮਾ ਵਾ। ਤੇ ਆ ਜਿਹੜਾ ਹਥਿਆਰ ਆ ਉਹ ਕੌਣ ਨੇ? ਕਾਂਡੀ ਕੁੰਡੀ ਤੇ ਤੇਸੀ ਉਹ ਕੌਣ ਨੇ? ਵਚਨ ਆ। ਤੇ ਇੱਟਾਂ ਕੌਣ ਆ? ਅਸੀਂ ਸਾਰੇ। ਇੱਟਾਂ ਤੁਸੀਂ ਜੇ। ਕੁਝ ਇੱਟਾਂ ਇੱਥੇ ਪਈਆਂ, ਕੁਝ ਇੱਟਾਂ ਹੋਰ ਕੇ ਦੇਸ਼ 'ਚ ਆ, ਕੁਝ ਇੱਟਾਂ ਹੋਰ ਕੇ ਚਰਚ 'ਚ ਆ, ਕੁਝ ਇੱਟਾਂ ਕੁਝ ਹੋਰ ਕੇ ਸੂਬਿਆਂ 'ਚ ਪਿੰਡਾਂ ਦੀਆਂ ਵਾ। ਸਮਝ ਲੱਗ ਰਹੀ ਹੈ ਨਾ? ਤੇ ਉਹ ਇੱਟਾਂ ਨੂੰ ਲੈ ਕੇ ਪ੍ਰਭੂ ਦੀ ਕੀ ਬਣਨੀ ਆ? ਉਹ ਹੈਕਲ ਕੌਣ ਆ? ਤੁਸੀਂ ਆ। ਤੇ ਇੱਟਾਂ ਲੈ ਕੇ ਤੁਸੀਂ ਵੀ ਇੱਕ ਅੱਧੀਆਂ ਇੱਟਾਂ ਭੈਣਾਂ ਨੇ, ਅੱਧੀਆਂ ਇੱਟਾਂ ਕੌਣ ਨੇ? ਭਾਈ ਨੇ। ਹੁਣ ਇੱਕ ਇੱਟ ਫੜ ਕੇ ਪਵਿੱਤਰ ਆਤਮਾ ਨੇ ਫਿੱਟ ਕਰਨੀ, ਪ੍ਰਭੂ ਨੇ ਲਾਉਣੀ ਆਪਣੀ ਹੈਕਲ ਦੀ ਕੰਧ 'ਚ। ਇੱਟ ਆ ਐਡੀ ਵੱਡੀ ਤੇ ਪਰ ਪ੍ਰਭੂ ਨੂੰ ਹੁਣ ਡੇਲੀ ਚਾਹੀਦੀ ਹੈ। ਤੇ ਬਾਕੀ ਸਾਰੀ ਤੇਸੀਆਂ ਮਾਰ ਕੀ ਕਰਨੀ? ਝਾੜ ਦੇਣੀ ਨਾ। ਪਹਿਲਾਂ ਤੇ ਮਾਰਨੀ, ਵੱਟ ਕੇ ਲੱਕ 'ਚ ਤੋੜ ਕੇ ਸੁੱਟ ਦੇਣੀ। ਅੱਧਾ ਇੱਕ ਬੰਨੇ ਦਾ ਹੋ ਜਾਣਾ ਤੇ ਅੱਧਾ ਇੱਕ ਬੰਨੇ ਹੋ ਜਾਣਾ। ਫਿਰ ਉਹਨੂੰ ਵੀ ਫੜ ਕੇ ਉਹਨੇ ਘੁਮਾ ਕੇ ਕੀ ਕਰਨਾ? ਚਾਰੇ ਬੰਨੇ ਕੀ ਕਰਨਾ? ਝਾੜ ਕੇ ਐਡੀ ਵੱਡੀ ਇੱਟ ਚੋਂ ਕਿੱਡੀ ਰਹਿ ਦੇਣੀ। ਉਹ ਬਾਕੀ ਦਾ ਮਤਲਬ ਕਿਹਨੂੰ ਦਰਸਾਉਂਦਾ? ਉਹ ਸਾਰੀਆਂ ਬਾਕੀ ਸੰਸਾਰ ਦੀਆਂ ਉਹ ਚੀਜ਼ਾਂ ਹੀ ਜਿਹੜੀਆਂ ਸਾਨੂੰ ਪਰਮੇਸ਼ਰ ਦੀ ਹੈਕਲ ਦੇ ਵਿੱਚ ਫਿੱਟ ਹੋਣ ਤੋਂ ਕਰਦੀਆਂ, ਰੋਕਣੀਆਂ। ਤੇ ਉਹ ਇਸ ਵਚਨ ਨੇ, ਪਰਮੇਸ਼ਰ ਨੇ ਆਪਣੇ ਦਾਸ ਦੇ ਦੁਆਰਾ ਇਹ ਵਚਨ ਰੂਪੀ ਹਥਿਆਰ ਦੇ ਦੁਆਰਾ ਲਾ ਕੇ ਕਰਨੀਆਂ। ਤੇ ਜਦੋਂ ਇੱਟਾਂ ਦੇ ਉੱਤੇ ਤੇਸੀ ਵੱਜਦੀ ਤੇ ਇੱਟਾਂ ਨੂੰ ਪੁੱਛਦੀਆਂ ਕਿੱਦਾਂ ਦਾ ਲੱਗਦਾ? ਤੇ ਉਹ ਕੀ ਕਹੇਗੀ ਕਿ ਆਦ ਲੱਕ ਤੇ ਤੋੜ ਕੇ ਕੀ ਕਰ ਦਿੱਤਾ? ਸੁੱਟ ਦਿੱਤਾ। ਤੁਹਾਨੂੰ ਪੁੱਛਦੇ ਕਿੱਦਾਂ ਦਾ ਲੱਗਦਾ? ਹਾਲੇਲੂਇਆ। ਪਰ ਖੇਤੀ ਏਦਾਂ ਹੁਣ ਜਿਹੜੀਆਂ ਸੰਸਾਰ ਦੀਆਂ ਲਾਲਚ, ਈਰਖਾ, ਲੜਾਈ, ਝਗੜਾ, ਹਸਦ, ਬੁਰੀ ਇੱਛਾ, ਇਹ ਸਾਰਾ ਕੁਝ ਹੈ ਪ੍ਰਭੂ ਨੇ ਲਾ ਕੇ ਕੀ ਕਰਨਾ? ਤੇ ਲਾਉਂਦੇ ਵਕਤ ਕੀ ਹੋਣੀ ਆ? ਪਰ ਉਹ ਦਰਦ ਨੂੰ ਕੀ ਕਰਨਾ? ਸਿਆਣਾ ਆ ਤੇ ਤਾਂ ਹੀ ਹੈਗਾ ਦੀਆਂ ਉਸ ਕੰਧ ਦੇ ਵਿੱਚ ਕੀ ਹੋ ਜਾਵਾਂਗੇ? ਤਾਂ ਹੀ ਉਹ ਸਾਲ ਦੇ ਜਦੋਂ ਸਾਲ ਨਾਲ ਫਿਰ ਵੇਚਿਆ ਜਾਵੇਗਾ ਤੇ ਕੀ ਹੋਏਗਾ? ਕੰਮ ਬਰਾਬਰ ਹੀ ਨਿਕਲੇਗਾ। ਜੇ ਬਰਾਬਰ ਨਾ ਆਇਆ ਤਾਂ ਫਿਰ ਕੀ ਬਚਣੀ ਜੇ? ਫਿਰ ਇਹ ਹੋ ਜਾਵੇ ਇਹ ਕੀ ਹੋ ਜਾਵੇ? ਸਿੱਧੀ ਹੋ ਜਾਵੇ। ਹਾਲੇਲੂਇਆ। ਬੋਲਾਂਗੇ ਹਾਲੇਲੂਇਆ। ਇਸ ਕਰਕੇ ਲਿਖਿਆ ਅਤੇ ਜਿਹਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਇੱਕ ਇੱਟ ਲੱਗ ਕੀ ਕਰਨੀ ਆ? ਜੋੜਨੀ ਆ। ਹਾਂਜੀ ਅੱਗੇ ਪੜੋ। ਪ੍ਰਭੂ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ। ਪ੍ਰਭੂ ਵਿੱਚ ਪਵਿੱਤਰ ਹੈਕਲ ਤੁਹਾਨੂੰ ਕਿਹਾ ਕਿ ਤੁਸੀਂ ਬਣਦੇ ਜਾਂਦੇ ਜੇ, ਜਿਸ ਵਿੱਚ ਤੁਸੀਂ ਵੀ ਆਤਮਾ ਵਿੱਚ ਪਰਮੇਸ਼ਰ ਦਾ ਭਵਨ ਹੋ। ਆਤਮਾ ਵਿੱਚ ਪਰਮੇਸ਼ਰ ਦਾ ਕੀ? ਇਹ ਆਤਮਾ ਜਿਹੜਾ ਤੁਹਾਨੂੰ ਕੀ ਕਰਦਾ? ਜੋੜਦਾ। ਆਤਮਾ ਕੀ ਕਰਦਾ ਆ? ਆਤਮਾ ਤੁਹਾਨੂੰ ਜੋੜਦਾ। ਇਹਦਾ ਮਤਲਬ ਆਤਮਾ ਮਸਾਲਾ ਆ ਜਿਹੜਾ ਸਾਨੂੰ ਕੀ ਕਰਦਾ? ਜੋੜਦਾ। ਕਦੀ ਵੀ ਕੀ ਨਹੀਂ ਹੋਣ ਦਿੰਦਾ? ਅਲੱਗ ਨਹੀਂ ਹੋਣ ਦਿੰਦਾ। ਹਾਲੇਲੂਇਆ। ਜਿਹੜੇ ਮੇਲ ਮਿਲਾਪ ਤੇ ਜੋੜਦੀ ਨਾ, ਮਿਲ ਕੇ ਨਹੀਂ ਨਾ ਰਹਿੰਦੇ, ਇਹਦਾ ਮਤਲਬ ਪਵਿੱਤਰ ਆਤਮਾ ਦਾ ਮਸਾਲਾ ਉਹਦੇ ਵਿੱਚ ਭਰਿਆ ਹੋਇਆ ਨਹੀਂ ਆ। ਹਾਂਜੀ ਦੁਬਾਰਾ ਪੜਾਂਗੇ ਇਸੇ ਲਾਸਟ। ਜਿਸ ਵਿੱਚ ਤੁਸੀਂ ਵੀ ਆਤਮਾ ਵਿੱਚ ਪਰਮੇਸ਼ਰ ਦਾ ਭਵਨ ਹੋ। ਹੋਣ ਲਈ ਪਰਮੇਸ਼ਰ ਲਿਖਿਆ ਜਿਸ ਵਿੱਚ ਤੁਸੀਂ ਵੀ ਆਤਮਾ ਵਿੱਚ ਪਰਮੇਸ਼ਰ ਦਾ ਭਵਨ ਹੋਣ ਲਈ ਇੱਕ ਸੰਗ ਬਣਾਏ ਜਾਂਦੇ ਹੋ। ਹਾਲੇਲੂਇਆ। ਹੁਣ ਪਤਾ ਲੱਗ ਗਿਆ ਪਰਮੇਸ਼ਰ ਦਾ ਭਵਨ ਕੌਣ ਆ? ਕੌਣ ਹੈ ਭਲਾ? ਅਸੀਂ ਆ। ਹਾਲੇਲੂਇਆ। ਮੰਨ ਲਓ ਹੈਕਲ ਦੀ ਤਿਆਰੀ ਹੋਣ ਡਈ ਆ। ਤਿਆਰੀ ਹੁੰਦੇ ਕੰਮ ਲੈਂਟਰ ਤੱਕ ਪਹੁੰਚ ਗਿਆ ਕੰਧਾਂ ਦਾ, ਪਰ ਕੰਧਾਂ ਕੀ ਨਹੀਂ ਹੋਈਆਂ? ਕੰਧਾਂ ਹੋਈਆਂ ਵਾ, ਬਣੀਆਂ ਪਰ ਸਹੀ ਨਹੀਂ ਬਣੀਆਂ, ਵਿੰਗੀਆਂ ਰੇੜੀਆਂ ਬਣੀਆਂ। ਤੇ ਉਧਰੋਂ ਸ਼ਟਰਿੰਗ ਦਾ ਸਮਾਨ ਵੀ ਆ ਸਾਰਾ ਲਿਆ ਕੇ ਸੁੱਟਦਾ ਵਾ। ਤੇ ਬਾਅਦ ਚ ਪਤਾ ਲੱਗਾ ਵੀ ਕੰਧਾਂ ਤੇ ਕੀ ਹੋ ਗਈਆਂ? ਉਹ ਸਾਰਾ ਸ਼ਟਰਿੰਗ ਦਾ ਕਿਰਾਇਆ ਵੀ ਵਿੱਚੇ ਪੈ ਜਾਣਾ ਵਾ। ਸ਼ਟਰਿੰਗ ਦੇ ਬੰਦਿਆਂ ਦਾ ਕਿਰਾਇਆ ਵਿੱਚ ਕੀ ਹੋ ਜਾਣਾ ਵਾ? ਪੈ ਜਾਣਾ ਵਾ। ਜਿੰਨੀ ਮਿਹਨਤ ਮਜ਼ਦੂਰੀ ਲੱਗੀ ਆ, ਸੀਮੈਂਟ ਸਰੀਆ ਸਾਰਾ ਕੁਝ ਕੀ ਹੋ ਜਾਣਾ? ਇਸ ਕਰਕੇ ਕਹਿੰਦਾ ਕਿ ਹਰ ਕੋਈ ਕੰਧ ਕਰਨ ਵਾਲਾ, ਉਸਾਰੀ ਕਰਨ ਵਾਲਾ ਕੀ ਰਵੇ? ਚੌਕਸ ਰਵੇ। ਕੰਧ ਕਰਦਾ ਜਿਹੜਾ ਵਚਨ ਰੂਪੀ ਸਾਲ ਹੈ ਨਾ, ਇਹਦੇ ਨਾਲ ਵੇਂਦਾ ਵੀ ਰਵੇ ਕਿ ਇਹ ਵਚਨ ਦੇ ਦੁਆਰਾ ਸਹੀ ਚੱਲ ਰਿਹਾ ਕਿ ਹਾਂ ਨਹੀਂ ਚੱਲ ਰਿਹਾ। ਜਦੋਂ ਭਵਨ ਬਣ ਜਾਵੇਗਾ ਤੇ ਫਿਰ ਉਹਨੂੰ ਪਵਿੱਤਰ ਕਰਕੇ ਉਹਦੇ ਵਿੱਚ ਮੈਲ ਦੂਰੀ ਕਰ ਦੇਣਾ, ਕੱਢ ਦੇਣਾ। ਹਾਲੇਲੂਇਆ। ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਓ ਅੱਖਾਂ ਨੂੰ ਬੰਦ ਕਰਾਂਗੇ, ਸਿਰਾਂ ਝੁਕਾਵਾਂਗੇ, ਥੋੜੀ ਦੇਰ ਪ੍ਰਾਰਥਨਾ ਕਰਾਂਗੇ।